प्यारे बच्चों, अज असी 10वीं क्लास की जी वर्कशीट 14 जोड़ा चैप्टर हैगा अंकड़ा विज्ञान यानी कि स्टैटिक्स का ਉਹਦਾ सलूशन देखांगे। ये वर्कशीट ਨੂੰ सॉल्व करांगे। 1 ਤੋਂ ਲੈ ਕੇ 5 तक ਦੀਆਂ ਜਿਹੜੀਆਂ वर्कशीट्स ने वो मैं ऑलरेडी सॉल्व करके अपलोड कर चुका। ਤੇ ਅੱਜ ਅਸੀਂ ਦੇਖਾਂਗੇ वर्कशीट 14 ਦਾ सलूशन। ਇਹਦੇ 'ਚ ਪਹਿਲਾ ਕੁਐਸਚਨ ਦੇਖਦੇ ਹਾਂ ਕੀ ਆ। ਪਹਿਲੀਆਂ 5 प्राकृतिक संख्यावां ਦਾ ਮੱਧਮਾਨ पता करो। मध्यमान पता करना यानी कि मीन फाइंड करना, फाइंड मीन ऑफ फस्ट 5 नैचुरल नंबरस। और ਜਿਹੜੇ ਨੈਚੁਰਲ ਨੰਬਰ ਨੇ ਉਹ ਸਾਨੂੰ ਪਤਾ ਕਿ ਉਹ 1 ਤੋਂ ਸ਼ੁਰੂ ਹੁੰਦੇ ਆ ਅਤੇ ਉਹ ਸਾਨੂੰ ਪਤਾ ਵੀ ਪਹਿਲੀਆਂ 5 1 ਤੋਂ ਲੈ ਕੇ 5 ਤੱਕ ਗਿਣਤੀ ਹੋਏਗੀ। ਔਰ ਮੱਧਮਾਨ ਕੱਢਣ ਦਾ ਤਰੀਕਾ ਕੀ ਹੁੰਦਾ ਵਾ ਕਿ ਸਾਰੀਆਂ ਸੰਖਿਆਵਾਂ ਨੂੰ ਜੋੜਨਾ ਔਰ ਜਿੰਨੀ ਉਹਨਾਂ ਦੀ ਗਿਣਤੀ ਹੈ ਉਹਦੇ ਨਾਲ ਭਾਗ ਕਰਨਾ। ਚਲੋ ਦੇਖਦੇ ਹਾਂ ਇਹਦਾ ਸਲੂਸ਼ਨ ਪਹਿਲੇ ਸਵਾਲ ਦਾ। ਆਹ ਦੇਖੋ ਬੱਚਿਓ, ਪਹਿਲਾ ਕੁਐਸਚਨ ਇਹਦੇ 'ਚ ਅਸੀਂ ਲਿਖਾਂਗੇ ਪਹਿਲੀਆਂ 5 ਕੁਦਰਤੀ ਸੰਖਿਆਵਾਂ। ਸਭ ਤੋਂ ਪਹਿਲਾਂ ਅਸੀਂ ਇਹੀ ਲਿਖਾਂਗੇ ਇਹਦੇ 'ਚ ਪਹਿਲੀਆਂ 5 ਕੁਦਰਤੀ ਲਿਖ ਲਓ ਜਾਂ ਪ੍ਰਾਕਿਰਤਿਕ ਲਿਖ ਲਓ, ਇੱਕੋ ਹੀ ਗੱਲ ਆ। ਸੰਖਿਆਵਾਂ ਕਿਹੜੀਆਂ ਕਿਹੜੀਆਂ ਨੇ? 1 2 3 4 ਅਤੇ 5। ਹੁਣ ਅਸੀਂ ਇਹਨਾਂ ਦਾ ਕੱਢਣਾ ਕੀ ਆ? ਮੱਧਮਾਨ। ਹੁਣ ਮੱਧਮਾਨ ਨੂੰ ਅਸੀਂ ਕਿਸ ਤਰ੍ਹਾਂ ਲਿਖਦੇ ਹਾਂ? ਜੇ ਅਸੀਂ ਇੱਧਰ ਮੱਧਮਾਨ ਜਾਂ ਮੀਨ ਲਿਖ ਲਈਏ ਇੰਗਲਿਸ਼ ਦੇ ਵਿੱਚ, ਅਤੇ ਇਹਨੂੰ ਅਸੀਂ ਕਿਹੜੇ ਤਰੀਕੇ ਨਾਲ ਡਿਨੋਟ ਕਰਦੇ ਹਾਂ? ਐਕਸ ਬਾਰ ਨਾਲ। ਹੁਣ ਇਹਦਾ ਰੂਲ ਕੀ ਆ? ਸਾਰੀਆਂ ਸੰਖਿਆਵਾਂ ਦਾ ਜੋੜ ਮੱਧਮਾਨ ਦਾ ਜਮਾ 4 ਜਮਾ 5, ਸਾਰੀਆਂ ਸੰਖਿਆਵਾਂ ਜੋੜ ਦਿੱਤੀਆਂ। ਔਰ ਇਹ ਕਿੰਨੀਆਂ ਸੰਖਿਆਵਾਂ ਨੇ? ਕੁੱਲ 5। ਅਤੇ ਇਹਨੂੰ 5 ਨਾਲ ਹੀ ਭਾਗ ਕਰਨਾ। ਇਹਨਾਂ ਸਾਰਿਆਂ ਦਾ ਜੋੜ ਕਰ ਲਈਏ, ਕਿੰਨਾ ਆਏਗਾ? 5 4 9 3 12 13 14 ਅਤੇ 1 15, 15/5। ਅਤੇ 5 ਨਾਲ ਇਹਨੂੰ ਕੱਟ ਕੀਤਾ, 5 × 5 ਅਤੇ 5 ਤੀਏ 15, ਅਤੇ ਕਿੰਨਾ ਆਨਸਰ ਆ ਗਿਆ? 3। ਯਾਨੀ ਕਿ ਪਹਿਲੀਆਂ 5 ਪ੍ਰਾਕਿਰਤਿਕ ਸੰਖਿਆਵਾਂ ਦਾ ਜਿਹੜਾ ਮੱਧਮਾਨ ਵਾ ਉਹ ਕਿੰਨਾ ਹੋਏਗਾ? 3। ਇਹ ਸਾਡੇ ਪਹਿਲੇ ਕੁਐਸਚਨ ਦਾ ਆਨਸਰ ਆ ਗਿਆ। ਹੁਣ ਅੱਗੇ ਦੇਖਦੇ ਹਾਂ ਸੈਕਿੰਡ ਕੁਐਸਚਨ। ਆਹ ਦੇਖੋ ਬੱਚੋ, ਜਿਹੜਾ ਦੂਸਰਾ ਕੁਐਸਚਨ ਆ ਉਹਦੇ ਵਿੱਚ ਕੀ ਪੁੱਛਦੇ ਪਏ ਆ? ਮੱਧਮਾਨ, ਮੱਧਿਕਾ ਅਤੇ ਬਹੁਲਕ ਵਿੱਚ ਕੀ ਸੰਬੰਧ ਹੈ? ਯਾਨੀ ਕਿ ਇਹ ਤਿੰਨਾਂ ਦਾ ਆਪਸ ਵਿੱਚ ਕੀ ਰਿਲੇਸ਼ਨ ਬਣਦਾ ਵਾ। ਦੇਖੋ ਕੁਐਸਚਨ, ਵਾਟ ਇਜ਼ ਦਾ ਰਿਲੇਸ਼ਨ ਬਿਟਵੀਨ ਮੀਨ, ਮੋਡ ਐਂਡ ਮੀਡੀਅਨ। ਅਤੇ ਅਸੀਂ ਇਹਦਾ ਲਿਖ ਕੇ ਫਾਰਮੂਲਾ ਦੇਖਦੇ ਹਾਂ ਵੀ ਇਹਨਾਂ ਦਾ ਆਪਸ ਵਿੱਚ ਕੀ ਰਿਲੇਸ਼ਨ ਹੁੰਦਾ ਵਾ। ਆਹ ਦੇਖੋ ਬੱਚਿਓ, ਜਿਹੜਾ ਇਹਦਾ ਫਾਰਮੂਲਾ ਹੁੰਦਾ ਵਾ, ਮੈਂ ਪਹਿਲਾਂ ਇੱਥੇ ਇੰਗਲਿਸ਼ ਵਿੱਚ ਲਿਖ ਦਿੰਦਾ, ਫਿਰ ਤੁਹਾਨੂੰ ਪੰਜਾਬੀ ਵਿੱਚ ਦੱਸਾਂਗਾ। ਆਹ ਦੇਖੋ, ਮੋਡ ਇਜ਼ ਇਕੁਅਲ ਟੂ, ਇਹ ਹੁੰਦਾ ਜੀ 3 ਮੀਡੀਅਨ ਮਾਈਨਸ 2 ਮੀਨ। ਅਤੇ ਜੇ ਇਹਨੂੰ ਪੰਜਾਬੀ 'ਚ ਲਿਖੀਏ ਤਾਂ ਮੋਡ ਨੂੰ ਅਸੀਂ ਬੋਲਦੇ ਹਾਂ ਬਹੁਲਕ, ਬਰਾਬਰੇ 3 ਮੱਧਿਕਾ ਮਾਈਨਸ 2 ਮੱਧਮਾਨ। ਇਹ ਫਾਰਮੂਲਾ ਵਾ। ਹੁਣ ਇਹਨੂੰ ਜੇ ਅਸੀਂ ਜਿਹੜੇ ਇਹਨਾਂ ਦੇ ਲੈਟਰਸ ਜਿਨ੍ਹਾਂ ਨਾਲ ਡਿਨੋਟ ਕਰਦੇ ਹਾਂ, ਜੇ ਉਹਦੇ ਨਾਲ ਲਿਖੀਏ ਤਾਂ ਬਹੁਲਕ ਨੂੰ ਅਸੀਂ ਲਿਖਦੇ ਹਾਂ ਜ਼ੈਡ ਦੇ ਨਾਲ, ਅਤੇ ਮੱਧਿਕਾ ਨੂੰ ਅਸੀਂ ਲਿਖਦੇ ਹਾਂ ਐਮ ਦੇ ਨਾਲ, ਅਤੇ ਮੀਨ ਨੂੰ ਅਸੀਂ ਲਿਖਦੇ ਹਾਂ ਐਕਸ ਬਾਰ ਦੇ ਨਾਲ। ਯਾਨੀ ਕਿ ਇਹ ਇਸ ਤਰ੍ਹਾਂ ਵੀ ਆ ਸਕਦਾ, ਬਹੁਲਕ ਮੋਡ ਯਾਨੀ ਕਿ ਜ਼ੈਡ, 3 ਮੱਧਿਕਾ ਜਾਂ 3 ਮੀਡੀਅਨ 3m ਮਾਈਨਸ 2 ਮੀਨ ਜਾਂ 2 ਮੱਧਮਾਨ ਅਤੇ ਉਹਦਾ 2 ਐਕਸ ਬਾਰ। ਇਹ ਫਾਰਮੂਲਾ ਇਸ ਤਰ੍ਹਾਂ ਵੀ ਆ ਸਕਦਾ ਜੇ। ਹੁਣ ਇਸੇ ਫਾਰਮੂਲੇ ਨੂੰ ਹੀ ਜੇ ਅਸੀਂ ਚੇਂਜ ਕਰ ਲਈਏ ਥੋੜ੍ਹਾ ਬਹੁਤ, ਯਾਨੀ ਕਿ ਜਿਸ ਤਰ੍ਹਾਂ ਮੋਡ ਇੱਧਰ ਲਿਖਿਆ ਹੋਇਆ -2 ਮੀਨ ਵਾ, ਇਹਨੂੰ ਦੂਜੇ ਪਾਸੇ ਲੈ ਜਾਈਏ ਤਾਂ ਉਹ ਪਲੱਸ ਦਾ ਹੋ ਜਾਏਗਾ। ਮੈਂ ਤੁਹਾਨੂੰ ਇੱਥੇ ਲਿਖ ਕੇ ਦੱਸਦਾ, ਜਿਸ ਤਰ੍ਹਾਂ ਮੋਡ, ਹੁਣ ਆਹ ਮਾਈਨਸ ਵਾਲਾ ਇਕੁਅਲ ਟੂ ਦੇ ਸਾਈਨ ਦੇ ਦੂਜੇ ਪਾਸੇ ਜਾਏਗਾ ਅਤੇ ਪਲੱਸ ਦਾ ਹੋ ਜਾਣਾ। ਮੋਡ ਪਲੱਸ 2 ਮੀਨ ਬਰਾਬਰ ਕੀ ਬਚਿਆ? ਇਕੱਲਾ 3 ਮੀਡੀਅਨ। ਹੁਣ ਆਹ ਦੇਖੋ ਬੱਚੋ, ਇਹ ਫਾਰਮੂਲਾ ਇਸ ਤਰ੍ਹਾਂ ਵੀ ਲਿਖਿਆ ਹੋ ਸਕਦਾ, ਯਾਨੀ ਕਿ 3 ਮੀਡੀਅਨ ਬਰਾਬਰ ਮੋਡ ਜਮਾ 2 ਮੀਨ। ਇਹਨੂੰ ਪਹਿਲਾਂ ਅਤੇ ਇਹਨੂੰ ਬਾਅਦ 'ਚ ਵੀ ਲਿਖ ਸਕਦੇ ਆ, ਜਾਂ ਆਹ ਚੀਜ਼ ਆ ਸਕਦੀ ਆ, ਇਹਨੂੰ ਵੀ ਦੂਜੀ ਸਾਈਡ 'ਤੇ ਚੇਂਜ ਕਰ ਸਕਦੇ ਆ। ਜਿਸ ਤਰ੍ਹਾਂ 3 ਮੀਡੀਅਨ ਦਾ ਮੈਂ ਲਿਖਦਾ ਸਿੱਧਾ, ਜਾਂ ਇਹਦੇ ਨਾਲ ਆ ਜ਼ੈਡ ਪਲੱਸ 2 ਮੀਨ ਬਰਾਬਰ 3 ਮੀਡੀਅਨ।
ਇਹ ਵਾਲਾ ਫਾਰਮੂਲਾ ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ। ਇਹਦਾ ਇੱਕ ਫਾਰਮੂਲਾ ਹੋਰ ਤਰੀਕੇ ਨਾਲ ਵੀ ਲਿਖਦੇ, ਮੈਂ ਤੁਹਾਨੂੰ ਉਹ ਵੀ ਦੱਸ ਦਿੰਦਾ ਜਿੱਥੋਂ ਇਹ ਫਾਰਮੂਲਾ ਬਣਦਾ ਵਾ। ਉਹਦੇ 'ਚ ਇਹ ਆ ਸਕਦਾ ਜੇ ਤੁਹਾਡੇ ਵਾਸਤੇ ਆਪਸ਼ਨ ਦੇ ਵਿੱਚ ਜਦੋਂ ਕੋਈ ਕੁਐਸਚਨ ਆਏਗਾ ਤਾਂ ਉਹਦੇ ਵਿੱਚ ਲਿਖਿਆ ਹੋ ਸਕਦਾ ਜਿਸ ਤਰ੍ਹਾਂ ਮੀਨ ਮਾਈਨਸ ਮੋਡ ਇਜ਼ ਇਕੁਅਲ ਟੂ 3 ਮੀਨ ਮਾਈਨਸ ਮੀਡੀਅਨ। ਇਹ ਫਾਰਮੂਲਾ ਇਸ ਤਰ੍ਹਾਂ ਵੀ ਲਿਖਿਆ ਹੋ ਸਕਦਾ ਜੇ। ਹੁਣ ਜੇ ਇਹਨੂੰ ਅਸੀਂ ਇਸ ਤਰ੍ਹਾਂ ਲਿਖੀਏ ਇਸ ਤਰੀਕੇ ਨਾਲ, ਤੇ ਮੀਨ ਐਕਸ ਬਾਰ ਮਾਈਨਸ ਜ਼ੈਡ ਇਜ਼ ਇਕੁਅਲ ਟੂ 3 ਮੀਨ ਦਾ ਫਿਰ ਐਕਸ ਬਾਰ ਅਤੇ ਮੀਡੀਅਨ ਦਾ ਐਮ। ਇਹ ਫਾਰਮੂਲਾ ਇਸ ਤਰ੍ਹਾਂ ਵੀ ਹੋ ਸਕਦਾ। ਜਦੋਂ ਤੁਸੀਂ ਆਹ ਵਾਲੀ ਬਰੈਕਟ ਓਪਨ ਕਰਨੀ ਆ, ਜਦੋਂ 3 ਅੰਦਰ ਮਲਟੀਪਲਾਈ ਕਰਕੇ ਅਤੇ ਇਕੁਏਸ਼ਨ ਨੂੰ ਸੋਲਵ ਕਰੋਗੇ, ਤੁਹਾਡੇ ਕੋਲ ਫਿਰ ਫਾਰਮੂਲਾ ਇਹੀ ਆ ਜਾਏਗਾ, ਬਿਲਕੁਲ ਸੇਮ ਜਿੱਥੋਂ ਅਸੀਂ ਸ਼ੁਰੂ ਕੀਤਾ ਸੀ। ਇਹ ਸੀਗਾ ਬੱਚਿਓ ਸੈਕਿੰਡ ਕੁਐਸਚਨ, ਜਿਹਦੇ ਵਿੱਚ ਅਸੀਂ ਬਹੁਲਕ ਮੱਧਿਕਾ ਅਤੇ ਮੱਧਮਾਨ ਯਾਨੀ ਕਿ ਮੋਡ, ਮੀਡੀਅਨ ਅਤੇ ਜਿਹੜਾ ਮੀਨ ਵਾ, ਇਹਨਾਂ ਤਿੰਨਾਂ ਦਾ ਆਪਸ ਵਿੱਚ ਰਿਲੇਸ਼ਨ ਦੱਸਿਆ। ਇਹ ਫਾਰਮੂਲਾ ਜੇ, ਇਹ ਤੁਸੀਂ ਫਾਰਮੂਲੇ ਨੂੰ ਯਾਦ ਕਰ ਲਿਓ। ਇਹ ਪੇਪਰ 'ਚ ਆਪਸ਼ਨ ਵਿੱਚ ਜ਼ਰੂਰ ਆ ਸਕਦਾ। ਇਹਦੇ ਨਾਲ ਦੇ ਅੱਗੇ ਕੁਐਸਚਨ ਵੀ ਆਉਣਗੇ ਜਿੱਥੇ ਅਸੀਂ ਆਹ ਵਾਲਾ ਫਾਰਮੂਲਾ ਵਰਤਣਾ ਵਾ। ਇਹ ਸਭ ਇੱਕੋ ਹੀ ਚੀਜ਼ ਆ। ਤੁਸੀਂ ਕਿਸੇ ਤਰੀਕੇ ਨਾਲ ਵੀ ਇਹਨੂੰ ਲਿਖ ਕੇ ਅਤੇ ਤੁਸੀਂ ਕੁਐਸਚਨ ਕੋਈ ਸੋਲਵ ਕਰ ਸਕਦੇ ਹੋ। ਹਾਂ, ਇੱਕ ਚੀਜ਼ ਯਾਦ ਰੱਖਿਓ, ਜਦੋਂ MCQ ਦੇ ਵਿੱਚ ਤੁਹਾਨੂੰ ਫਾਰਮੂਲਾ ਪੁੱਛਿਆ ਜਾਣਾ ਵਾ, ਉਹਨਾਂ ਨੇ ਇਸੇ ਚੀਜ਼ ਨੂੰ ਹੀ ਘੁਮਾ ਫਿਰਾ ਕੇ ਪੁੱਛਣਾ ਵਾ। ਜਾਂ ਇਹਨੂੰ ਪਹਿਲਾਂ ਲਿਖ ਦੇਣਗੇ, ਇਹ ਬਾਅਦ 'ਚ ਲਿਖਿਆ ਹੋਏਗਾ। ਤੁਸੀਂ ਸਿਰਫ ਇਹ ਫਾਰਮੂਲਾ ਆਪਣੇ ਦਿਮਾਗ 'ਚ ਰੱਖ ਲੈਣਾ ਕਿ ਆਹ ਫਾਰਮੂਲਾ ਵਾ। ਇਹਦੇ ਤੋਂ ਅੱਗੇ ਅਸੀਂ ਇਹਨੂੰ ਚੇਂਜ ਕਿਸ ਤਰ੍ਹਾਂ ਕਰ ਸਕਦੇ, ਜਿਸ ਤਰ੍ਹਾਂ ਮੈਂ ਤੁਹਾਨੂੰ ਇੱਥੇ ਦੱਸਿਆ ਕਿ ਜੇ ਅਸੀਂ ਆਹ -2 ਮੀਨ ਇੱਧਰ ਲੈਣ ਦਾ ਅਤੇ ਫਾਰਮੂਲਾ ਮੀਡੀਅਨ 'ਚ ਬਣ ਗਿਆ 3 ਮੀਡੀਅਨ ਇਜ਼ ਇਕੁਅਲ ਟੂ ਮੋਡ ਪਲੱਸ 2 ਮੀਨ। ਹੋ ਸਕਦਾ ਕਿਸੇ ਫਾਰਮੂਲੇ 'ਚ ਇਕੱਲਾ ਮੀਡੀਅਨ ਲਿਖ ਕੇ ਅਤੇ ਇਹ ਮੋਡ ਪਲੱਸ 2 ਮੀਨ ਓਵਰ 3 ਕਰ ਦੇਣ, ਇਹਦੇ ਨਾਲ ਡਿਵਾਈਡ ਕਰ ਦੇਣ, ਅਤੇ ਉਹ ਵੀ ਫਾਰਮੂਲਾ ਇਸ ਤਰ੍ਹਾਂ ਹੀ ਬਣਨਾ ਜੇ। ਤੁਸੀਂ ਉਹ ਫਾਰਮੂਲੇ ਨੂੰ ਦੇਖ ਕੇ ਘਬਰਾਉਣਾ ਨਹੀਂ ਆ ਕਿ ਇਹ ਗਲਤ ਵਾ, ਸਾਨੂੰ ਇਹ ਦੱਸਿਆ ਨਹੀਂ। ਮੈਂ ਤੁਹਾਨੂੰ ਇੱਥੇ ਸਾਈਡ 'ਤੇ ਲਿਖ ਕੇ ਦੱਸ ਦਿੰਦਾ। ਜਿਸ ਤਰ੍ਹਾਂ ਮੰਨ ਲਓ ਆਹ ਫਾਰਮੂਲਾ ਲਿਖਿਆ ਹੋਵੇ, ਆਹੀ ਮਤਲਬ ਇਹਦੇ ਤੋਂ ਹੀ ਆਹ ਵਾਲਾ ਬਣਿਆ ਵਾ। ਜੇ ਆਹ ਲਿਖਿਆ ਹੋਵੇ ਇਸ ਤਰ੍ਹਾਂ Z ਪਲੱਸ 2 ਮੀਨ, ਸਾਰੇ ਨੂੰ 3 ਨਾਲ ਡਿਵਾਈਡ ਕਰ ਦੇਣ ਅਤੇ ਨਾਲ ਇਕੁਅਲ ਟੂ ਕੀ ਆ ਜਾਏਗਾ M, ਯਾਨੀ ਕਿ ਮੀਡੀਅਨ। ਅਤੇ ਇਹ ਫਾਰਮੂਲਾ ਇਸ ਤਰ੍ਹਾਂ ਵੀ ਪੁੱਛ ਸਕਦੇ ਆ। ਤੁਸੀਂ ਇਹ ਨਹੀਂ ਦੇਖਣਾ ਵੀ ਇਹ ਫਾਰਮੂਲਾ ਅਸੀਂ ਕਿਤੇ ਦੇਖਿਆ ਨਹੀਂ ਆ। ਤੁਸੀਂ ਸਿਰਫ ਜਦੋਂ ਇਸ ਫਾਰਮੂਲੇ ਨੂੰ ਯਾਦ ਕਰਨਾ ਹੈ, ਇਹਨੂੰ ਅਸੀਂ ਚੇਂਜ ਕਰਕੇ ਕਿਸ ਤਰ੍ਹਾਂ ਲਿਖ ਸਕਦੇ ਹਾਂ, ਉਹ ਚੀਜ਼ ਤੁਹਾਨੂੰ ਆਉਣੀ ਚਾਹੀਦੀ ਆ। ਸਾਰਾ ਕੁਝ ਇਹਦੇ ਤੋਂ ਬਣਨਾ ਜੇ, ਇਸ ਫਾਰਮੂਲੇ ਤੋਂ। ਇਹਨੂੰ ਤੁਸੀਂ ਯਾਦ ਕਰ ਲਿਓ। ਇਹਦੇ ਤੋਂ ਤੁਸੀਂ ਚੇਂਜ ਕਰਕੇ ਅਤੇ ਤੁਸੀਂ ਫਾਰਮੂਲਾ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਫਾਰਮੂਲਾ ਬਣਦਾ। ਇਹ ਚੀਜ਼ ਦਾ ਧਿਆਨ ਰੱਖਿਓ। ਚਲੋ ਦੇਖਦੇ ਹਾਂ ਹੁਣ ਨੈਕਸਟ ਕੁਐਸਚਨ। ਆਹ ਦੇਖੋ ਬੱਚੇ, ਜਿਹੜਾ ਤੀਸਰਾ ਕੁਐਸਚਨ ਆ ਉਹਦੇ ਵਿੱਚ ਕੀ ਆ, ਤੋਰਨ ਕਿੰਨੇ ਪ੍ਰਕਾਰ ਦਾ ਹੁੰਦਾ ਹੈ, ਨਾਮ ਦੱਸੋ। ਹਾਊ ਮੈਨੀ ਟਾਈਪਸ ਆਫ ਓਜਾਈਵ ਆਰ, ਨੇਮ ਦੈਮ। ਹੁਣ ਬੱਚੇ, ਜਿਹੜਾ ਓਜਾਈਵ ਆ ਜਾਂ ਵਰਡ ਵਾ, ਤੁਸੀਂ ਕਿਤਾਬਾਂ 'ਚ ਪੰਜਾਬੀ 'ਚ ਤੋਰਨ ਵਰਡ ਜਿਹੜਾ ਸ਼ਬਦ ਆ ਉਹ ਦੇਖਦੇ ਹੋ, ਓਜਾਈਵ ਲਿਖਿਆ ਹੁੰਦਾ, ਜਾਂ ਇਹਨੂੰ ਪੰਜਾਬੀ 'ਚ ਕਈ ਵਾਰੀ ਓਗੀਵ ਵੀ ਲਿਖ ਦਿੰਦੇ ਆ। ਔਰ ਇਹ ਕਿੰਨੇ ਪ੍ਰਕਾਰ ਦੇ ਹੁੰਦੇ ਆ ਅਤੇ ਇਹਨਾਂ ਦੇ ਨਾਮ ਕੀ ਆ। ਮੈਂ ਤੁਹਾਨੂੰ ਦੱਸਦਾ ਕਿ ਇਹ 2 ਤਰ੍ਹਾਂ ਦੇ ਹੁੰਦੇ ਨੇ, ਔਰ ਉਹਨਾਂ ਦੇ ਨਾਮ ਕੀ ਆ ਉਹ ਦੱਸ ਦੇਣਾ ਤੁਹਾਨੂੰ। ਮੈਂ ਡਾਇਗਰਾਮ ਬਣਾ ਕੇ ਵੀ ਨਾਲ ਦੱਸਦਾ ਵਾਂ ਕਿ ਜਿਹੜਾ ਓਜਾਈਵ ਆ ਉਹ ਕਿਹੜਾ ਕਿਸ ਤਰ੍ਹਾਂ ਦਾ ਹੁੰਦਾ। ਚਲੋ ਦੇਖਦੇ ਹਾਂ। ਆਹ ਦੇਖੋ ਬੱਚਿਓ, ਜਿਹੜਾ ਤੋਰਨ ਵਾ ਉਹ 2 ਪ੍ਰਕਾਰ ਦਾ ਹੁੰਦਾ। ਤੋਰਨ 2 ਪ੍ਰਕਾਰ ਦਾ ਹੁੰਦਾ ਹੈ। ਸਭ ਤੋਂ ਪਹਿਲਾਂ ਤੋਂ ਘੱਟ ਪ੍ਰਕਾਰ ਦਾ ਤੋਰਨ। ਉਸ ਤੋਂ ਬਾਅਦ ਜਿਹੜਾ ਦੂਸਰਾ ਟਾਈਪ, ਇਹਦੀ ਜਿਹੜੀ ਦੂਸਰੀ ਆ, ਉਹ ਹੁੰਦਾ ਜੇ ਤੋਂ ਵੱਧ ਪ੍ਰਕਾਰ ਦਾ ਤੋਰਨ। ਹੁਣ ਇਹ ਪੰਜਾਬੀ 'ਚ ਹੋ ਗਏ। ਹੁਣ ਇਹਨੂੰ ਜਦੋਂ ਅਸੀਂ ਇੰਗਲਿਸ਼ ਦੇ ਵਿੱਚ ਲਿਖਾਂਗੇ ਅਤੇ ਇਹਨੂੰ ਲਿਖਾਂਗੇ ਅਸੀਂ ਲੈਸ ਦੈਨ ਓਜਾਈਵ। ਜਿਹੜਾ ਉਸ ਤੋਂ ਬਾਅਦ ਇਹਨੂੰ ਅਸੀਂ ਗ੍ਰੇਟਰ ਦੈਨ ਅਤੇ ਮੋਰ ਦੈਨ ਕਿਸੇ ਤਰ੍ਹਾਂ ਵੀ ਲਿਖ ਸਕਦੇ ਹਾਂ। ਗ੍ਰੇਟਰ ਦੈਨ ਓਜਾਈਵ, ਇਹ 2 ਟਾਈਪਸ ਨੇ। ਹੁਣ ਜਿਹੜਾ ਤੋਂ ਘੱਟ ਪ੍ਰਕਾਰ ਦਾ,
मैं तुहानूं इत्थे साइड ते इहदी छोटी जी डायग्राम दस दिंदा। जदों असी इहदा ग्राफ बनाउने आ ਜਿਹੜਾ ਤੋਂ ਘੱਟ ਪ੍ਰਕਾਰ ਦਾ ਵਾ, ਇਹਦੇ ਵਿੱਚ ਕੀ ਹੁੰਦਾ ਕਿ ਸਭ ਤੋਂ ਪਹਿਲਾਂ ਫ੍ਰੀਕੁਐਂਸੀ ਛੋਟੀ ਹੁੰਦੀ ਜੇ ਬਾਰੰਬਾਰਤਾ, ਅਤੇ ਫਿਰ ਵੱਡੀ। ਅਤੇ ਇਹ ਇਸ ਤਰ੍ਹਾਂ ਕਰਕੇ ਇੱਧਰੋਂ ਸ਼ੁਰੂ ਹੋਏਗਾ ਅਤੇ ਉੱਪਰ ਨੂੰ ਜਾਏਗਾ, ਯਾਨੀ ਕਿ ਥੱਲਿਓਂ ਸ਼ੁਰੂ ਹੋ ਕੇ ਉੱਪਰ ਨੂੰ ਜਾਏਗਾ। ਇਹਨੂੰ ਅਸੀਂ ਕਹਿੰਦੇ ਹਾਂ ਤੋਂ ਘੱਟ ਪ੍ਰਕਾਰ ਦਾ ਤੋਰਨ, ਯਾਨੀ ਕਿ ਲੈਸ ਦੈਨ ਓਜਾਈਵ। ਜਿਹੜਾ ਮੋਰ ਦੈਨ ਵਾਲਾ ਵਾ ਜਾਂ ਤੋਂ ਵੱਧ ਪ੍ਰਕਾਰ ਦਾ, ਉਹਦੇ ਵਿੱਚ ਜਿਹੜੀ ਫ੍ਰੀਕੁਐਂਸੀ ਆ ਜਾਂ ਬਾਰੰਬਾਰਤਾ ਉਹ ਪਹਿਲਾਂ ਵੱਡੀ ਹੁੰਦੀ ਆ, ਅਤੇ ਉੱਥੋਂ ਇਹ ਥੱਲੇ ਨੂੰ ਆਉਂਦਾ ਗ੍ਰਾਫ। ਇਹ ਗ੍ਰਾਫ ਉੱਪਰੋਂ ਇਸ ਤਰ੍ਹਾਂ ਕਰਕੇ ਥੱਲੇ ਨੂੰ ਬਣੇਗਾ, ਅਤੇ ਇਹਨੂੰ ਅਸੀਂ ਬੋਲਦੇ ਹਾਂ ਤੋਂ ਵੱਧ ਪ੍ਰਕਾਰ ਦਾ ਤੋਰਨ, ਯਾਨੀ ਗ੍ਰੇਟਰ ਦੈਨ ਓਜਾਈਵ। ਅਤੇ ਜਿਹੜਾ ਥੱਲਿਓਂ ਉੱਪਰ ਨੂੰ ਜਾਵੇ ਗ੍ਰਾਫ ਬਣਦਾ, ਉਹਨੂੰ ਅਸੀਂ ਕਹਿੰਦੇ ਹਾਂ ਤੋਂ ਘੱਟ ਪ੍ਰਕਾਰ ਦਾ ਤੋਰਨ। ਇਹ ਦੋ ਟਾਈਪਸ ਸੀਗੀਆਂ। ਇਹ ਸੀਗਾ ਸਾਡਾ ਕੁਐਸਚਨ ਨੰਬਰ 3। ਅੱਗੇ ਦੇਖਦੇ ਹਾਂ ਕੁਐਸਚਨ ਨੰਬਰ 4। ਆਹ ਦੇਖੋ ਬੱਚੋ, ਜਿਹੜਾ ਚੌਥਾ ਕੁਐਸਚਨ ਵਾ ਉੱਥੇ ਕੀ ਹੈ, ਜਿੱਥੇ ਤੋਂ ਵੱਧ ਕਿਸਮ ਅਤੇ ਤੋਂ ਘੱਟ ਕਿਸਮ ਦਾ ਤੋਰਨ ਕੱਟਦੇ ਹਨ, ਉਸ ਬਿੰਦੂ ਨੂੰ ਜਿਹੜਾ ਖਿਤਿਜ ਧੁਰੇ ਯਾਨੀ ਕਿ ਐਕਸ ਧੁਰੇ 'ਤੇ ਲੰਬ ਦਾ ਕਾਟਵਾਂ ਬਿੰਦੂ ਡੈਸ਼ ਅਖਵਾਉਂਦਾ ਹੈ। ਮੈਂ ਤੁਹਾਨੂੰ ਡਾਇਗਰਾਮ ਬਣਾ ਕੇ ਦੱਸ ਦਿੰਦਾ ਵੀ ਇਹ ਕੁਐਸਚਨ ਉਹਨਾਂ ਨੇ ਪੁੱਛਿਆ ਕੀ ਆ, ਵੀ ਜਿੱਥੇ ਦੋਨੋਂ ਜਿਹੜੇ ਤੋਰਨ ਦੋਨੋਂ ਤਰ੍ਹਾਂ ਦੇ ਨੇ, ਓਜਾਈਵ ਜਿਹੜੇ ਨੇ ਉਹ ਆਪਸ ਵਿੱਚ ਜਿੱਥੇ ਕਿਤੇ ਕੱਟਦੇ ਆ, ਅਤੇ ਜਦੋਂ ਉਹਦਾ ਲੰਬ ਜਦੋਂ ਅਸੀਂ ਐਕਸ ਐਕਸਿਸ 'ਤੇ ਯਾਨੀ ਐਕਸ ਧੁਰੇ 'ਤੇ ਜਦੋਂ ਲੰਬ ਸੁੱਟਦੇ ਹਾਂ, ਅਤੇ ਉਸ ਬਿੰਦੂ ਨੂੰ ਅਸੀਂ ਕੀ ਕਹਿੰਦੇ ਹਾਂ, ਉਹ ਤੁਹਾਨੂੰ ਮੈਂ ਦੱਸਦਾ ਡਾਇਗਰਾਮ ਬਣਾ ਕੇ। ਆਹ ਦੇਖੋ ਬੱਚਿਓ, ਜਿਹੜਾ ਚੌਥਾ ਕੁਐਸਚਨ ਆ ਇਹਦੇ ਵਿੱਚ ਮੰਨ ਲਓ ਕਿ ਤੁਸੀਂ ਇੱਥੇ ਤੋਰਨ ਬਣਾਇਆ, ਤੁਸੀਂ ਇਸ ਤਰ੍ਹਾਂ ਕਰਕੇ ਕੋਈ ਬਿੰਦੂ ਲਗਾਏ ਨੇ। ਮੈਂ ਵੈਸੇ ਹੀ ਲੈ ਰਿਹਾ ਤੁਹਾਨੂੰ ਸਿਰਫ ਸਮਝਾਉਣ ਵਾਸਤੇ ਹੀ। ਇਹ ਤੋਰਨ ਇੱਧਰੋਂ ਸ਼ੁਰੂ ਹੋਇਆ, ਕਿਉਂਕਿ ਇਹਨੂੰ ਅਸੀਂ ਫਰੀ ਹੈਂਡ ਹੀ ਮਿਲਾਉਣਾ ਹੁੰਦਾ ਵਾ, ਇਸ ਤਰ੍ਹਾਂ ਜਾ ਰਿਹਾ। ਤੁਸੀਂ ਉਸ ਤੋਂ ਬਾਅਦ ਦੂਸਰਾ ਤੋਰਨ ਬਣਾਇਆ ਤੋਂ ਘੱਟ ਪ੍ਰਕਾਰ ਦਾ, ਉਹਦੇ ਬਿੰਦੂ ਇਸ ਤਰ੍ਹਾਂ ਲਗਾਉਂਦੇ ਗਏ। ਤੁਸੀਂ ਇੱਥੋਂ ਮਿਲਾਉਣਾ ਸ਼ੁਰੂ ਕੀਤਾ, ਤੁਸੀਂ ਇਹਨੂੰ ਇਸ ਤਰ੍ਹਾਂ ਬਣ ਗਿਆ। ਹੁਣ ਦੇਖੋ ਬੱਚਿਓ, ਉਹਨਾਂ ਨੇ ਜਿਹੜਾ ਕੁਐਸਚਨ ਪੁੱਛਿਆ ਉਹਦੇ 'ਚ ਇਹ ਪੁੱਛਿਆ ਵੀ ਜਿੱਥੇ ਤੋਂ ਵੱਧ ਪ੍ਰਕਾਰ ਅਤੇ ਤੋਂ ਘੱਟ ਪ੍ਰਕਾਰ ਦੇ ਤੋਰਨ ਆਪਸ ਵਿੱਚ ਕੱਟਦੇ ਨੇ। ਹੁਣ ਇੱਥੇ ਕੱਟੇ ਇਸ ਬਿੰਦੂ 'ਤੇ, ਇੱਥੋਂ ਕਹਿੰਦੇ ਲੰਬ ਸੁੱਟਣਾ ਵਾ ਅਸੀਂ ਐਕਸ ਐਕਸਿਸ 'ਤੇ, ਅਤੇ ਇਹ ਐਕਸ ਧੁਰਾ ਇਹੀ ਆ, ਅਸੀਂ ਇਹਦੇ 'ਤੇ ਲੰਬ ਡਰਾ ਕਰ ਦਿੰਦੇ ਇਸ ਤਰ੍ਹਾਂ ਹੀ। ਇਹ ਸਿਰਫ ਤੁਹਾਨੂੰ ਦੱਸਣ ਵਾਸਤੇ ਮੈਂ ਕਰ ਰਿਹਾ ਇਸ ਤਰ੍ਹਾਂ ਪਰਪੈਂਡੀਕੂਲਰ, ਵੀ ਤੁਸੀਂ ਸਿੱਧੀ ਸਿੱਧੀ ਰੇਖਾ ਬਿਲਕੁਲ ਥੱਲੇ ਲੈ ਕੇ ਆਉਣੀ ਆ ਐਕਸ ਐਕਸਿਸ ਦੇ ਉੱਪਰ। ਆ ਦੇਖੋ, ਅਸੀਂ ਆ ਇੱਥੇ ਡਰਾ ਕਰ ਲਿਆ ਪਰਪੈਂਡੀਕੂਲਰ। ਇਹ ਜਿਸ ਬਿੰਦੂ 'ਤੇ ਆ ਕੇ ਮਿਲਿਆ ਵਾ, ਇਹ ਵਾਲੇ ਬਿੰਦੂ ਨੂੰ ਅਸੀਂ ਪੰਜਾਬੀ ਦੇ ਵਿੱਚ, ਯਾਨੀ ਕਿ ਆਹ ਜਿਹੜਾ ਪੁਆਇੰਟ ਵਾ ਨਾ, ਇਹਨੂੰ ਅਸੀਂ ਪੰਜਾਬੀ 'ਚ ਬੋਲਦੇ ਜੇ ਮੱਧਿਕਾ। ਮੱਧਿਕਾ ਅਤੇ ਇੰਗਲਿਸ਼ ਦੇ ਵਿੱਚ ਤੁਹਾਨੂੰ ਪਤਾ ਹੀ ਆ ਮੀਡੀਅਨ। ਯਾਨੀ ਕਿ ਇਹ ਵਾਲੀ ਜਿਹੜੀ ਵੈਲਿਊ ਆ ਉਹ ਐਮ ਦੀ ਵੈਲਿਊ ਹੁੰਦੀ ਜੇ। ਇਹਨੂੰ ਚਾਹੇ ਮੱਧਿਕਾ ਲਿਖੋ, ਚਾਹੇ ਐਮ ਲਿਖੋ, ਜਾਂ ਮੀਡੀਅਨ ਲਿਖੋ। ਜਿੱਥੇ ਆ ਦੋਨੋਂ ਆ ਜਿਹੜੇ ਤੋਰਨ ਕੱਟਦੇ ਸੀਗੇ, ਆ ਜਿਹੜਾ ਬਿੰਦੂ ਆ ਕੇ ਇੱਥੋਂ ਲੰਬ ਖਿੱਚਿਆ ਐਕਸ ਐਕਸਿਸ ਉੱਪਰ, ਇਹ ਜਿੱਥੇ ਜਾ ਕੇ ਇਹ ਪੁਆਇੰਟ ਲੱਗਦਾ ਵਾ, ਉਹ ਜਿਹੜਾ ਮੁੱਲ ਉੱਥੇ ਨਿਕਲਦਾ ਉਹਨੂੰ ਅਸੀਂ ਮੱਧਿਕਾ ਜਾਂ ਮੀਡੀਅਨ ਕਹਿੰਦੇ ਹਾਂ। ਇਹ ਸੀਗਾ ਕੁਐਸਚਨ ਨੰਬਰ 4। ਦੇਖਦੇ ਹਾਂ ਅਗਲਾ ਕੁਐਸਚਨ। ਆਹ ਦੇਖੋ ਬੱਚਿਓ, ਜਿਹੜਾ ਪੰਜਵਾਂ ਕੁਐਸਚਨ ਆ ਮੈਚ ਦੀ ਕਾਲਮਸ, ਯਾਨੀ ਕਿ ਮਿਲਾਨ ਕਰੋ। ਕਾਲਮ ਪਹਿਲੇ 'ਚ ਕੀ ਦਿੱਤਾ, ਮੱਧਮਾਨ ਯਾਨੀ ਮੀਨ, ਬਹੁਲਕ ਮੋਡ ਅਤੇ ਮੱਧਿਕਾ ਮੀਡੀਅਨ। ਇਹ ਅੱਗੇ ਫਾਰਮੂਲੇ ਦਿੱਤੇ ਹੋਏ ਇਹਨਾਂ ਦੇ। ਹੁਣ ਸਾਨੂੰ ਪਤਾ ਕਿ ਜਿਹੜਾ ਮੀਨ ਅਸੀਂ ਕੱਢਦੇ ਹਾਂ, ਮੀਨ ਦੇ ਵਿੱਚ ਹਮੇਸ਼ਾ ਦਿੱਤੀਆਂ ਹੋਈਆਂ ਸੰਖਿਆਵਾਂ ਦਾ ਜੋੜ, ਯਾਨੀ ਕਿ ਸਮੇਸ਼ਨ FI XI, ਅਤੇ ਉਹਨੂੰ ਜਿਹੜੇ ਨੰਬਰ ਆਫ ਜਿੰਨੀਆਂ ਟਰਮਸ ਹੁੰਦੀਆਂ ਨੇ ਉਹਦੇ ਨਾਲ ਅਸੀਂ ਡਿਵਾਈਡ ਕਰ ਦਿੰਦੇ ਹਾਂ ਸਮੇਸ਼ਨ FI। ਅਤੇ ਮੀਨ ਦਾ ਫਾਰਮੂਲਾ ਇਹ ਵਾਲਾ ਜੇ। ਮੀਨ ਦੇ ਹੋਰ ਵੀ ਦੋ ਫਾਰਮੂਲੇ ਹੁੰਦੇ ਆ, ਲੇਕਿਨ ਜੋ ਇਹਦੇ 'ਚ ਪੁੱਛਿਆ ਅਸੀਂ ਉਹਦੇ 'ਤੇ ਧਿਆਨ ਰੱਖਾਂਗੇ। ਬਹੁਲਕ, ਬਹੁਲਕ ਜਿਹੜਾ ਵਾ ਉਹਦਾ ਫਾਰਮੂਲਾ ਆ ਹੁੰਦਾ ਜੇ, ਜਿਹਦੇ ਨਾਲ ਅਸੀਂ ਬਹੁਲਕ ਨੂੰ ਫਾਈਂਡ ਕਰਦੇ ਹਾਂ। ਉਹਦਾ ਫਾਰਮੂਲਾ ਆ ਦਿੱਤਾ ਹੋਇਆ ਜੇ ਬਹੁਲਕ ਦਾ, L + F1 - F0 / 2F1 - F0 - F2 × H। ਜਦੋਂ ਅਸੀਂ ਸਵਾਲ ਕਰਾਂਗੇ ਫਿਰ ਉਹ 'ਚ ਦੇਖਾਂਗੇ ਵੀ ਇਹ ਫਾਰਮੂਲੇ ਕਿਸ ਤਰ੍ਹਾਂ ਵਾ, ਇਹਦੇ 'ਚ L ਕੀ ਆ ਅਤੇ F1 ਕੀ ਆ, ਸਾਰਾ ਅਸੀਂ ਦੇਖਾਂਗੇ। ਅਤੇ ਮੀਡੀਅਨ ਦਾ ਫਾਰਮੂਲਾ ਸਭ ਤੋਂ ਉੱਪਰ ਦਿੱਤਾ ਹੋਇਆ ਜੇ ਆਹ ਵਾਲਾ। ਇਹ ਮੀਡੀਅਨ ਦਾ ਫਾਰਮੂਲਾ ਜੇ L + N/2 - CF / F × H। ਇਹ ਸੀਗਾ ਸਾਡਾ ਕੁਐਸਚਨ ਨੰਬਰ 5, ਜਿਸ 'ਚ ਫਾਰਮੂਲੇ ਦਿੱਤੇ ਹੋਏ ਨੇ। ਜਦੋਂ ਅਸੀਂ ਅੱਗੇ ਹੁਣ ਸਵਾਲ ਕਰਨੇ ਆ, ਅਸੀਂ ਇੱਕ ਇੱਕ ਫਾਰਮੂਲੇ ਉੱਪਰ ਵੀ ਡਿਸਕਸ ਕਰਾਂਗੇ। ਚਲੋ ਦੇਖਦੇ ਹਾਂ ਨੈਕਸਟ ਕੁਐਸਚਨ। ਆਹ ਦੇਖੋ ਬੱਚੇ, ਜਿਹੜਾ 6ਵਾਂ ਕੁਐਸਚਨ ਆ ਉਹਦੇ 'ਚ ਕੀ ਆ ਕਿ ਜੇਕਰ ਬਹੁਲਕ 45 ਅਤੇ ਮੱਧਮਾਨ 27 ਹੋਵੇ
ਤਾਂ ਮੱਧਿਕਾ ਪਤਾ ਕਰੋ ਇਫ ਮੋਡ ਇਜ਼ 45 ਮੀਨ ਇਜ਼ 27 ਫਾਈਂਡ ਮੀਡੀਅਨ। ਹੁਣ ਜਿਹੜਾ ਅਸੀਂ ਇੱਕ ਫਾਰਮੂਲਾ ਕੀਤਾ ਸੀ ਹੁਣੇ ਹੀ ਕਿ ਇਹਨਾਂ ਦਾ ਆਪਸ ਵਿੱਚ ਸੰਬੰਧ ਕੀ ਹੈ ਤਿੰਨਾਂ ਦਾ, ਜਿਹੜਾ ਉਹ ਫਾਰਮੂਲਾ ਸੀਗਾ ਉਹੀ ਫਾਰਮੂਲੇ ਦੀ ਅਸੀਂ ਇੱਥੇ ਵਰਤੋਂ ਕਰਾਂਗੇ। ਉਹ ਫਾਰਮੂਲਾ ਕੀ ਸੀ ਸਾਡੇ ਕੋਲ, ਮੋਡ, ਯਾਨੀ ਕਿ ਮੋਡ ਇਜ਼ ਇਕੁਅਲ ਟੂ 3 ਮੀਡੀਅਨ ਮਾਈਨਸ 2 ਮੀਨ। ਇਹ ਫਾਰਮੂਲਾ ਜੇ, ਅਤੇ ਇਸ ਫਾਰਮੂਲੇ ਦੇ ਨਾਲ ਅਸੀਂ ਇਹਨੂੰ ਸੋਲਵ ਕਰਾਂਗੇ। ਚਲੋ ਦੇਖਦੇ ਹਾਂ ਇਹਦਾ ਸੋਲੂਸ਼ਨ। ਆਹ ਦੇਖੋ ਬੱਚਿਓ, 6ਵੇਂ ਕੁਐਸਚਨ 'ਚ ਸਾਨੂੰ ਬਹੁਲਕ ਦਿੱਤਾ 45 ਅਤੇ ਮੱਧਮਾਨ ਸਾਨੂੰ ਕਿੰਨਾ ਦਿੱਤਾ 27, ਅਤੇ ਸਾਨੂੰ ਉਹਨਾਂ ਨੇ ਇਹ ਕਿਹਾ ਸੀਗਾ ਕਿ ਜਿਹੜਾ ਮੱਧਿਕਾ ਜਿਹੜੀ ਆ ਉਹ ਪਤਾ ਕਰੋ। ਹੁਣ ਆਹ ਦੇਖੋ ਮੈਂ ਇਹਦੇ 'ਚ ਲਿਖ ਦਿੱਤਾ ਵਾ ਕਿ ਬਹੁਲਕ ਨੂੰ ਅਸੀਂ ਮੋਡ ਵੀ ਕਹਿੰਦੇ ਹਾਂ ਅਤੇ ਜੈਡ ਨਾਲ ਵੀ ਲਿਖਦੇ ਹਾਂ, ਮੱਧਮਾਨ ਨੂੰ ਮੀਨ ਵੀ ਕਹਿੰਦੇ ਹਾਂ, ਅਤੇ ਅਸੀਂ ਉਹਨੂੰ ਐਕਸ ਬਾਰ ਨਾਲ ਲਿਖਦੇ ਹਾਂ। ਚਲੋ ਜਿਹੜਾ ਅਸੀਂ ਫਾਰਮੂਲਾ ਕੀਤਾ ਸੀਗਾ, ਜਿਹੜਾ ਮੈਂ ਹੁਣੇ ਤੁਹਾਨੂੰ ਦੱਸਿਆ ਸੀ ਸ਼ੀਟ ਦੇ ਉੱਪਰ, ਉਹ ਪਹਿਲਾਂ ਫਾਰਮੂਲਾ ਲਿਖ ਲਈਏ ਕਿ ਜਿਹੜਾ ਮੋਡ ਵਾ ਉਹ ਕਿਹਦੇ ਬਰਾਬਰ ਹੁੰਦਾ, 3 ਮੀਡੀਅਨ ਮਾਈਨਸ 2 ਮੀਨ। ਪੰਜਾਬੀ ਮੀਡੀਅਮ ਵਾਲੇ ਬੱਚੇ ਇੱਥੇ ਲਿਖ ਲਿਓ ਬਹੁਲਕ ਬਰਾਬਰ 3 ਮੱਧਿਕਾ ਮਾਈਨਸ 2 ਮੱਧਮਾਨ। ਉਹ ਲਿਖ ਕੇ ਇੱਥੇ ਸਿਰਫ ਵੈਲਿਊਜ਼, ਬਹੁਲਕ ਕਿੰਨਾ 45, ਜਿਹਦਾ ਮੁੱਲ ਦਿੱਤਾ ਵਾ ਅਸੀਂ ਉਹਦੀ ਜਗ੍ਹਾ 'ਤੇ ਲਿਖਦੇ ਜਾਵਾਂਗੇ। ਉਸ ਤੋਂ ਬਾਅਦ ਮੱਧਮਾਨ ਦਾ ਦਿੱਤਾ ਵਾ, ਮੀਡੀਅਨ ਅਸੀਂ ਪਤਾ ਕਰਨਾ, ਇਹਨੂੰ ਇਸ ਤਰ੍ਹਾਂ ਲਿਖ ਲੈਣਾ 3 ਮੀਡੀਅਨ ਜਾਂ ਮੱਧਿਕਾ ਲਿਖ ਲਓ ਮਾਈਨਸ 2 ਅਤੇ ਮੀਨ ਕਿੰਨਾ ਦਿੱਤਾ 27। ਹੁਣ ਆਹ ਦੇਖੋ 45 ਬਰਾਬਰ 3, ਮੈਂ ਚਲੋ ਇੱਥੇ ਨਾਲ ਪੰਜਾਬੀ 'ਚ ਵੀ ਲਿਖ ਦੇਣਾ, ਤੁਹਾਨੂੰ ਪਤਾ ਰਹੇਗਾ ਥੋੜ੍ਹਾ। ਮੱਧਿਕਾ ਆਏਗਾ ਮਾਈਨਸ 27 ਦੂਣ 54। ਹੁਣ ਆਹ 54 ਜਿਹੜਾ ਮਾਈਨਸ ਦਾ ਵਾ ਇੱਧਰ ਆ ਕੇ 45 ਵਿੱਚ ਪਲੱਸ ਹੋ ਜਾਏਗਾ। ਇਹ ਕੀ ਬਣੇਗਾ, 45 ਜਮਾ 54 ਬਰਾਬਰ 3 ਮੱਧਿਕਾ ਜਾਂ ਮੀਡੀਅਨ। ਹੁਣ ਅੱਗੇ ਆ ਦੇਖੋ ਮੈਂ ਦੂਸਰੀ ਸਾਈਡ 'ਤੇ ਕਰ ਦਿੰਦਾ ਇਹਨੂੰ ਸੋਲਵ ਇੱਧਰ। ਹੁਣ 45 ਜਮਾ 54 ਕਿੰਨੇ ਹੋ ਗਏ, 99 ਬਰਾਬਰ 3 ਮੱਧਿਕਾ। ਹੁਣ ਮੱਧਿਕਾ ਨੂੰ ਅਸੀਂ ਇੱਥੇ ਲਿਖਿਆ ਰਹਿਣ ਦੇਵਾਂਗੇ, ਮੱਧਿਕਾ ਨੂੰ ਇਸ ਤਰ੍ਹਾਂ ਹੀ ਲਿਖਿਆ ਰਹਿਣ ਦੇਵਾਂਗੇ। ਆਹ ਜਿਹੜਾ 3 ਇੱਧਰ ਵਾ ਇਹ ਆ ਕੇ 99 ਨੂੰ ਜਿਹੜਾ ਵਾ ਉਹ ਭਾਗ ਕਰੇਗਾ, ਇੱਧਰ ਜਾਏ ਮੱਧਿਕਾ ਜਾਂ ਮੀਡੀਅਨ। ਇਹਨੂੰ ਕਟਿੰਗ ਕਰਾਂਗੇ, 3 × 3 3 ਤੀਏ 9 ਅਤੇ 3 ਤੀਏ 9, 33 ਤੀਆ 99, ਯਾਨੀ ਕਿ ਆਨਸਰ ਸਾਡਾ ਕਿੰਨਾ ਆ ਗਿਆ 33 ਬਰਾਬਰ ਮੱਧਿਕਾ ਜਾਂ ਮੀਡੀਅਨ ਬਰਾਬਰ 33। ਇਹ ਸਾਡਾ ਕੁਐਸਚਨ ਨੰਬਰ 6 ਸੀਗਾ। ਆਹ ਰਿਲੇਸ਼ਨ ਵਾਲਾ ਫਾਰਮੂਲਾ ਤੁਹਾਨੂੰ ਦੱਸਿਆ ਸੀ, ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲਿਓ। ਇਹਦੇ ਤੋਂ ਤੁਸੀਂ ਇਹਨੂੰ ਜਿੰਨਾ ਮਰਜ਼ੀ ਚੇਂਜ ਕਰਦੇ ਰਹੋ, ਚਾਹੇ ਮੈਂ ਦੱਸਿਆ ਸੀ ਜਿਸ ਤਰ੍ਹਾਂ ਵੀ ਮਾਈਨਸ 2 ਮੀਨ ਵਾ ਉਹਨੂੰ ਦੂਜੇ ਪਾਸੇ ਲੈ ਜਾਓ, ਇਕੱਲਾ ਮੀਡੀਅਨ ਰਹਿਣ ਦਿਓ, ਅਤੇ ਜਾਂ ਤੁਸੀਂ ਇਸੇ ਤਰ੍ਹਾਂ ਫਾਰਮੂਲਾ ਜਿਸ ਤਰ੍ਹਾਂ ਵੀ ਤੁਸੀਂ ਲਿਖ ਕੇ ਕਰ ਸਕਦੇ ਹੋ। ਬਸ ਇਹ ਚੀਜ਼ ਤੁਸੀਂ ਆਪਣੇ ਮਨ 'ਚ ਬਿਠਾ ਲੈਣੀ ਹੈ, ਯਾਦ ਕਰ ਲਿਓ ਉਹਨੂੰ ਚੰਗੀ ਤਰ੍ਹਾਂ। ਇਹ ਇਹਦਾ ਆਨਸਰ ਆ ਗਿਆ 33। ਚਲੋ ਦੇਖਦੇ ਹਾਂ ਨੈਕਸਟ ਕੁਐਸਚਨ। ਆਹ ਦੇਖੋ ਬੱਚੋ, ਜਿਹੜਾ 7ਵਾਂ ਕੁਐਸਚਨ ਆ ਉਹਦੇ 'ਚ ਕੀ ਆ ਕਿ ਪਹਿਲੀਆਂ 5 ਜਿਸਤ ਸੰਖਿਆਵਾਂ ਦਾ ਮੱਧਮਾਨ ਪਤਾ ਕਰੋ। ਜਿਸ ਤਰ੍ਹਾਂ ਅਸੀਂ ਪਹਿਲਾਂ ਕੁਐਸਚਨ ਕੀਤਾ ਸੀਗਾ ਕਿ ਪਹਿਲੀਆਂ 5 ਪ੍ਰਾਕ੍ਰਿਤਿਕ ਸੰਖਿਆਵਾਂ ਸੀ, ਹੁਣ ਜਿਸਤ ਸੰਖਿਆਵਾਂ ਆ ਗਈਆਂ। ਸਾਨੂੰ ਇਹਨਾਂ ਸੰਖਿਆਵਾਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਜਿਸਤ ਕਿਹੜੀਆਂ ਹੁੰਦੀਆਂ, ਟਾਂਕ ਕਿਹੜੀਆਂ ਹੁੰਦੀਆਂ, ਅਭਾਜ ਕਿਹੜੀਆਂ ਨੇ। ਅਤੇ ਚਲੋ ਇਹਦਾ ਸੋਲੂਸ਼ਨ ਦੇਖਦੇ ਹਾਂ। ਬਿਲਕੁਲ ਪਹਿਲੇ ਕੁਐਸਚਨ ਵਰਗਾ, ਉਹਦੇ 'ਚ ਪ੍ਰਾਕ੍ਰਿਤਿਕ ਸੰਖਿਆਵਾਂ ਲਈਆਂ ਸੀ ਪਹਿਲੀਆਂ 5, ਇਹਦੇ 'ਚ ਪਹਿਲੀਆਂ 5 ਜਿਸਤ ਸੰਖਿਆਵਾਂ ਆ ਗਈਆਂ ਨੇ। ਚਲੋ ਦੇਖਦੇ ਹਾਂ ਇਹਦਾ ਸੋਲੂਸ਼ਨ। ਆਹ ਦੇਖੋ ਬੱਚਿਓ, ਪਹਿਲੀਆਂ 5 ਜਿਸਤ ਸੰਖਿਆਵਾਂ ਅਸੀਂ ਲਿਖ ਲਾਂਗੇ। ਸਭ ਤੋਂ ਪਹਿਲਾਂ ਉਹ ਕਿਹੜੀ ਹੁੰਦੀ, ਜਿਸਤ ਸੰਖਿਆ 2 4 6 8 ਅਤੇ 10। ਹੁਣ ਅਸੀਂ ਕੱਢਣਾ ਕੀ ਹੈ ਇਹਨਾਂ ਦਾ ਮੱਧਮਾਨ ਯਾਨੀ ਕਿ ਮੀਨ। ਅਸੀਂ ਮੀਨ ਕੱਢਣਾ ਹੈ, ਮੱਧਮਾਨ ਲਿਖ ਲਾਂਗੇ ਇੱਧਰ। ਮੱਧਮਾਨ ਇੰਗਲਿਸ਼ ਮੀਡੀਅਮ ਵਾਲੇ ਬੱਚੇ ਮੀਨ ਲਿਖ ਲਓ, ਜਾਂ ਤੁਸੀਂ ਸਾਰੇ ਹੀ ਐਕਸ ਬਾਰ ਇਕੱਲਾ ਵੀ ਲਿਖ ਸਕਦੇ ਹੋ। ਇਹ ਲਿਖ ਕੇ ਅਤੇ ਇਹਨਾਂ ਸਾਰੀਆਂ ਸੰਖਿਆਵਾਂ ਦਾ ਜੋੜ 2 ਜਮਾ 4 ਜਮਾ 6 ਜਮਾ 8 ਜਮਾ 10, ਔਰ ਇਹ ਕਿੰਨੀਆਂ ਸੰਖਿਆਵਾਂ ਅਸੀਂ ਲਈਆਂ ਨੇ 5, ਅਤੇ ਇਹਨੂੰ 5 ਨਾਲ ਭਾਗ ਕਰ ਦਾਂਗੇ। ਆਹ ਦੇਖੋ ਇਹਨਾਂ ਦਾ ਜੋੜ 10 ਅਤੇ 8 18, 6 24 4 28 ਅਤੇ 2 30, ਕਿੰਨਾ ਆ ਗਿਆ 30 ਬਟਾ 5। 5 ਦੇ ਪਹਾੜੇ ਨਾਲ ਕੱਟਿਆ ਜਾਏਗਾ, 5 × 5 ਅਤੇ 5 6 30, ਅਤੇ ਕਿੰਨਾ ਆ ਗਿਆ ਇਹਦਾ ਮੱਧਮਾਨ
6। ਇਹ ਸਾਡਾ ਇਸ ਕੁਐਸਚਨ ਦਾ ਆਨਸਰ ਆ 7ਵੇਂ ਦਾ। ਪਹਿਲੀਆਂ 5 ਜਿਸਤ ਸੰਖਿਆਵਾਂ ਦਾ ਮੱਧਮਾਨ ਜਿਹੜਾ ਉਹ ਕਿੰਨਾ ਹੋਏਗਾ 6। ਚਲੋ ਦੇਖਦੇ ਹਾਂ ਨੈਕਸਟ ਕੁਐਸਚਨ। ਆ ਦੇਖੋ ਬੱਚਿਓ, ਜਿਹੜਾ 8ਵਾਂ ਕੁਐਸਚਨ ਆ ਉਹਦੇ 'ਚ ਕੀ ਪੁੱਛਿਆ ਕਿ ਬਹੁਲਕ ਪਤਾ ਕਰੋ, ਫਾਈਂਡ ਮੋਡ। ਹੁਣ ਇਹਦੇ 'ਚ ਸਾਨੂੰ ਆਹ ਰਕਮ ਦਿੱਤੀ ਹੋਈ ਆ 2 3 4 3 5 6 3। ਹੁਣ ਇਹਦੇ 'ਚ ਮੈਂ ਤੁਹਾਨੂੰ ਸਿੱਧਾ ਦੱਸ ਦਿੰਦਾ ਪਹਿਲਾਂ ਕਿ ਜਿਹੜਾ ਨੰਬਰ ਬਾਰ-ਬਾਰ ਆਉਂਦਾ ਜੇ ਉਹੀ ਉਹਦਾ ਬਹੁਲਕ ਹੁੰਦਾ ਜੇ। ਔਰ ਸਭ ਤੋਂ ਪਹਿਲਾਂ ਕੀ ਕਰਨਾ, ਅਸੀਂ ਦਿੱਤੀਆਂ ਹੋਈਆਂ ਜਿਹੜੀਆਂ ਸੰਖਿਆਵਾਂ ਨੇ ਜਾਂ ਨੰਬਰ ਨੇ ਇਹਨਾਂ ਨੂੰ ਅਸੀਂ ਚੜ੍ਹਦੇ ਕ੍ਰਮ 'ਚ ਲਿਖ ਲੈਣਾ। ਪਹਿਲਾਂ ਅਸੀਂ ਕੀ ਲਿਖਾਂਗੇ, ਅੰਕੜਿਆਂ ਨੂੰ ਚੜ੍ਹਦੇ ਕ੍ਰਮ ਵਿੱਚ ਲਿਖੋ। ਹੁਣ ਇਹਨਾਂ ਨੂੰ ਜਦੋਂ ਚੜ੍ਹਦੇ ਕ੍ਰਮ ਦੇ ਵਿੱਚ ਲਿਖਣਾ ਤਾਂ ਪਹਿਲਾਂ ਕੀ ਆਏਗਾ, ਸਭ ਤੋਂ ਛੋਟਾ ਨੰਬਰ 2, ਉਸ ਤੋਂ ਬਾਅਦ 3। ਹੁਣ 3 ਦੇਖਣਾ ਜਿੰਨੀ ਵਾਰੀ ਆਇਆ ਉਨੀ ਵਾਰੀ ਲਿਖਣਾ, 1 2 3। ਇਹ 3 ਵਾਰੀ ਲਿਖ ਲਿਆ। ਉਸ ਤੋਂ ਬਾਅਦ 4 ਇੱਕੋ ਵਾਰੀ ਆ, ਫਿਰ 5 ਉਹ ਵੀ ਇੱਕ ਵਾਰੀ ਆ, ਅਤੇ ਫਿਰ 6 ਉਹ ਵੀ ਇੱਕ ਵਾਰੀ ਆ। ਕੁੱਲ ਕਿੰਨੇ ਨੰਬਰ ਸੀ, 1 2 3 4 5 6 7। ਅਸੀਂ ਇੱਧਰ ਵੀ ਗਿਣਤੀ ਕਰ ਲਾਂਗੇ, 1 2 3 4 5 6 7, ਯਾਨੀ ਕਿ ਸਾਰੇ ਲਿਖ ਲਏ। ਹੁਣ ਇਹ 'ਚੋਂ ਸਭ ਤੋਂ ਵੱਧ ਵਾਰ ਕੀ ਆ ਰਿਹਾ, 3। ਇਹ ਸਭ ਤੋਂ ਵੱਧ ਗਿਣਤੀ ਇਹਨਾਂ ਦੀ 3 ਦੀ 3 ਵਾਰੀ ਆਇਆ ਵਾ, ਅਤੇ ਇਸ ਲਈ ਜਿਹੜਾ ਇਹਦਾ ਬਹੁਲਕ ਹੋਏਗਾ, ਬਹੁਲਕ ਯਾਨੀ ਕਿ ਮੋਡ, ਇਹਨੂੰ ਮੋਡ ਜਾਂ ਜ਼ੈਡ ਵੀ ਲਿਖ ਸਕਦੇ ਹਾਂ। ਮੋਡ ਬਰਾਬਰ ਕਿੰਨਾ ਆ ਗਿਆ, 3। ਜਿਹੜਾ ਨੰਬਰ ਸਭ ਤੋਂ ਵੱਧ ਵਾਰੀ ਹੁੰਦਾ ਵਾ ਉਹੀ ਇਹਦਾ ਆਨਸਰ। ਜੇ 2 ਸਭ ਤੋਂ ਵੱਧ ਵਾਰੀ ਹੁੰਦਾ ਇਹਦਾ ਬਹੁਲਕ ਜਿਹੜਾ ਵਾ ਉਹ 2 ਹੋਣਾ ਸੀ। ਜੇ 4 ਹੁੰਦਾ, 4 ਭਾਵੇਂ 5 ਵਾਰੀ ਦਿੱਤਾ ਹੁੰਦਾ, ਆਨਸਰ ਉਹਦਾ 4 ਹੀ ਆਉਣਾ ਸੀਗਾ। ਬਹੁਲਕ 4 ਆ। ਸਿਰਫ ਅਸੀਂ ਗਿਣਤੀ ਦੇਖਣੀ ਆ ਸਭ ਤੋਂ ਵੱਧ ਕਿਹੜੇ ਨੰਬਰ ਦੀ ਆ, ਉਹੋ ਹੀ ਨੰਬਰ ਉਹਦਾ ਆਨਸਰ ਹੋਏਗਾ। ਉਹ ਕਿੰਨੀ ਵਾਰੀ ਆਇਆ ਵਾ ਉਹ ਨਹੀਂ ਮਾਇਨੇ ਰੱਖਦਾ, ਸਭ ਤੋਂ ਵੱਧ ਵਾਰੀ ਆਇਆ ਜਿਹੜਾ ਸਿਰਫ ਉਹ ਦੇਖਣਾ ਅਤੇ ਉਹੀ ਉਹਦਾ ਆਨਸਰ ਹੁੰਦਾ ਜੇ ਬਹੁਲਕ। ਇਹ ਆ ਗਿਆ 3। ਹੁਣ ਇਹਦਾ ਸੈਕਿੰਡ ਪਾਰਟ ਦੇਖਦੇ ਹਾਂ। ਦੇਖੋ ਜਿਹੜਾ ਦੂਸਰਾ ਪਾਰਟ ਇਹਦਾ ਆ ਦਿੱਤਾ ਹੋਇਆ ਵਾ, ਇਹ 'ਚ ਵਰਗ ਅੰਤਰਾਲ ਦਿੱਤੇ ਨੇ, ਕਲਾਸ ਇੰਟਰਵਲਸ 1 ਤੋਂ 3 3 ਤੋਂ 5 5 ਤੋਂ 7 7 ਤੋਂ 9 ਤੇ 9 ਤੋਂ 11। ਇਹਨਾਂ ਦੀ ਫ੍ਰੀਕੁਐਂਸੀ ਬਾਰੰਬਾਰਤਾ ਦਿੱਤੀ ਹੋਈ ਆ 7 8 2 2 1। ਹੁਣ ਇਸ ਸਵਾਲ ਵਿੱਚ ਜਿਹਦੇ ਵਿੱਚ ਵਰਗ ਅੰਤਰਾਲ ਵਾਲਾ ਕੁਐਸਚਨ ਆ ਜਾਂਦਾ, ਇਹਨੂੰ ਅਸੀਂ ਬਹੁਲਕ ਦਾ ਫਾਰਮੂਲਾ ਲਗਾ ਕੇ ਸੋਲਵ ਕਰਾਂਗੇ, ਜਿਹੜਾ ਅਸੀਂ ਉੱਪਰ 5ਵੇਂ ਕੁਐਸਚਨ 'ਚ ਫਾਰਮੂਲਾ ਕੀਤਾ ਸੀਗਾ। ਚਲੋ ਦੇਖਦੇ ਹਾਂ ਇਸ ਕੁਐਸਚਨ ਦਾ ਸੋਲੂਸ਼ਨ। ਆਹ ਦੇਖੋ ਬੱਚਿਓ, ਜਿਹੜਾ 8ਵਾਂ ਕੁਐਸਚਨ ਵਾ ਮੈਂ ਉਹਦੇ ਵਰਗ ਅੰਤਰਾਲ ਲਿਖ ਲਏ। ਵਰਗ ਅੰਤਰਾਲ ਸਾਰੇ ਲਿਖ ਕੇ ਅਤੇ ਉਹਦੀ ਜਿਹੜੀ ਫ੍ਰੀਕੁਐਂਸੀ ਯਾਨੀ ਬਾਰੰਬਾਰਤਾ ਸੀ ਉਹ ਲਿਖ। ਮੈਂ ਇੱਥੇ ਟੇਬਲ ਬਣਾ ਲਿਆ ਜੋ ਤੁਹਾਡੀ ਵਰਕਸ਼ੀਟ ਵਿੱਚ ਦਿੱਤਾ ਸੀਗਾ। ਅਸੀਂ ਇਹਨਾਂ ਸਵਾਲਾਂ ਨੂੰ ਸੋਲਵ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਕ ਸਾਈਡ 'ਤੇ ਅਸੀਂ ਫਾਰਮੂਲਾ ਲਿਖਾਂਗੇ। ਫਿਰ ਉਸ ਫਾਰਮੂਲੇ ਵਿੱਚ ਕੀ ਚਾਹੀਦਾ ਸਾਨੂੰ, ਅਸੀਂ ਉਹਦੇ ਹਿਸਾਬ ਨਾਲ ਫਿਰ ਦੇਖਾਂਗੇ ਕਿ ਟੇਬਲ ਜਿਹੜਾ ਵਾ ਉਹਦੇ 'ਚ ਕਿਹੜੀ ਵੈਲਿਊ ਕਿੱਥੇ ਆਉਂਦੀ ਆ। ਹੁਣ ਜਿਹੜਾ ਬਹੁਲਕ ਦਾ ਫਾਰਮੂਲਾ ਵਾ, ਸਭ ਤੋਂ ਪਹਿਲਾਂ ਅਸੀਂ ਉਹ ਲਿਖ ਲਾਂਗੇ ਕਿ ਬਹੁਲਕ ਦਾ ਫਾਰਮੂਲਾ ਕੀ ਹੁੰਦਾ, L + F1 - F0 ਬਟਾ 2F1 - F0 ਅਤੇ -F2। ਇਹ ਸਾਰਾ ਕੁਛ ਬਰੈਕਟ ਦੇ ਵਿੱਚ ਆਏਗਾ ਅਤੇ ਨਾਲ ਇਹਦੇ ਮਲਟੀਪਲਾਈ H। ਹੁਣ ਅਸੀਂ ਦੇਖਣਾ ਵਾ ਕਿ ਇਹਦੇ 'ਚ L ਕੀ ਆ, F1 ਕੀ ਆ, F0 ਕੀ ਆ ਅਤੇ F2 ਕੀ ਅਤੇ H ਕੀ ਆ। ਸਭ ਤੋਂ ਪਹਿਲਾਂ ਤਾਂ ਦੇਖੀਏ, ਜਦੋਂ ਬਹੁਲਕ ਦਾ ਕੁਐਸਚਨ ਕਰਨਾ ਵਾ, ਜਿਹੜੀ ਬਾਰੰਬਾਰਤਾ ਦਿੱਤੀ ਹੋਈ ਆ, ਸਭ ਤੋਂ ਵੱਡੀ ਜਿਹੜੀ ਫ੍ਰੀਕੁਐਂਸੀ ਆ ਉਹ ਦੇਖਣੀ ਕਿਹੜੀ ਆ। ਆ ਦੇਖੋ 7 8 2 2 ਅਤੇ ਆ 1 ਵਾ, ਇਹਨਾਂ ਸਾਰਿਆਂ 'ਚੋਂ ਵੱਡੀ ਕਿਹੜੀ ਆ, 8। ਜਿਹੜੀ ਸਭ ਤੋਂ ਵੱਡੀ ਫ੍ਰੀਕੁਐਂਸੀ ਆ, ਸਭ ਤੋਂ ਪਹਿਲੇ ਨੰਬਰ 'ਤੇ ਆਈ ਆ, ਇਹਨੂੰ ਅਸੀਂ ਫ੍ਰੀਕੁਐਂਸੀ ਨੰਬਰ 1 ਬੋਲਦੇ ਜੇ, F1। ਇਹਦੇ ਤੋਂ ਪਿੱਛੇ ਵਾਲੀ ਜਿਹੜੀ ਫ੍ਰੀਕੁਐਂਸੀ ਆ ਉਹ ਕਿੰਨੀ ਆ, 7। ਇਹਨੂੰ ਅਸੀਂ ਕਹਿੰਦੇ F0। F0 ਦੀ ਵੈਲਿਊ ਆ ਗਈ। ਹੁਣ ਇੱਕ F2 ਜਿਹੜੀ ਇਸ ਤੋਂ ਅਗਲੀ ਫ੍ਰੀਕੁਐਂਸੀ ਆ 2, ਉਹਨੂੰ ਅਸੀਂ ਕੀ ਬੋਲਦੇ ਹਾਂ, F2। ਯਾਨੀ ਕਿ ਇੱਧਰ ਵਾਲੀ 0 ਹੋਏਗੀ ਜਿਹੜੀ ਸਭ ਤੋਂ ਵੱਡੀ ਆ, ਉਹ 1, ਉਹ ਤੋਂ ਪਿੱਛੇ ਵਾਲੀ 0 ਅਤੇ ਉਸ ਤੋਂ ਅਗਲੀ ਜਿਹੜੀ ਆ ਉਹ ਫ੍ਰੀਕੁਐਂਸੀ ਨੰਬਰ 2। ਇੱਥੇ ਮੁੱਲ ਕੋਈ ਵੀ ਹੋ ਸਕਦਾ ਲੇਕਿਨ ਇਹ ਤੋਂ ਛੋਟਾ ਹੋਏਗਾ। ਹੁਣ ਦੇਖੋ, ਜਿੱਥੇ ਫ੍ਰੀਕੁਐਂਸੀ ਸਾਡੇ ਕੋਲ ਪਹਿਲੀ ਵਾਲੀ ਆਈ ਸਭ ਤੋਂ ਵੱਡੀ, ਇਹ ਧਿਆਨ ਰੱਖਣਾ ਜੇ, ਜਿੱਥੇ ਫ੍ਰੀਕੁਐਂਸੀ ਸਭ ਤੋਂ ਵੱਡੀ ਹੋਈ ਆ
ਜਿੱਥੇ ਫ੍ਰੀਕੁਐਂਸੀ ਸਭ ਤੋਂ ਵੱਡੀ ਆਈ ਆ ਉਹਦੇ ਵਿੱਚ ਜਿਹੜਾ ਵਰਗ ਅੰਤਰਾਲ ਬਣਿਆ ਆਹ ਵਾਲਾ 3 ਤੋਂ 5, ਇਹਦੇ ਵਿੱਚ ਜਿਹੜੀ ਸਭ ਤੋਂ ਹੇਠਲੀ ਸੀਮਾ ਵਾ ਉਹ ਕਿੰਨੀ ਆ 3। ਜਿਹੜਾ L ਵਾ ਉਹ ਆਹ ਵੈਲਿਊ ਹੋਏਗੀ L 3। ਹੁਣ ਸਾਡੇ ਕੋਲ ਸਭ ਕੁਝ ਆ ਗਿਆ, ਇੱਕ ਰਹਿ ਗਿਆ H। H ਦਾ ਮਤਲਬ ਹੁੰਦਾ ਵੀ ਜਿਹੜਾ ਸਾਨੂੰ ਵਰਗ ਅੰਤਰਾਲ ਦਿੱਤਾ ਵਾ ਦੋਨਾਂ ਦੀ ਮਾਈਨਸ, ਯਾਨੀ 3 - 1 2, 5 - 3 2, ਯਾਨੀ ਕਿ ਜਿਹੜਾ H ਵਾ ਉਹ ਕਿੰਨਾ ਹੋਏਗਾ 2। ਹੁਣ ਇੱਥੇ ਅਸੀਂ ਲਿਖ ਲੈਂਦੇ ਹਾਂ ਪਹਿਲਾਂ ਸਭ ਕੁਝ। L ਕਿੰਨਾ ਆਇਆ ਸਾਡੇ ਕੋਲ 3। ਜਿਹੜਾ F1 ਵਾ ਉਹ ਸਾਡੇ ਕੋਲ ਕਿੰਨਾ ਆਇਆ ਸਭ ਤੋਂ ਵੱਡੀ ਫ੍ਰੀਕੁਐਂਸੀ ਵਾਲਾ 8। ਜਿਹੜਾ F0 F1 ਤੋਂ ਪਿਛਲੀ ਰਕਮ 7। ਫਿਰ ਜਿਹੜਾ F2 ਆ ਉਹ ਕਿੰਨਾ ਆਇਆ ਵੱਡੀ ਫ੍ਰੀਕੁਐਂਸੀ ਤੋਂ ਬਾਅਦ ਵਾਲਾ 2। ਅਤੇ ਇੱਕ ਰਹਿ ਗਿਆ ਸਾਡੇ ਕੋਲ H ਹੁੰਦਾ ਜੇ ਦੋਨਾਂ ਜਿਹੜੇ ਵਰਗ ਅੰਤਰਾਲ ਦਿੱਤੇ ਆ ਉਹਨਾਂ ਦੀ ਮਾਈਨਸ ਕਰ ਦਿਓ, ਕਿਸੇ ਵੀ ਇੱਕ ਦੀ ਕਰ ਸਕਦੇ ਹੋ। 9 - 7 5 - 3 ਸਾਰਿਆਂ ਦਾ ਆਨਸਰ ਸੇਮ ਹੀ ਆਏਗਾ, ਉਹ ਆ ਗਿਆ 2। ਹੁਣ ਆਹ ਸਾਰੇ ਮੁੱਲ ਅਸੀਂ ਆਹ ਵਾਲੇ ਫਾਰਮੂਲੇ 'ਚ ਭਰਾਂਗੇ ਅਤੇ ਸਾਡੇ ਕੋਲ ਆਨਸਰ ਆ ਜਾਏਗਾ। ਆ ਦੇਖਦੇ ਹੋ ਇਹਦਾ ਸੋਲੂਸ਼ਨ ਦੇਖੋ। L ਕਿੰਨਾ 3, ਸਭ ਤੋਂ ਪਹਿਲੇ ਨੰਬਰ 'ਤੇ ਸਾਡੇ ਕੋਲ L ਵਾ 3। ਉਸ ਤੋਂ ਬਾਅਦ F1 ਕਿੰਨਾ 8 ਅਤੇ F0 ਕਿੰਨਾ 7। ਥੱਲੇ 2 F1 ਸਾਡੇ ਕੋਲ 8 ਵਾ, ਮਾਈਨਸ F0 7 ਅਤੇ F2 2। ਇਹ ਸਾਰਾ ਲਿਖ ਲਿਆ ਅਤੇ ਗੁਣਾ H, ਜਿਹੜਾ H ਵਾ ਸਾਡੇ ਕੋਲ ਕਿੰਨਾ ਆਇਆ 2। ਇਹ ਸਾਰੇ ਮੁੱਲ ਅਸੀਂ ਭਰ ਲਏ, ਇਹਨੂੰ ਅਸੀਂ ਸੋਲਵ ਕਰ ਲਾਂਗੇ ਅਤੇ ਸਾਡੇ ਕੋਲ ਬਹੁਲਕ ਆ ਜਾਏਗਾ। ਆ ਦੇਖੋ 3 ਜਮ੍ਹਾਂ 8 ਚੋਂ 7 ਗਏ 1, 2 8 16, -7 ਅਤੇ -2 -9 ਅਤੇ ਗੁਣਾ 2। ਹੁਣ ਆ ਦੇਖੋ ਇੱਥੇ ਆ ਗਿਆ 3 ਜਮ੍ਹਾਂ 1/16 ਚੋਂ 9 ਗਏ ਅਤੇ 7 ਅਤੇ ਗੁਣਾ 2, ਯਾਨੀ ਕਿ ਇਹਨੂੰ ਅਸੀਂ ਕੀ ਲਿਖ ਸਕਦੇ ਹਾਂ 3 ਜਮ੍ਹਾਂ 2/7। ਹੁਣ ਜਦੋਂ 2 ਨੂੰ 7 ਨਾਲ ਭਾਗ ਕਰੀਏ ਤਾਂ ਸਾਡੇ ਕੋਲ ਕੀ ਵੈਲਿਊ ਆਉਂਦੀ ਆ 0. ਇਹ ਪਹਿਲਾਂ 2 'ਤੇ ਜਾਏਗਾ, 7 ਦੂਣੀ 14, 6 ਬਚਿਆ 60, 7 8 56 ਅਤੇ ਫਿਰ ਕਿੰਨਾ ਬਚਿਆ ਜਦੋਂ 56 40 ਅਤੇ 7 5 35, ਯਾਨੀ ਕਿ ਆਹ ਸਾਡੇ ਕੋਲ ਆਏਗਾ। ਅਸੀਂ ਇਹਨੂੰ ਅਪਰੋਕਸੀਮੇਟ ਕਰ ਲੈਂਦੇ ਹਾਂ, ਇਹਨੂੰ ਅਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ 3 ਜਮ੍ਹਾਂ 0.29। ਇਹਨਾਂ ਨੂੰ ਆਪਸ ਵਿੱਚ ਜੋੜਾਂਗੇ ਅਤੇ ਕੀ ਆ ਜਾਏਗਾ 3.29, ਯਾਨੀ ਕਿ ਜਿਹੜਾ ਸਾਡੇ ਕੋਲ ਬਹੁਲਕ ਆਇਆ ਉਹ ਸਾਡੇ ਕੋਲ ਕਿੰਨਾ ਆ ਗਿਆ 3.29। ਇਹ ਸਾਡੇ ਇਸ ਕੁਐਸਚਨ ਦਾ ਆਨਸਰ ਸੀਗਾ, ਬਹੁਲਕ ਵਾਲਾ ਕੁਐਸਚਨ। ਆ ਦੇਖ ਲਓ, ਅਸੀਂ ਫਾਰਮੂਲਾ ਲਿਖ ਲੈਣਾ, ਟੇਬਲ ਸਾਡੇ ਕੋਲ ਬਣਾ ਕੇ ਆਪਣੇ ਕੋਲ ਰੱਖਣਾ ਟੇਬਲ। ਉਸ ਤੋਂ ਬਾਅਦ ਫਾਰਮੂਲਾ ਲਿਖਣਾ, ਫਾਰਮੂਲਾ ਲਿਖ ਕੇ ਸਾਰੀਆਂ ਟਰਮਾਂ ਜਿਹੜੀਆਂ ਨੇ ਉਹ ਲਿਖ ਲੈਣੀਆਂ, ਫਿਰ ਉਹਨਾਂ ਨੂੰ ਫਾਰਮੂਲੇ 'ਚ ਲਿਖੋ, ਸੋਲਵ ਕਰ ਦਿਓ। ਬਿਲਕੁਲ ਈਜ਼ੀ ਕੁਐਸਚਨ। ਇਹ ਸੀਗਾ ਕੁਐਸਚਨ ਨੰਬਰ 8 ਦਾ ਐੜਾ ਭਾਗ, ਜਿਹਦੇ 'ਚ ਅਸੀਂ ਬਹੁਲਕ ਪੈਦਾ ਕੀਤਾ ਵਾ। ਚਲੋ ਦੇਖਦੇ ਹਾਂ ਕਿ ਕੁਐਸਚਨ ਨੰਬਰ 9। ਆ ਦੇਖੋ ਬੱਚਿਓ, ਜਿਹੜਾ 9ਵਾਂ ਕੁਐਸਚਨ ਉਹਦੇ 'ਚ ਕੀ ਆ, ਮੱਧ ਮਾਨ ਪਤਾ ਕਰੋ, ਫਾਈਂਡ ਮੀਨ। ਇਹ ਸਾਨੂੰ ਵਰਗ ਅੰਤਰਾਲ ਕਲਾਸ ਇੰਟਰਵਲ ਦਿੱਤੇ ਹੋਏ ਨੇ ਅਤੇ ਉਸ ਤੋਂ ਬਾਅਦ ਸਾਨੂੰ ਇਹਦੀ ਫ੍ਰੀਕੁਐਂਸੀ ਦਿੱਤੀ ਆ, ਬਾਰੰਬਾਰਤਾ ਦਿੱਤੀ ਹੋਈ ਆ, ਅਤੇ ਅਸੀਂ ਇਹਨਾਂ ਨੂੰ ਲਿਖ ਕੇ ਅਤੇ ਇਹਦੇ ਤੋਂ ਅਸੀਂ ਮੀਨ ਯਾਨੀ ਕਿ ਮੱਧ ਮਾਨ ਪਤਾ ਕਰਾਂਗੇ। ਚਲੋ ਦੇਖਦੇ ਹਾਂ ਆਹ ਵਾਲਾ ਕੁਐਸਚਨ ਜਿਹੜਾ ਇਹਦਾ ਹੱਲ ਕੀ ਹੋਏਗਾ, ਇਹਦਾ ਸੋਲੂਸ਼ਨ ਦੇਖਦੇ ਹਾਂ। ਆ ਦੇਖੋ ਬੱਚਿਓ, ਜਿਹੜਾ ਇਹ ਕੁਐਸਚਨ ਸਾਡਾ 9ਵਾਂ ਵਾ ਉਹਦਾ ਮੈਂ ਇੱਥੇ ਟੇਬਲ ਬਣਾ ਲਿਆ। ਪਹਿਲਾਂ ਵਰਗ ਅੰਤਰਾਲ ਜਿਹੜੇ ਦਿੱਤੇ ਨੇ ਕਲਾਸ ਇੰਟਰਵਲਸ ਲਿਖ ਲਏ ਨੇ। ਉਸ ਤੋਂ ਬਾਅਦ ਮੈਂ ਇਹਨਾਂ ਦੀ ਫ੍ਰੀਕੁਐਂਸੀ ਲਿਖ ਲਈ ਆ। ਫ੍ਰੀਕੁਐਂਸੀ ਨੂੰ ਅਸੀਂ FI ਨਾਲ ਵੀ ਡਿਨੋਟ ਕਰਦੇ ਹਾਂ, ਅਸੀਂ ਉਹਦੇ ਨਾਲ ਵੀ ਲਿਖ ਸਕਦੇ ਹਾਂ, FI ਵੀ ਲਿਖ ਸਕਦੇ ਹਾਂ ਇਹਨੂੰ, ਜਾਂ F ਵੀ। ਹੁਣ ਦੇਖੋ, ਜਦੋਂ ਸਾਨੂੰ ਇਸ ਕੁਐਸਚਨ ਦੇ ਵਿੱਚ ਉਹਨਾਂ ਨੇ ਮੀਨ ਯਾਨੀ ਕਿ ਮੱਧ ਮਾਨ ਪਤਾ ਕਰਨ ਲਈ ਕਿਹਾ, ਅਸੀਂ ਸਭ ਤੋਂ ਪਹਿਲਾਂ ਤਾਂ ਉਹਦਾ ਫਾਰਮੂਲਾ ਲਿਖ ਲਾਂਗੇ। ਫਾਰਮੂਲਾ ਉਹਦਾ ਕੀ ਆ X ਬਾਰ ਦਾ। ਆ ਦੇਖੋ, X ਬਾਰ ਯਾਨੀ ਕਿ ਮੀਨ ਜਾਂ ਮੱਧ ਮਾਨ ਦਾ ਫਾਰਮੂਲਾ ਕੀ ਆ, ਸਮੇਸ਼ਨ FI ਨਾਲ XI ਬਟਾ ਸਮੇਸ਼ਨ ਜਿਹੜਾ ਵਾ ਉਹ FI ਦਾ ਆਏਗਾ। ਸਮੇਸ਼ਨ ਦਾ ਮਤਲਬ ਤੁਹਾਨੂੰ ਪਤਾ ਹੀ ਹੈ, ਜੋੜ, ਸਮ ਕਰਨਾ, ਅਤੇ ਇਹਦੇ 'ਚ FI ਅਤੇ XI ਦਾ ਜੋੜ ਕਰਾਂਗੇ, ਜਿਹੜੀ ਇਹ ਟਰਮ ਬਣੇਗੀ, ਅਤੇ ਉਸ ਤੋਂ ਬਾਅਦ FI। ਹੁਣ FI ਵਾਲਾ ਖਾਨਾ ਤਾਂ ਸਾਡੇ ਕੋਲ ਫ੍ਰੀਕੁਐਂਸੀ ਵਾਲਾ ਇਹੀ ਆ,
ਇਹ ਸਾਰੇ ਖਾਨੇ ਦੇ ਜਿੰਨੇ ਵੀ ਸਾਨੂੰ ਡਾਟਾ ਦਿੱਤਾ ਹੋਇਆ ਵਾ, ਅਸੀਂ ਇਸ ਡਾਟੇ ਦਾ ਜੋੜ ਕਰ ਲਾਂਗੇ ਇੱਥੇ। ਇਸ ਜਿਹੜਾ ਸਾਡਾ ਸਮੇਸ਼ਨ ਐਫ ਆਈ ਆ ਜਾਏਗਾ, ਅਤੇ ਬਾਕੀ ਅਸੀਂ ਸਾਡੇ ਕੋਲ ਐਕਸ ਆਈ ਨਹੀਂ ਹੈਗਾ। ਹੁਣ ਸਭ ਤੋਂ ਪਹਿਲਾਂ ਅਸੀਂ ਐਕਸ ਆਈ ਕੱਢਾਂਗੇ। ਜਿਹੜਾ ਐਕਸ ਵਾ ਉਹ ਅਸੀਂ ਕਿੱਥੋਂ ਫਾਈਂਡ ਕਰਨਾ ਵਾ? ਜਿਹੜਾ ਸਾਡੇ ਕੋਲ ਇਹ ਕਲਾਸ ਇੰਟਰਵਲ ਦਿੱਤੇ ਨੇ, ਇਹਨਾਂ ਦੋਨਾਂ ਨੂੰ ਜੋੜ ਕੇ ਅਤੇ 2 ਨਾਲ ਡਿਵਾਈਡ ਕਰ ਦਾਂਗੇ, ਅਤੇ ਜਿੰਨਾ ਆਏਗਾ ਉਹਨੂੰ ਅਸੀਂ ਇੱਥੇ ਲਿਖੀ ਜਾਵਾਂਗੇ। ਚਲੋ ਦੇਖਦੇ ਹਾਂ। ਇਹਦੇ ਪਹਿਲਾਂ 2 ਕਾਲਮ ਬਣਨਗੇ। ਜਿਹੜਾ ਐਕਸ ਆਈ ਵਾਲਾ ਕਾਲਮ ਆ ਉਹਨੂੰ ਅਸੀਂ ਵਰਗ ਚਿੰਨ੍ਹ ਜਾਂ ਕਲਾਸ ਮਾਰਕਸ ਵੀ ਬੋਲਦੇ ਹਾਂ। ਇੱਥੇ ਐਕਸ ਆਈ ਲਿਖ ਲਾਂਗੇ, ਅਤੇ ਉਸ ਤੋਂ ਬਾਅਦ ਇਹਦੀ ਅਤੇ ਇਹਨਾਂ ਦੋਨਾਂ ਦੀ ਗੁਣਾ ਕਰਾਂਗੇ। ਚਲੋ ਦੇਖਦੇ ਹਾਂ ਕਿਸ ਤਰ੍ਹਾਂ ਬਣੇਗਾ। ਆਹ ਦੇਖੋ, ਅਸੀਂ ਇਹਦੇ ਵਾਸਤੇ ਪਹਿਲਾਂ ਇੱਥੇ ਇੱਕ ਲਾਈਨ ਲਗਾ ਲਈ। ਉਸ ਤੋਂ ਬਾਅਦ ਅੱਗੇ ਅਸੀਂ ਜਿਹੜਾ ਦੂਸਰਾ ਖਾਨਾ ਬਣਨਾ ਨੈਕਸਟ ਉਹਦੇ ਵਾਸਤੇ। ਹੁਣ ਇਹ ਦੇਖੋ ਕਿ ਜਿਹੜਾ ਸਾਡੇ ਕੋਲ ਇਹ ਵਾਲਾ ਖਾਨਾ ਬਣਨਾ ਵਾ, ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਆਉਣਾ ਐਕਸ ਆਈ। ਇਹਨੂੰ ਅਸੀਂ ਵਰਗ ਚਿੰਨ੍ਹ ਜਾਂ ਕਲਾਸ ਮਾਰਕਸ ਵੀ ਬੋਲਦੇ ਹਾਂ। ਤੁਸੀਂ ਇਹਨੂੰ ਵੀ ਲਿਖ ਸਕਦੇ ਹੋ, ਵਰਗ ਚਿੰਨ੍ਹ। ਅਤੇ ਇੰਗਲਿਸ਼ ਮੀਡੀਅਮ ਵਾਲੇ ਬੱਚੇ ਇਹਨੂੰ ਕੀ ਲਿਖ ਸਕਦੇ ਆ? ਕਲਾਸ ਮਾਰਕ। ਹੁਣ ਜਿਹੜਾ ਐਕਸ ਆਈ ਆ, ਦੇਖੋ ਇਹਨਾਂ ਦੋਨਾਂ ਨੂੰ ਜੋੜਨਾ 13 ਜਮ੍ਹਾਂ 11। ਮੈਂ ਤੁਹਾਨੂੰ ਇੱਥੇ ਸਾਈਡ 'ਤੇ ਲਿਖ ਕੇ ਦੱਸ ਦਿੰਦਾ ਵਾਂ। ਵੈਸੇ ਅਸੀਂ ਇਹ ਬਾਅਦ ਵਿੱਚ ਜ਼ੁਬਾਨੀ ਕਰਨਾ। 13 ਜਮ੍ਹਾਂ 11 ਕਿੰਨੇ ਆ ਗਏ? 24। ਇਹਨੂੰ 2 ਨਾਲ ਭਾਗ ਕਰਨਾ ਅਤੇ ਕਿੰਨਾ ਆਏਗਾ? 12। ਯਾਨੀ ਕਿ ਇਹਨਾਂ ਦੇ ਵਿਚਕਾਰਲਾ ਨੰਬਰ ਬਣੀ ਜਾਣਾ ਵਾ। ਉਹ ਪਹਿਲਾਂ ਕਿੰਨਾ ਆ ਗਿਆ? 12। ਹੁਣ ਇਹਨਾਂ 'ਚ ਡਿਫਰੈਂਸ 2 ਦਾ 2 ਦਾ ਫਰਕ ਆਈ ਜਾਣਾ। 15 ਜਮ੍ਹਾਂ 13 28, 28 ਦਾ ਅੱਧ 14। ਉਸ ਤੋਂ ਅੱਗੇ ਕਿੰਨਾ ਆਏਗਾ? 16। ਫਿਰ 18। ਉਸ ਤੋਂ ਬਾਅਦ ਆ ਜਾਏਗਾ 20, ਫਿਰ ਆਏਗਾ 22, ਅਤੇ ਫਿਰ ਆਏਗਾ 24। ਇਹ ਸਾਡੇ ਕੋਲ ਬਣ ਗਿਆ ਐਕਸ ਆਈ ਦਾ ਕਾਲਮ, ਯਾਨੀ ਕਿ ਵਰਗ ਚਿੰਨ੍ਹ ਆ ਗਏ। ਹੁਣ ਸਾਨੂੰ ਅੱਗੇ ਕੀ ਚਾਹੀਦਾ ਸੀਗਾ? ਦੇਖੋ ਐਫ ਆਈ ਐਕਸ ਆਈ, ਜਿਹੜਾ ਫਾਰਮੂਲੇ 'ਚ ਮੈਂ ਲਿਖਿਆ ਦੇਖੋ ਥੱਲੇ ਸਭ ਤੋਂ, ਇਹਨਾਂ ਦੋਨਾਂ ਦੀ ਆਪਸ ਵਿੱਚ ਗੁਣਾ। ਇਹ ਸਾਡੇ ਕੋਲ ਨਵਾਂ ਕਾਲਮ ਆ ਜਾਏਗਾ ਐਫ ਆਈ ਅਤੇ ਐਕਸ ਆਈ ਦਾ। ਹੁਣ ਇਹਨਾਂ ਦੀ ਆਪਸ 'ਚ ਮਲਟੀਪਲਾਈ ਕਰੋ ਦੋਵਾਂ ਦੀ। 12 7 ਕਿੰਨੇ ਹੁੰਦੇ ਆ? 84। ਉਸ ਤੋਂ ਬਾਅਦ 14 ਛੀਕ 84, 16 ਨਾਇਆ 144, ਇਹ ਆ ਜਾਏਗਾ। ਉਸ ਤੋਂ ਬਾਅਦ 13 18, 18 30 54, 18 18 ਅਤੇ 5 23, ਇਹ ਬਣ ਗਿਆ 234। ਆਹ ਨੰਬਰ ਬੱਚੋ ਇੱਕ ਚੀਜ਼ ਦਾ ਧਿਆਨ ਰੱਖਿਓ, ਬਿਲਕੁਲ ਇਸ ਤਰ੍ਹਾਂ ਸਿੱਧੇ ਸਿੱਧੇ ਲਿਖਿਓ ਕਿ ਤੁਹਾਨੂੰ ਜੋੜ ਕਰਨ ਲੱਗਿਆ ਗਲਤੀ ਨਾ ਲੱਗੇ। ਅੱਗੇ ਪਿੱਛੇ ਨਾ ਲਿਖ ਲਿਓ, ਕੋਈ ਉੱਧਰ ਅਤੇ ਕੋਈ ਉੱਧਰ, ਫਿਰ ਤੁਹਾਡਾ ਜੋੜ ਜਿਹੜਾ ਵਾ ਉਹ ਗਲਤ ਹੋ ਜਾਏਗਾ। ਅੱਗੇ 20 ਨੂੰ 20 ਨਾਲ ਕੀਤਾ ਅਤੇ 20 ਉਹ 20 ਆ 400। ਉਸ ਤੋਂ ਬਾਅਦ 22 5 ਆ 5 ਦੂਣੀ 10, 5 ਦੂਣੀ 10 ਅਤੇ 1 11, 110, ਅਤੇ 24 ਚੌਕ 96। ਆਹ ਅਸੀਂ ਐਫ ਆਈ ਐਕਸ ਆਈ ਲਿਖ ਲਿਆ। ਸਾਡੇ ਕੋਲ ਫਾਰਮੂਲੇ 'ਚ ਜਿਹੜੀਆਂ ਚੀਜ਼ਾਂ ਚਾਹੀਦੀਆਂ ਸੀ ਉਹ ਸਾਰੀਆਂ ਤਿਆਰ ਨੇ। ਅਸੀਂ ਹੁਣ ਸਿਰਫ ਇਹਨਾਂ ਦਾ ਜੋੜ ਕਰਨਾ, ਕਿਉਂਕਿ ਇਹ ਨਾਲ ਸਾਈਨ ਕਾਹਦਾ? ਸਮੇਸ਼ਨ ਦਾ। ਸਮੇਸ਼ਨ ਐਫ ਆਈ ਵੀ ਸਾਨੂੰ ਚਾਹੀਦਾ। ਇਸ ਕਾਲਮ ਦਾ ਜੋੜ ਉਹ ਵੀ ਅਸੀਂ ਕਰ ਲਾਂਗੇ। ਇੱਥੇ ਅਸੀਂ ਲਿਖ ਲੈਂਦੇ ਹਾਂ ਜੋੜ, ਜਾਂ ਅਸੀਂ ਲਿਖ ਲੈਂਦੇ ਹਾਂ ਟੋਟਲ। ਹੁਣ ਸਭ ਤੋਂ ਪਹਿਲਾਂ ਕੱਢਾਂਗੇ ਸਮੇਸ਼ਨ ਐਫ ਆਈ। ਇਹਨਾਂ ਦਾ ਜੋੜ ਕਰਦੇ ਹਾਂ। 7 6 13, 13 9 22, 22 3 25, ਅਤੇ 5 30, ਅਤੇ 4 34, 34 ਦਾ 4 3 ਹਾਸਲ, 3 ਅਤੇ 1 4, 4 ਅਤੇ 2 6। ਇਹ ਕਿੰਨਾ ਆ ਗਿਆ ਜੋੜ ਦਾ? 64। ਹੁਣ ਅਸੀਂ ਕਰਾਂਗੇ ਇਹਦਾ ਜੋੜ। ਸਾਨੂੰ ਦੂਸਰਾ ਕਿਹਦਾ ਚਾਹੀਦਾ? ਸਮੇਸ਼ਨ ਐਫ ਆਈ ਅਤੇ ਐਕਸ ਆਈ ਦਾ। ਸਮੇਸ਼ਨ ਐਫ ਆਈ ਅਤੇ ਐਕਸ ਆਈ ਦਾ ਜੋੜ ਕਰਾਂਗੇ। ਇਹ ਦੇਖਦੇ ਹਾਂ ਸਾਡੇ ਕੋਲ ਕਿੰਨਾ ਆਉਂਦਾ ਵਾ। 4 4 8 4 12, 4 16, 16 ਅਤੇ 6 22, 2 8 ਅਤੇ 2 10, 8 18, 4 22, 3 25, 26, 26 ਅਤੇ 9 35। ਇੱਥੇ ਆ ਗਿਆ 5 ਹਾਸਲ। ਕਿੰਨੇ ਬਚੇ? 3 3 ਅਤੇ 1 4 2 6 6 4 10 ਅਤੇ 1 11। ਇਹ ਕਿੰਨਾ ਆ ਗਿਆ ਸਾਡੇ ਕੋਲ? 1152। ਇਹ ਸਾਡਾ ਆ ਗਿਆ ਸਮੇਸ਼ਨ ਐਫ ਆਈ ਅਤੇ ਐਕਸ ਆਈ। ਹੁਣ ਅਸੀਂ ਆਹ ਫਾਰਮੂਲੇ 'ਚ ਲਿਖ ਦਾਂਗੇ। ਆਹ ਦੇਖੋ ਅਸੀਂ ਇਹਦੇ 'ਚ ਲਿਖਿਆ, ਕਿੰਨਾ ਆ ਗਿਆ? 1152, ਅਤੇ ਸਮੇਸ਼ਨ ਐਫ ਆਈ ਦਾ ਮੁੱਲ ਕਿੰਨਾ ਵਾ? 64। ਹੁਣ ਅਸੀਂ ਇਹਨਾਂ ਨੂੰ ਭਾਗ ਕਰ ਲਾਂਗੇ, ਜਾਂ ਇਹਦੀ ਤੁਸੀਂ ਕਟਿੰਗ ਜਿਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਹੋ ਉਹ ਕਰਕੇ ਦੇਖ ਲਓ। ਇੱਧਰ ਮੈਂ ਡਿਵਾਈਡ ਕਰਕੇ ਤੁਹਾਨੂੰ ਦੱਸ ਦਿੰਦਾ ਵਾਂ। ਇੱਕ ਸਾਈਡ 'ਤੇ ਇਹ ਰਫ ਵਰਕ ਜੇ, ਮੈਂ ਇੱਧਰ ਸਾਈਡ 'ਤੇ ਕਰ ਦਿੰਦਾ 64 ਦੇ ਟੇਬਲ ਨਾਲ। ਸਭ ਤੋਂ ਪਹਿਲਾਂ ਤਾਂ 115 ਇੱਕ ਦੇ ਪਹਾੜੇ 'ਤੇ ਜਾਏਗਾ। 64 ਏਕਮ 64, 5 ਚੋਂ 4 ਗਏ 1, 11 ਚੋਂ 6 ਗਏ ਅਤੇ 5, ਉੱਪਰੋਂ ਕਿੰਨਾ ਥੱਲੇ ਦਾ ਆ ਰਿਹਾ? 2। ਹੁਣ 64 ਦੇ ਟੇਬਲ 'ਚ 8 ਨਾਲ 512 ਆ ਜਾਂਦਾ ਜੇ। 8 ਚੌਕਾ 32,
8 ਛਿਕ 48 ਤੇ 3 51। ਇਹ ਪੂਰਾ ਪੂਰਾ ਕੱਟਿਆ ਗਿਆ ਅਤੇ ਜਵਾਬ ਕਿੰਨਾ ਹੈ ਸਾਡੇ ਕੋਲ 18। ਯਾਨੀ ਕਿ ਇਹਨਾਂ ਨੂੰ ਕਟਿੰਗ ਕਰਕੇ ਸਾਡੇ ਕੋਲ ਕਿੰਨਾ ਆ ਜਾਂਦਾ ਵਾ 18। ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਸਾਡਾ ਸਵਾਲ ਸੀਗਾ ਮੀਨ ਜਾਂ ਮੱਧਮਾਨ ਜੋ ਵੀ ਤੁਸੀਂ ਲਿਖੋਗੇ ਤੇ ਉਹ ਲਿਖ ਕੇ ਕੀ ਲਿਖੋਗੇ 18 ਆਨਸਰ। ਇਹ ਸੀਗਾ ਬੱਚਿਓ ਕੁਐਸਚਨ ਨੰਬਰ ਸਾਡਾ ਜਿਹੜਾ 9 ਆ, ਅਸੀਂ ਉਹ ਸੋਲਵ ਕਰ ਲਿਆ। ਤੁਹਾਨੂੰ ਸਮਝ ਲੱਗ ਗਈ ਹੋਏਗੀ। ਫਾਰਮੂਲਾ ਲਿਖ ਕੇ ਅਸੀਂ ਦੇਖਣੇ ਕਿਹੜੇ ਕਿਹੜੇ ਬਾਕਸ ਬਣਨੇ ਆ, ਫਿਰ ਉਹ ਬਣਾਉਣੇ ਆ। ਉਹ ਕੈਲਕੂਲੇਸ਼ਨ ਕਰਕੇ ਤੇ ਅਸੀਂ ਉਸ ਫਾਰਮੂਲੇ 'ਚ ਲਿਖ ਦਾਂਗੇ ਅਤੇ ਸਾਡੇ ਕੋਲ ਆਨਸਰ ਆ ਜਾਏਗਾ। ਇਹ ਸਾਡਾ ਸੀਗਾ ਕੁਐਸਚਨ ਨੰਬਰ 9। ਚਲੋ ਦੇਖਦੇ ਹਾਂ ਨੈਕਸਟ ਕੁਐਸਚਨ। ਆਹ ਦੇਖੋ ਬੱਚਿਓ ਜਿਹੜਾ 10ਵਾਂ ਕੁਐਸਚਨ ਵਾ ਉਹਦੇ 'ਚ ਕੀ ਆ, ਮੱਧਿਕਾ ਪਤਾ ਕਰੋ, ਫਾਈਂਡ ਦਾ ਮੀਡੀਅਨ। ਇਹ ਸਾਨੂੰ ਵਰਗ ਅੰਤਰਾਲ ਦਿੱਤੇ ਹੋਏ ਨੇ ਔਰ ਇਹ ਸਾਨੂੰ ਉਹਦੀ ਬਾਰੰਬਾਰਤਾ ਯਾਨੀ ਫ੍ਰੀਕੁਐਂਸੀ ਦਿੱਤੀ ਹੋਈ ਆ। ਅਸੀਂ ਇਹਨੂੰ ਸੋਲਵ ਕਰਕੇ ਦੇਖਦੇ ਹਾਂ ਕਿ ਇਹਦਾ ਆਨਸਰ ਕੀ ਆਏਗਾ, ਇਹਦਾ ਮੀਡੀਅਨ ਕੀ ਆਏਗਾ। ਚਲੋ ਦੇਖਦੇ ਹਾਂ ਸੋਲੂਸ਼ਨ। ਆਹ ਦੇਖੋ ਬੱਚਿਓ ਜਿਹੜਾ 10ਵਾਂ ਕੁਐਸਚਨ ਵਾ ਉਹਦਾ ਮੈਂ ਇੱਥੇ ਟੇਬਲ ਬਣਾ ਲਿਆ ਜਿੰਨਾ ਉਹਨਾਂ ਦਿੱਤਾ ਸੀਗਾ ਸਾਨੂੰ। ਆ ਮੈਂ ਲਿਖ ਲਈ ਇਹਦੀ ਵਰਗ ਅੰਤਰਾਲ ਅਤੇ ਉਹਦੀ ਫ੍ਰੀਕੁਐਂਸੀ ਸਾਹਮਣੇ ਲਿਖ ਲਈ ਆ। ਟੇਬਲ ਤੁਹਾਡੇ ਵਰਕਸ਼ੀਟ ਦੇ ਉੱਪਰ ਬਣਿਆ ਹੋਇਆ। ਹੁਣ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਜੋ ਵੀ ਇਹਦਾ ਪਤਾ ਕਰਨਾ ਵਾ ਉਹਦਾ ਪਹਿਲਾਂ ਫਾਰਮੂਲਾ ਲਿਖਾਂਗੇ। ਹੁਣ ਸਾਨੂੰ ਜਿਹੜਾ ਇਹ ਵਾਲਾ ਕੁਐਸਚਨ ਕਿਹਾ ਉਹਦੇ 'ਚ ਮੱਧਿਕਾ ਯਾਨੀ ਕਿ ਮੀਡੀਅਨ ਪਤਾ ਕਰਨ ਲਈ ਕਿਹਾ ਵਾ। ਅਸੀਂ ਇੱਥੇ ਮੱਧਿਕਾ ਦਾ ਪਹਿਲਾਂ ਫਾਰਮੂਲਾ ਲਿਖਾਂਗੇ। ਇਹ ਵਾਲਾ ਫਾਰਮੂਲਾ ਤੁਹਾਡੀ ਵਰਕਸ਼ੀਟ ਦੇ ਜਿਹੜਾ ਕੁਐਸਚਨ ਨੰਬਰ 5 ਸੀਗਾ ਜਿਸ 'ਚ ਅਸੀਂ ਮੈਚਿੰਗ ਕੀਤੀ ਸੀ ਉਹਦੇ ਵਿੱਚ ਵੀ ਲਿਖਿਆ ਹੋਇਆ ਫਾਰਮੂਲਾ। ਸਭ ਤੋਂ ਪਹਿਲਾਂ ਕੀ ਲਿਖਾਂਗੇ, ਐਲ ਆਏਗਾ ਇਸ ਫਾਰਮੂਲੇ 'ਚ ਪਲੱਸ ਇਸ ਤੋਂ ਅੱਗੇ ਹੁੰਦਾ ਜੀ n/2 ਮਾਈਨਸ CF ਅਤੇ ਸਾਰੇ ਦੀ ਡਿਵਾਈਡ F ਨਾਲ। ਇਹਨੂੰ ਅਸੀਂ ਪਾਵਾਂਗੇ ਬ੍ਰੈਕਟ ਦੇ ਵਿੱਚ ਅਤੇ ਨਾਲ ਮਲਟੀਪਲਾਈ H। ਇਹ ਇਹਦਾ ਫਾਰਮੂਲਾ ਜੇ ਮੱਧਿਕਾ ਦਾ। ਹੁਣ ਅਸੀਂ ਦੇਖਾਂਗੇ ਵੀ ਇਹਦੇ 'ਚ ਇਹਦੀ ਫ੍ਰੀਕੁਐਂਸੀ ਕਿੰਨੀ ਆ, ਲੋਅਰ ਲਿਮਿਟ ਹੁੰਦੀ ਆ, ਇਹਦੀ ਹਾਈਟ ਯਾਨੀ ਕਿ ਦੋਨਾਂ ਜਿਹੜੇ ਵਰਗ ਅੰਤਰਾਲ ਦਿੱਤੇ ਉਹਨਾਂ ਦੋਨਾਂ 'ਚ ਡਿਫਰੈਂਸ ਕਿੰਨੇ ਦਾ ਵਾ ਉਹ ਆ ਜਾਏਗਾ। ਇਹ ਨਵਾਂ ਕਾਲਮ ਬਣੇਗਾ ਅਤੇ n/2 n ਤੁਹਾਨੂੰ ਮੈਂ ਦੱਸਿਆ ਸੀ ਜਿਹੜਾ ਫ੍ਰੀਕੁਐਂਸੀ ਵਾਲਾ ਸਾਰਿਆਂ ਨੂੰ ਜੋੜ ਦਿਓ ਅਤੇ ਇਹਨੂੰ n ਵੀ ਕਹਿੰਦੇ ਆ ਅਤੇ ਇਹਨੂੰ ਸਮੇਸ਼ਨ F ਵੀ ਕਹਿੰਦੇ ਆ। ਹੁਣ ਇੱਥੇ n ਆ ਗਿਆ ਸਾਡੇ ਕੋਲ, ਅਸੀਂ ਇਹਨੂੰ ਸਾਰਿਆਂ ਨੂੰ ਜੋੜ ਕੇ ਅਤੇ n ਕਰ ਲਾਂਗੇ ਅਤੇ ਉਹਨੂੰ 2 ਨਾਲ ਡਿਵਾਈਡ ਕਰ ਦਾਂਗੇ ਫਾਰਮੂਲੇ 'ਚ ਪੁੱਟ ਕਰਕੇ। ਚਲੋ ਦੇਖਦੇ ਹਾਂ। ਸਭ ਤੋਂ ਪਹਿਲਾਂ ਤਾਂ ਅਸੀਂ ਇੱਥੋਂ ਸ਼ੁਰੂ ਕਰ ਲਈਏ। ਪਹਿਲਾਂ ਅਸੀਂ ਇਹਦਾ n ਕੱਢ ਲਈਏ ਯਾਨੀ ਕਿ ਇਹਦਾ ਜੋੜ ਕੱਢ ਲਈਏ ਕਿੰਨਾ ਹੁੰਦਾ। ਆਹ ਦੇਖੋ 5 4 9 3 12 12 ਅਤੇ 4 16 16 ਅਤੇ 8 24 ਅਤੇ 4 28। ਇਹ ਕਿੰਨਾ ਆ ਗਿਆ 8। ਹੁਣ 2 ਬਚਿਆ, 2 ਅਤੇ 1 3 2 5 ਅਤੇ 1 6। ਇਹ ਸਾਡੇ ਕੋਲ 68 ਕੀ ਆ ਗਿਆ n। ਹੁਣ ਸਾਨੂੰ ਚਾਹੀਦਾ ਵਾ CF। CF ਕੀ ਹੁੰਦਾ ਜੇ, ਕਮਿਊਲੇਟਿਵ ਫ੍ਰੀਕੁਐਂਸੀ। ਉਹ ਕਿਸ ਤਰ੍ਹਾਂ ਬਣਦੀ ਆ, ਸੰਚਵੀ ਬਾਰੰਬਾਰਤਾ ਬੋਲਦੇ ਆ ਉਹਨੂੰ ਪੰਜਾਬੀ 'ਚ ਅਸੀਂ। ਉਹ ਮੈਂ ਤੁਹਾਨੂੰ ਦੱਸ ਦਿੰਦਾ ਇੱਧਰ ਲਿਖ ਕੇ। ਆਹ ਕਾਲਮ ਬਣੇਗਾ ਇਹਦਾ ਨਵਾਂ, ਸੰਚਵੀ ਬਾਰੰਬਾਰਤਾ। ਇਹਨੂੰ ਅਸੀਂ CF ਨਾਲ ਲਿਖ ਦਿੰਦੇ ਹਾਂ। ਇਹ ਜਿਹੜੀ ਕਮਿਊਲੇਟਿਵ ਫ੍ਰੀਕੁਐਂਸੀ ਆ ਉਹ ਕਿਸ ਤਰ੍ਹਾਂ ਬਣਦੀ ਹੈ, ਜਿਹੜਾ ਪਹਿਲਾ ਨੰਬਰ ਆ ਸਭ ਤੋਂ ਪਹਿਲਾਂ ਤਾਂ ਉਹਨੂੰ ਐਜ਼ ਇਟ ਇਜ਼ ਲਿਖ ਲੈਣਾ। ਸਾਡੇ ਕੋਲ ਪਹਿਲਾ ਨੰਬਰ ਕੀ ਹੈ 4, ਇਹਨੂੰ ਇਸ ਤਰ੍ਹਾਂ ਹੀ ਲਿਖ ਲੈਣਾ। ਇਸ ਤੋਂ ਅੱਗੇ ਕੀ ਹੁੰਦਾ ਵਾ ਕਿ ਇਹਦੇ ਵਿੱਚ ਜਿਹੜਾ ਨੈਕਸਟ ਨੰਬਰ ਆ ਰਿਹਾ ਵਾ ਉਹ ਕਿੰਨਾ ਵਾ 5। ਇਹਨਾਂ ਦੋਵਾਂ ਦਾ ਆਪਸ ਵਿੱਚ ਜੋੜ ਕਰਨਾ ਯਾਨੀ ਕਿ 4 ਜਮਾ 5 ਉਹ ਕਿੰਨਾ ਆ ਗਿਆ 9। ਫਿਰ ਆਹ ਜਿਹੜਾ 9 ਆਇਆ ਇਹਦੇ ਵਿੱਚ ਅਗਲਾ ਨੰਬਰ ਜੋੜਨਾ ਯਾਨੀ ਕਿ 9 ਜਮਾ 13 ਉਹ ਕਿੰਨਾ ਆ ਗਿਆ 22। ਇਸੇ ਤਰ੍ਹਾਂ 22 ਦੇ ਵਿੱਚ 20 ਜੋੜਨਾ ਯਾਨੀ ਕਿ ਤੁਸੀਂ ਇਹ ਨੰਬਰ ਨੂੰ ਅੱਗੇ ਲੈ ਆਉਣਾ ਇੱਥੇ ਅਤੇ ਉਹ ਨੰਬਰ ਵਿੱਚ ਜੋੜਦੇ ਜਾਣਾ। 22 ਦੇ ਵਿੱਚ 20 ਜੋੜਾਂਗੇ ਅਤੇ ਇੱਥੇ ਕਿੰਨਾ ਆ ਜਾਏਗਾ 42। ਫਿਰ 42 ਦੇ ਵਿੱਚ ਕੀ ਜੋੜਨਾ 14, 42 ਜਮਾ 14 ਅਤੇ ਉਹ ਕਿੰਨਾ ਆ ਗਿਆ 56। ਫਿਰ 56 ਦੇ ਵਿੱਚ 8 ਜੋੜਨਾ, ਇਹ ਕਿੰਨਾ ਆ ਗਿਆ 64 ਅਤੇ 64 ਦੇ ਵਿੱਚ ਕੀ ਜੋੜਨਾ ਲਾਸਟ ਨੰਬਰ 4, 64 ਜਮਾ 4 ਕਿੰਨਾ ਆ ਗਿਆ 68। ਇਹਦੇ ਵਿੱਚ ਬੱਚਿਓ ਆ ਧਿਆਨ ਰੱਖਿਓ ਜਿਹੜਾ ਤੁਹਾਡਾ n ਹੋਏਗਾ ਅਤੇ ਜਿਹੜੀ ਆਹ ਵਾਲੀ ਜਿਹੜੀ ਕਮਿਊਲੇਟਿਵ ਫ੍ਰੀਕੁਐਂਸੀ ਜਿਹੜੀ ਬਣਦੀ ਆ CF, ਇਹ ਦੋਨਾਂ ਦਾ ਜੋੜ ਜਿਹੜਾ ਆਪਸ ਵਿੱਚ ਬਰਾਬਰ ਹੋਣਾ ਚਾਹੀਦਾ। ਲਾਸਟ ਨੰਬਰ ਇੱਥੇ ਜਿਸ ਤਰ੍ਹਾਂ ਜੋੜ 68 ਆਇਆ ਅਤੇ ਇਹ ਵੀ 68 ਹੋਏਗਾ ਅਤੇ ਫਿਰ ਤੁਹਾਡਾ ਆਹ ਜਿਹੜਾ ਕਾਲਮ ਜਿਹੜਾ ਬਿਲਕੁਲ ਸਹੀ ਹੋਏਗਾ। ਇਹ ਸਾਡੇ ਕੋਲ ਆ ਗਈ CF ਅਤੇ ਹੁਣ ਅਸੀਂ ਇਹਦੇ 'ਚ ਦੇਖਾਂਗੇ ਕਿ
ਐਚ ਕਿੰਨਾ ਵਾ ਅਤੇ ਐਲ ਕਿੰਨਾ ਵਾ ਅਸੀਂ ਉਹ ਕਿਸ ਤਰ੍ਹਾਂ ਦੇਖਣਾ ਵਾ। ਸਭ ਤੋਂ ਪਹਿਲਾਂ ਇਹਦੇ ਵਿੱਚ ਅਸੀਂ n/2 ਕੱਢਾਂਗੇ। ਇਕੱਲੀ ਇਕੱਲੀ ਚੀਜ਼ ਦੀ ਅਸੀਂ ਵੈਲਿਊ ਕੱਢੀ ਜਾਣੀ ਹੈ। ਇਹਦੇ 'ਚ ਸਭ ਤੋਂ ਪਹਿਲਾਂ ਸਾਨੂੰ n/2 ਹੀ ਕੱਢਣਾ ਪੈਣਾ। n ਕਿੰਨਾ ਆਇਆ 68, 68/2 ਇਹਦੀ ਕਟਿੰਗ ਕੀਤੀ ਅਤੇ ਕਿੰਨਾ ਆ ਗਿਆ 2 ਤੀਏ 6 ਅਤੇ 2 ਚੌਕੇ 8, n/2 ਸਾਡੇ ਕੋਲ ਕਿੰਨਾ ਆ ਗਿਆ 34। ਹੁਣ ਜਿਹੜਾ ਆ n/2 ਆ ਅਸੀਂ ਉਹ ਜਿਹੜਾ CF ਵਾਲਾ ਜਿਹੜਾ ਕਾਲਮ ਬਣਾਇਆ ਸੀ ਨਵਾਂ ਉਹਦੇ 'ਚ ਦੇਖਣਾ ਕਿੱਥੇ ਲਾਈ ਕਰੇਗਾ। ਆ ਦੇਖੋ ਇੱਥੇ ਸਿਰਫ 4 ਤੱਕ ਸੰਖਿਆਵਾਂ ਨੇ, 5 6 7 8 9 ਤੱਕ ਇਹਦੇ 'ਚ, 9 ਤੋਂ ਅਗਲੀ ਗਿਣਤੀ ਸਾਰੀ 22 ਤੱਕ ਇਹਦੇ 'ਚ, ਅਤੇ 22 ਤੋਂ ਅਗਲੀ ਗਿਣਤੀ ਜਿਹੜੀ 23 24 ਤੋਂ ਲੈ ਕੇ 42 ਤੱਕ ਇਹਦੇ 'ਚ ਸਾਡੇ ਕੋਲ ਕਿੰਨਾ ਆਇਆ 34। ਯਾਨੀ ਕਿ 34 ਜਿਹੜਾ ਵਾ ਉਹ ਇੱਥੇ ਲਾਈ ਕਰੇਗਾ ਇਹਦੇ ਵਿੱਚ। ਔਰ ਇਹ ਵਾਲੇ ਕਾਲਮ ਦੇ ਵਿੱਚ ਜਿਹੜਾ ਵਰਗ ਅੰਤਰਾਲ ਆ ਉਹ ਕਿੰਨਾ ਵਾ 125 ਤੋਂ 145। ਹੁਣ ਦੇਖਦੇ ਹਾਂ ਜਿਹੜਾ 125 ਅਤੇ 145 ਆ ਉਹ ਦੇਖੋ ਉਹਦੇ 'ਚ ਇਹਦੇ ਬਿਲਕੁਲ ਸਾਹਮਣੇ ਆ ਜਾਣਾ ਅਸੀਂ ਇੱਥੇ ਆ ਦੇਖੋ। ਔਰ ਜਿਹੜੀ ਇਹਦੇ 'ਚੋਂ ਹੇਠਲੀ ਸੀਮਾ ਉਹ ਕਿੰਨੀ ਆ 125। ਯਾਨੀ ਕਿ ਸਾਡੇ ਕੋਲ ਜਿਹੜਾ L ਵਾ ਉਹ ਕਿੰਨਾ ਆ ਗਿਆ 125। ਇਹ L ਆ ਗਿਆ। n/2 ਅਸੀਂ ਪਹਿਲਾਂ ਕੱਢ ਲਿਆ। ਹੁਣ ਦੇਖਾਂਗੇ CF। ਦੇਖੋ ਜਿਹੜਾ ਇਹ ਵਾਲਾ ਜਿੱਥੇ ਸਾਡੇ ਕੋਲ n/2 ਦੀ ਵੈਲਿਊ ਲਾਈ ਕੀਤੀ ਜਿਹੜੇ ਖਾਨੇ 'ਚ, ਇਹਦੇ ਤੋਂ ਜਿਹੜਾ ਪਿਛਲਾ ਖਾਨਾ ਵਾ ਉਹਨੂੰ ਅਸੀਂ CF ਵਾਲਾ ਖਾਨਾ ਬੋਲਦੇ। ਜੇ 22 ਆ ਗਈ ਸਾਡੀ ਵੈਲਿਊ ਆਹ ਵਾਲੀ ਜਿੱਥੇ ਇਹ ਵੈਲਿਊ ਲਾਈ ਕੀਤੀ ਸੀ ਉਸ ਤੋਂ ਪਿਛਲਾ ਇਹ CF ਆ ਗਿਆ ਸਾਡੇ ਕੋਲ। ਯਾਨੀ ਕਿ ਕਮਿਊਲੇਟਿਵ ਫ੍ਰੀਕੁਐਂਸੀ ਜਾਂ ਸੰਚਵੀ ਬਾਰੰਬਾਰਤਾ ਕਿੰਨੀ ਆ ਗਈ 22। ਹੁਣ ਉਸ ਤੋਂ ਬਾਅਦ ਦੇਖੋ ਜਿਹੜੀ ਸਾਡੀ ਫ੍ਰੀਕੁਐਂਸੀ ਆ ਉਹ ਜਿਹੜੇ ਵਿੱਚ ਵਰਗ ਅੰਤਰਾਲ 'ਚ ਆਇਆ ਵਾ ਜਿਹਦੇ 'ਚ ਸਾਡੀ ਇਹ ਵੈਲਿਊ ਲਾਈ ਕਰਦੀ ਸੀ ਉਹੀ ਵੈਲਿਊ ਇਹਦੀ ਫ੍ਰੀਕੁਐਂਸੀ ਵਾਲੀ ਹੋਏਗੀ। ਜਿਹਦੇ ਵਿੱਚ ਇਹ ਵੈਲਿਊ ਲਾਈ ਕਰਦੀ ਉਹਦੇ ਸਾਹਮਣੇ ਵਾਲੀ ਉਹ ਸਾਡੇ ਕੋਲ ਕਿੰਨਾ ਆ ਗਿਆ FV। ਹੁਣ ਆ ਦੇਖੋ ਸਾਡੇ ਕੋਲ L ਦੀ ਵੈਲਿਊ ਵੀ ਹੈਗੀ ਆ, CF ਦੀ ਵੀ ਹੈਗੀ ਆ, F ਦੀ ਵੀ ਆ, n/2 ਦੀ 34 ਆ, ਅਤੇ ਸਾਡੇ ਕੋਲ ਕੀ ਰਹਿ ਗਿਆ H। ਹੁਣ ਜਿਹੜਾ H ਵਾ ਉਹ ਤੁਹਾਨੂੰ ਦੱਸਿਆ ਸੀ ਕਿ ਦੋ ਜਿਹੜੇ ਵਰਗ ਅੰਤਰਾਲ ਨੇ ਉਹਨਾਂ ਦਾ ਡਿਫਰੈਂਸ, ਯਾਨੀ ਕਿ H ਦੀ ਵੈਲਿਊ ਆ ਜਾਏਗੀ 85 - 65, ਦੋਨਾਂ ਨੂੰ ਮਾਈਨਸ ਕੀਤਾ ਅਤੇ ਕਿੰਨਾ ਆ ਗਿਆ 20। ਇਹ ਸਾਡੇ ਕੋਲ H ਦੀ ਵੈਲਿਊ ਆ ਗਈ। ਹੁਣ ਸਾਡੇ ਕੋਲ ਸਾਰੀਆਂ ਵੈਲਿਊਜ਼ ਆ ਗਈਆਂ। ਇੱਥੇ ਆ ਧਿਆਨ ਰੱਖਣ ਵਾਲੀ ਜਿਹੜੀ ਗੱਲ ਜੇ ਮੈਂ ਫਿਰ ਦੱਸਣ ਲੱਗਾ ਤੁਹਾਨੂੰ ਇੱਕ ਵਾਰੀ ਕਿ ਜਿੱਥੇ ਸਾਡੇ ਕੋਲ n/2 34 ਆਇਆ ਸੀ ਜਿੱਥੇ ਉਹ ਲਾਈ ਕਰਦਾ ਵਾ ਉਹਦੇ ਤੋਂ ਉੱਪਰਲਾ ਖਾਨਾ ਸਾਡੀ ਕਮਿਊਲੇਟਿਵ ਫ੍ਰੀਕੁਐਂਸੀ ਹੋਏਗੀ, ਯਾਨੀ ਕਿ ਸੰਚਵੀ ਬਾਰੰਬਾਰਤਾ ਜਿਹੜੀ ਫਾਰਮੂਲੇ 'ਚ ਆਉਂਦੀ CF। ਅਤੇ ਜਿੱਥੇ ਇਹ ਵੈਲਿਊ ਲਾਈ ਕੀਤੀ ਆ ਉਹਦੇ ਸਾਹਮਣੇ ਵਾਲਾ ਸਾਡਾ F ਹੋਏਗਾ ਆਹ ਵਾਲਾ। ਇਹ F ਵਾ ਜਿਹਦੇ 'ਚ ਉਹ ਵੈਲਿਊ ਆਈ ਆ ਸਾਡੀ ਆ 34। ਜਿਹਦੇ ਵਿੱਚ ਅਸੀਂ ਲੋਅਰ ਲਿਮਿਟ ਲਈ ਸੀਗੀ ਉਹ ਵਾਲੇ ਖਾਨੇ ਦੀ ਸਾਡੀ ਫ੍ਰੀਕੁਐਂਸੀ F ਉਹੀ ਹੋਏਗੀ। ਉਹਦੇ ਤੋਂ ਪਿੱਛੇ CF ਹੋਏਗੀ ਅਤੇ ਬਾਕੀ ਆ ਤੁਹਾਨੂੰ ਮੈਂ ਲਿਖ ਕੇ ਦੱਸ ਦਿੱਤਾ। ਹੁਣ ਅਸੀਂ ਇਹ ਸਾਰੀਆਂ ਵੈਲਿਊਜ਼ ਕਰਾਂਗੇ ਫਾਰਮੂਲੇ 'ਚ ਪੁੱਟ ਅਤੇ ਫਿਰ ਦੇਖਦੇ ਹਾਂ ਇਹਦਾ ਕੈਲਕੂਲੇਸ਼ਨ ਕਿਸ ਤਰ੍ਹਾਂ ਹੁੰਦੀ ਆ। ਆਹ ਦੇਖੋ ਸਭ ਤੋਂ ਪਹਿਲਾਂ ਮੱਧਿਕਾ ਯਾਨੀ ਕਿ ਮੀਡੀਅਨ। ਫਾਰਮੂਲਾ ਕੀ ਆ ਪਹਿਲਾਂ L ਕਿੰਨਾ ਆਇਆ 125 ਪਲੱਸ n/2 ਸਾਡੇ ਕੋਲ ਕਿੰਨਾ ਆਇਆ ਦੇਖੋ 34 ਮਾਈਨਸ CF ਉਹ ਦੇਖੋ ਕਿੰਨਾ 22 ਬਟਾ F ਸਾਡੀ ਫ੍ਰੀਕੁਐਂਸੀ ਕਿੰਨੀ ਸੀ 20। ਉਸ ਤੋਂ ਬਾਅਦ ਗੁਣਾ H ਕਿੰਨਾ ਆਇਆ ਸਾਡਾ ਉਹ ਵੀ 20 ਆਇਆ। ਅਸੀਂ ਆਹ ਲਿਖ ਲਿਆ। ਹੁਣ ਇਹਨੂੰ ਅਸੀਂ ਹੱਲ ਕਰਾਂਗੇ। ਆਹ ਦੇਖੋ ਇਹ ਬਣ ਗਿਆ 125 ਜਮ੍ਹਾਂ 34 ਘਟਾਓ 22, 4 ਚੋਂ 2 ਗਏ 2 ਅਤੇ 3 ਚੋਂ 2 ਗਏ 1, 12 ਬਟਾ 20 ਗੁਣਾ 20। ਹੁਣ ਆਹ ਦੇਖੋ 20 × 20 ਇਹ ਕੈਂਸਲ ਹੋ ਗਿਆ ਅਤੇ ਸਾਡੇ ਕੋਲ ਕੀ ਬਚ ਗਿਆ 125 ਜਮ੍ਹਾਂ 12, 12 × 12। ਹੁਣ ਇਹ ਕਿੰਨਾ ਆ ਗਿਆ ਜੋੜ ਕੀਤਾ ਅਤੇ 7 3 ਅਤੇ 1, ਯਾਨੀ ਕਿ ਜਿਹੜੀ ਸਾਡੇ ਕੋਲ ਮੱਧਿਕਾ ਆਈ ਆ ਇਸ ਕੁਐਸਚਨ ਦੀ, ਯਾਨੀ ਕਿ ਮੀਡੀਅਨ ਜਿਹੜਾ ਵਾ ਉਹ ਸਾਡੇ ਕੋਲ ਕਿੰਨਾ ਆ ਗਿਆ 137। ਇਹ ਸਾਡਾ ਆਨਸਰ ਹੋਏਗਾ। ਇਹ ਸੀਗਾ ਬੱਚਿਓ ਕੁਐਸਚਨ ਨੰਬਰ 10। ਇਸ ਤੋਂ ਅਗਲਾ ਕੁਐਸਚਨ ਦੇਖਦੇ ਹਾਂ ਹੁਣ। ਆਹ ਦੇਖੋ ਬੱਚਿਓ ਜਿਹੜਾ 11ਵਾਂ ਕੁਐਸਚਨ ਵਾ ਉਹਦੇ 'ਚ ਕੀ ਆ ਵੀ ਦਿੱਤੀ ਸਾਰਨੀ ਵਿੱਚ ਜੇ ਮੱਧਮਾਨ 25 ਹੋਵੇ ਤਾਂ P ਦਾ ਮੁੱਲ ਪਤਾ ਕਰੋ। ਫਾਈਂਡ P ਇਫ ਮੀਨ ਇਜ਼ 25। ਇਹ ਸਾਨੂੰ ਆਹ ਟੇਬਲ ਦੇ ਦਿੱਤਾ, ਕਲਾਸ ਇੰਟਰਵਲ ਦਿੱਤੇ ਨੇ,
ਉਸ ਤੋਂ ਬਾਅਦ ਆ ਫ੍ਰੀਕੁਐਂਸੀ ਦਿੱਤੀ ਆ ਦੇਖੋ 5 18 15 ਤੇ ਪੀ ਤੇ 6 ਯਾਨੀ ਕਿ 6 ਆ ਸਾਡੇ ਕੋਲ ਟੇਬਲ ਆ। ਅਸੀਂ ਦੇਖਾਂਗੇ ਕਿ ਇਹਦੇ 'ਚ ਜਿਹੜਾ ਪੀ ਦਾ ਮੁੱਲ ਕਿੰਨਾ ਆਉਂਦਾ ਵਾ। ਸਾਨੂੰ ਮੱਧਮਾਨ ਪਹਿਲਾਂ ਹੀ ਦਿੱਤਾ ਹੋਇਆ ਵਾ, ਇਹ ਧਿਆਨ 'ਚ ਰੱਖਣਾ ਕਿ ਮੱਧਮਾਨ ਦਾ ਜਿਹੜਾ ਮੁੱਲ ਵਾ ਜਾਂ ਮੱਧਮਾਨ ਦੀ ਜਿਹੜੀ ਵੈਲਿਊ 25 ਦਿੱਤੀ ਆ, ਯਾਨੀ ਕਿ ਮੀਨ 25 ਦਿੱਤਾ ਹੋਇਆ ਸਾਨੂੰ। ਚਲੋ ਦੇਖਦੇ ਹਾਂ ਇਹਦਾ ਸੋਲੂਸ਼ਨ। ਆ ਦੇਖੋ ਬੱਚਿਓ, ਇਹ ਕੁਐਸਚਨ ਜਿਸ ਤਰ੍ਹਾਂ 9ਵਾਂ ਕੁਐਸਚਨ ਅਸੀਂ ਕੀਤਾ ਸੀਗਾ ਜਿਹਦੇ 'ਚ ਅਸੀਂ ਮੱਧਮਾਨ ਪਤਾ ਕੀਤਾ ਸੀ, ਯਾਨੀ ਕਿ ਮੀਨ ਕੱਢਿਆ ਸੀਗਾ, ਉਸੇ ਤਰ੍ਹਾਂ ਦਾ ਇਹ ਕੁਐਸਚਨ ਆ। ਸਿਰਫ ਇਹਦੇ 'ਚ ਕੀ ਕੀਤਾ ਕਿ ਜਿਹੜੀ ਫ੍ਰੀਕੁਐਂਸੀ ਦਿੱਤੀ ਆ ਨਾ ਬਾਰੰਬਾਰਤਾ, ਉਹ ਨਹੀਂ ਦਿੱਤੀ ਹੋਈ ਅਤੇ ਸਾਨੂੰ ਇਹਦੇ 'ਚ ਮੀਨ ਦੇ ਦਿੱਤਾ 25। ਹੁਣ ਅਸੀਂ ਇਹਨੂੰ ਕਿਸ ਤਰ੍ਹਾਂ ਕੈਲਕੂਲੇਟ ਕਰਨਾ ਵਾ, ਫਾਰਮੂਲਾ ਇਹਦਾ ਸੇਮ ਰਹੇਗਾ ਉਹੀ। ਹੁਣ ਸਾਨੂੰ ਪਤਾ ਕਿ ਫਾਰਮੂਲਾ ਅਸੀਂ ਪਹਿਲਾਂ ਲਿਖ ਲਾਂਗੇ, ਉਸ ਤੋਂ ਬਾਅਦ ਅਸੀਂ ਉਹੀ ਕਾਲਮ ਇਹਦੇ ਤਿਆਰ ਕਰ ਲਾਂਗੇ ਜਿਹੜੇ ਸਾਨੂੰ ਚਾਹੀਦੇ ਆ। ਹੁਣ ਆ ਦੇਖੋ, ਜਿਹੜਾ ਮੀਨ ਦਾ ਫਾਰਮੂਲਾ ਅਸੀਂ ਕੀਤਾ ਸੀਗਾ ਉਹ ਕੀ ਸੀਗਾ, ਸਮੇਸ਼ਨ FI XI ਬਟਾ ਸਮੇਸ਼ਨ FI। ਹੁਣ ਆ ਸਾਡੇ ਕੋਲ FI ਦਾ ਕਾਲਮ ਆ, ਇਹ ਸਾਰਿਆਂ ਨੂੰ ਜੋੜਾਂਗੇ ਤਾਂ ਸਾਡੇ ਕੋਲ ਆ ਜਿਹੜਾ ਫਾਰਮੂਲੇ ਦੇ ਹੇਠਲਾ ਪਾਸਾ ਵਾ ਸਮੇਸ਼ਨ FI, ਉਹ ਆ ਜਾਏਗਾ ਸਾਡੇ ਕੋਲ। ਅਸੀਂ ਇਹਨੂੰ ਜੋੜ ਲੈਂਦੇ ਹਾਂ। ਆ ਦੇਖੋ, ਇਹਦਾ ਜੋੜ ਕੀਤਾ ਤਾਂ ਸਾਡੇ ਕੋਲ ਸਮੇਸ਼ਨ FI ਦੀ ਵੈਲਿਊ ਆ ਜਾਏਗੀ। ਆ ਦੇਖੋ, ਹੁਣ ਇਹਦੇ 'ਚੋਂ P ਨੂੰ ਅਸੀਂ ਵੱਖਰਾ ਲਿਖ ਲਾਂਗੇ, ਨਾਲ ਪਲੱਸ ਪਾ ਕੇ ਬਾਕੀ ਜੋੜ ਲੈਂਦੇ ਹਾਂ। 8 5 13, 13 ਤੇ 5 18, 18 ਤੇ 6 24, 2 3 ਤੇ 1 4, ਇਹ ਸਾਡੇ ਕੋਲ ਕਿੰਨਾ ਆ ਗਿਆ 44। ਅਤੇ ਬਚਿਆ ਕੀ P, ਉਹ ਪਲੱਸ P। ਜੇ ਇੱਥੇ ਕੋਈ ਇੰਗਲਿਸ਼ ਦਾ ਕੋਈ ਹੋਰ ਲੈਟਰ XY Z ABC ਕੁਛ ਵੀ ਲਿਖਿਆ ਹੈ ਤਾਂ ਉਹਨੂੰ ਅਸੀਂ ਇਸੇ ਤਰ੍ਹਾਂ ਪਲੱਸ ਪਾ ਕੇ ਨਾਲ ਲਿਖ ਲੈਣਾ। ਇਹ ਸਾਡੇ ਕੋਲ ਸਮੇਸ਼ਨ FI ਆ ਗਿਆ। ਹੁਣ ਸਾਨੂੰ ਚਾਹੀਦਾ ਸਮੇਸ਼ਨ FI ਤੇ XI, ਯਾਨੀ ਕਿ ਸਾਨੂੰ ਹੁਣ XI ਦੀ ਲੋੜ ਵਾ। ਅਤੇ XI ਕੀ ਆ, ਵਰਗ ਅੰਤਰਾਲ ਦਾ ਜਿਹੜਾ ਹਾਫ ਕਰਕੇ ਵਰਗ ਚਿੰਨ੍ਹ ਕੱਢਦੇ ਹਾਂ, ਉਹ ਵਾਲਾ ਕਾਲਮ ਤਿਆਰ ਕਰਾਂਗੇ ਅਸੀਂ ਇੱਥੇ। ਇੱਥੇ ਸਾਡੇ ਕੋਲ ਆ ਜਾਏਗਾ ਅਗਲਾ ਕਾਲਮ ਵਰਗ ਚਿੰਨ੍ਹ ਕਲਾਸ ਮਾਰਕਸ ਦਾ, ਉਹਦੇ 'ਚ ਅਸੀਂ ਕੱਢਾਂਗੇ XI। ਹੁਣ ਆ ਦੇਖੋ, 0 ਜਮਾ 10 10, ਇਹਨੂੰ 2 ਨਾਲ ਭਾਗ ਕੀਤਾ ਅਤੇ ਕਿੰਨਾ ਆ ਗਿਆ 5। ਇਸੇ ਤਰ੍ਹਾਂ ਹੀ 20 ਤੇ 10 30, 30 ਦਾ 2 ਨਾਲ ਭਾਗ ਕੀਤੀ ਯਾਨੀ ਕਿ ਅੱਧ ਕੀਤਾ ਅਤੇ ਕਿੰਨਾ ਆ ਗਿਆ 15। ਅਗਲਾ ਕਿੰਨਾ ਆਏਗਾ 30 20 50 25, ਫਿਰ 35, ਉਸ ਤੋਂ ਬਾਅਦ ਲਾਸਟ ਵਾਲਾ ਕਿੰਨਾ ਆਏਗਾ 45। ਹੁਣ ਇਹਨਾਂ ਦੋਨਾਂ ਦੀ ਗੁਣਾ, ਕਿਉਂਕਿ ਆ ਦੇਖੋ FI ਅਤੇ XI ਚਾਹੀਦੇ ਆ, ਜਿਸ ਤਰ੍ਹਾਂ ਅਸੀਂ 9ਵਾਂ ਕੁਐਸਚਨ ਕੀਤਾ ਸੀ ਉਸੇ ਤਰ੍ਹਾਂ ਹੀ ਇਹਨਾਂ ਦੀ ਅਸੀਂ ਗੁਣਾ ਕਰ ਲਾਂਗੇ। 5 5 ਕਿੰਨੇ ਆ ਗਏ 25। ਹੁਣ ਆ ਦੇਖੋ, ਇਹਨਾਂ ਦੀ ਗੁਣਾ ਕਰਾਂਗੇ 15 ਦੀ ਅਤੇ 18 ਦੀ। 18 5 90, 18 ਏਕਮ 18 ਅਤੇ 9 27। ਉਸ ਤੋਂ ਬਾਅਦ ਇਹ 25 ਅਤੇ 15 ਦੀ, 15 5 75, 15 ਦੂਣਾ 30 ਅਤੇ 7 37। ਉਸ ਤੋਂ ਬਾਅਦ P ਅਤੇ 35 ਦੀ ਗੁਣਾ ਜਦੋਂ ਕਰਨੀ ਆ ਅਤੇ ਇਹ ਇਸ 'ਤੇ ਆ ਜਾਏਗਾ 35 ਨਾਲ P ਲਿਖ ਦਾਂਗੇ। ਹੁਣ ਆ 45 ਦੀ ਅਤੇ 6 ਦੀ, 6 5 30, 6 ਚੌਕਾ 24 ਅਤੇ 3 27। ਹੁਣ ਇੱਥੇ ਜਿਹੜਾ ਅਸੀਂ ਆਹ ਕਾਲਮ ਕੱਢਣਾ ਵਾ ਸਮੇਸ਼ਨ FI ਅਤੇ XI ਦਾ, ਇਹਦੇ 'ਚ ਬੱਚਿਓ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਹੁਣ ਜਿਹਦੇ ਨਾਲ P ਲੱਗੀ ਹੋਈ ਆ, ਆਹ ਵਾਲੀ ਜਿਹੜੀ ਟਰਮ ਆ ਨਾ, ਇਹਨੂੰ ਅਸੀਂ ਵਿੱਚ ਨਹੀਂ ਜੋੜਨਾ। ਇਹਨੂੰ ਜਿਸ ਤਰ੍ਹਾਂ ਇੱਥੇ ਅਸੀਂ ਪਲੱਸ ਪਾ ਕੇ ਲਿਖਿਆ ਸੀ ਉਸੇ ਤਰ੍ਹਾਂ ਹੀ 35P ਲਿਖਾਂਗੇ ਹੁਣ ਨਾਲ, ਕਿਉਂਕਿ ਆਹ ਨੰਬਰ ਨਾਲ ਐਡ ਨਹੀਂ ਜੇ ਹੋਣਾ ਇਹਦੇ 'ਚ। ਇੱਥੇ ਇਹ ਧਿਆਨ ਰੱਖਿਓ, ਕਈ ਵਾਰੀ ਬੱਚੇ ਗਲਤੀ ਕਰ ਲੈਂਦੇ ਆ, P ਵੱਖਰਾ ਕਰ ਲੈਂਦੇ ਆ ਅਤੇ 35 ਨੂੰ ਵਿੱਚ ਜੋੜ ਦਿੰਦੇ ਆ। ਤੁਸੀਂ ਇਹਦਾ ਜੋੜ ਬਿਲਕੁਲ ਨਹੀਂ ਕਰਨਾ। ਬਾਕੀ ਜੋੜਾਂਗੇ ਅਸੀਂ 270 375 270 ਅਤੇ 25, ਇਹਨਾਂ ਦਾ ਜੋੜ ਕਰਾਂਗੇ, ਇਹਦਾ ਨਹੀਂ ਕਰਨਾ। 5 5 10, ਇੱਥੇ ਕਿੰਨਾ ਆ ਗਿਆ 0, 1 ਹਾਸਲ, 2 ਅਤੇ 1 3 ਅਤੇ 7 10, 10 ਅਤੇ 7 17, 17 ਅਤੇ 7 24, 2 ਹਾਸਲ, 2 2 4 3 7 8 9 940 ਇਹ ਆ ਗਏ, ਪਲੱਸ 35P। ਆ ਇਸ ਤਰ੍ਹਾਂ ਲਿਖਣਾ ਜੇ। ਹੁਣ ਸਾਡੇ ਕੋਲ ਜੋ ਫਾਰਮੂਲਾ ਸੀ ਉਹਦੀਆਂ ਵੈਲਿਊਜ਼ ਆ ਗਈਆਂ ਨੇ, ਅਸੀਂ ਫਾਰਮੂਲੇ 'ਚ ਲਿਖਾਂਗੇ ਅਤੇ ਇਹਨੂੰ ਨਾਲ ਦੀ ਨਾਲ ਸੋਲਵ ਕਰਾਂਗੇ। ਹੁਣ ਆ ਦੇਖੋ, ਸਾਨੂੰ X ਬਾਰ ਦਾ ਜਿਹੜਾ ਮੁੱਲ ਸੀਗਾ, ਮੈਂ ਇੱਥੇ ਸਾਈਡ 'ਤੇ ਲਿਖ ਦਿੰਦਾ ਵਾਂ। ਸਾਨੂੰ ਜਿਹੜਾ ਮੀਨ ਦਿੱਤਾ ਹੋਇਆ ਸੀਗਾ, ਯਾਨੀ ਕਿ ਮੱਧਮਾਨ, ਉਹ ਕਿੰਨਾ ਦਿੱਤਾ 25। ਹੁਣ ਇੱਥੇ ਲਿਖਦੇ ਹਾਂ, ਇਸੇ ਫਾਰਮੂਲੇ ਦੇ ਵਿੱਚ
ਸਭ ਤੋਂ ਪਹਿਲਾਂ ਕੀ ਆ ਜਾਏਗਾ 25 ਬਰਾਬਰ, ਹੁਣ ਸਮੇਸ਼ਨ FI ਦਾ ਮੁੱਲ ਕਿੰਨਾ 940 ਜਮ੍ਹਾਂ 35P, ਉਹ ਲਿਖਾਂਗੇ ਅਸੀਂ ਇੱਥੇ 940 ਜਮ੍ਹਾਂ 35P ਬਟਾ ਇਹਦੇ ਥੱਲੇ ਹੁਣ ਕੀ ਆ ਸਮੇਸ਼ਨ FI, ਇਹਦਾ ਮੁੱਲ ਕਿੰਨਾ 44 ਜਮ੍ਹਾਂ P, ਉਹ ਇੱਥੇ ਆ ਜਾਏਗਾ 44 ਪਲੱਸ P। ਆਹ ਅਸੀਂ ਲਿਖ ਲਿਆ। ਹੁਣ ਇਹਨੂੰ ਅਸੀਂ ਕੈਲਕੂਲੇਟ ਕਰਦੇ ਹਾਂ, ਦੇਖਦੇ ਹਾਂ। ਆਹ ਦੇਖੋ ਬੱਚਿਓ, ਸਭ ਤੋਂ ਪਹਿਲਾਂ ਤਾਂ ਅਸੀਂ ਇਹਨਾਂ ਦੀ ਤਿਰਛੀ ਗੁਣਾ ਕਰ ਦਿੰਦੇ ਹਾਂ। ਇੱਧਰੋਂ ਇੱਧਰ ਕੀ ਆ ਜਾਏਗਾ 25, ਇਹਦੀ ਜਿਹੜੀ ਗੁਣਾ ਕਰਨੀ ਆ ਉਹਦੇ ਨਾਲ ਦੇਖੋ ਬਰੈਕਟ ਪਾ ਲਾਂਗੇ ਅਸੀਂ ਪਹਿਲਾਂ, ਕਿੰਨਾ ਆ ਗਿਆ 44 ਜਮ੍ਹਾਂ P, ਇੱਧਰ ਉਹੀ ਬਾਕੀ ਰਹਿ ਜਾਏਗਾ 940 ਜਮ੍ਹਾਂ 35P। ਹੁਣ ਆ ਦੇਖੋ ਇਹਨਾਂ ਦੀ ਮਲਟੀਪਲਾਈ ਕਰਾਂਗੇ, 25 ਚੌਕਾ 100, 0 ਲਾਇਆ 10 ਬਚਿਆ, ਫਿਰ 25 ਚੌਕਾ 100 ਅਤੇ 10 110, ਯਾਨੀ ਕਿ ਇਹਦਾ ਸਾਡੇ ਕੋਲ ਕਿੰਨਾ ਆ ਗਿਆ 1100। ਉਸ ਤੋਂ ਬਾਅਦ 25 ਨੂੰ P ਨਾਲ ਗੁਣਾ ਕਰਾਂਗੇ ਅਤੇ ਕਿੰਨਾ ਆਏਗਾ 25P ਬਰਾਬਰ 940 ਜਮ੍ਹਾਂ 35P। ਹੁਣ P ਵਾਲੀਆਂ ਟਰਮਾਂ ਇੱਕ ਪਾਸੇ ਕਰ ਲੈਂਦੇ ਹਾਂ ਅਤੇ ਦੂਸਰੀਆਂ ਇੱਕ ਪਾਸੇ। ਹੁਣ ਆਹ ਦੇਖੋ 25P ਅਸੀਂ ਇੱਧਰ ਲੈ ਜਾਂਦੇ ਹਾਂ ਅਤੇ ਇਹਨੂੰ ਇੱਧਰ ਲੈ ਆਉਂਦੇ ਹਾਂ। ਇਹ ਸਾਡੇ ਕੋਲ ਕੀ ਬਚੇਗਾ 1100, 940 ਪਲੱਸ ਦਾ ਇੱਧਰ ਆ ਕੇ ਮਾਈਨਸ ਹੋ ਜਾਏਗਾ, ਮਾਈਨਸ 940, ਇੱਧਰ ਕਿੰਨਾ ਵਾ ਪਲੱਸ ਦਾ 35P, ਅਤੇ ਪਲੱਸ 25 ਵਾਲਾ ਜਿਹੜਾ ਇੱਧਰ ਜਾ ਕੇ ਮਾਈਨਸ 25P ਹੋ ਜਾਏਗਾ। ਹੁਣ ਇਹਨਾਂ ਨੂੰ ਅਸੀਂ ਸੋਲਵ ਕਰੀਏ, ਮਾਈਨਸ ਕਰੀਏ ਪਹਿਲਾਂ। 1100 ਵਿੱਚੋਂ 940 ਗਏ ਅਤੇ ਕਿੰਨੇ ਬਚਦੇ ਆ ਦੇਖੋ 0, 10 ਚੋਂ 4 ਗਏ 6 ਅਤੇ 1, 10 ਚੋਂ 9 ਗਏ ਅਤੇ 160 ਆ ਗਏ। 160 ਅਤੇ 35 ਵਿੱਚੋਂ 25 ਗਏ ਅਤੇ ਸਾਨੂੰ ਪਤਾ ਕਿੰਨਾ ਦਾ 10, ਅਤੇ ਨਾਲ ਕੀ ਆ ਜਾਏਗਾ P। ਹੁਣ ਆ ਜਿਹੜੀ P ਨਾਲ 10 ਮਲਟੀਪਲਾਈ ਆ, ਇੱਧਰ ਆ ਕੇ 160 ਨੂੰ ਇਹ ਡਿਵਾਈਡ ਕਰੇਗਾ। ਇਹ ਬਣ ਗਿਆ 160 ਬਟਾ 10 ਬਰਾਬਰ P। ਆ ਦੇਖੋ 0 ਨਾਲ 0 ਕੱਟ, ਬਾਕੀ ਕੀ ਬਚਿਆ 16, ਅਤੇ ਕਿੰਨਾ ਆਨਸਰ ਆ ਗਿਆ 16 ਬਰਾਬਰ P, ਜਾਂ ਇਹਨੂੰ ਅਸੀਂ ਕੀ ਲਿਖ ਸਕਦੇ ਹਾਂ P ਇਜ਼ ਇਕੁਅਲ ਟੂ 16। ਇਹ ਸਾਡੀ P ਦੀ ਵੈਲਿਊ ਆ ਗਈ, ਜਿਹੜਾ ਅਸੀਂ ਉਹਦੇ 'ਚ ਫਰੀਕੁਐਂਸੀ ਵਿੱਚ ਲੱਭਣਾ ਸੀਗਾ। ਅਤੇ ਇਹ ਸੀਗਾ ਬੱਚਿਓ ਕੁਐਸਚਨ ਨੰਬਰ ਤੁਹਾਡਾ 11। ਇਸ ਤੋਂ ਬਾਅਦ ਅਗਲਾ ਕੁਐਸਚਨ ਦੇਖਦੇ ਹਾਂ। ਆ ਦੇਖੋ ਬੱਚਿਓ, ਜਿਹੜਾ 12ਵਾਂ ਕੁਐਸਚਨ ਵਾ, ਇਹਦੇ 'ਚ ਕੀ ਆ ਕਿ ਵੱਧ ਪ੍ਰਕਾਰ ਦਾ ਤੋਰਨ ਅਤੇ ਘੱਟ ਪ੍ਰਕਾਰ ਦਾ ਤੋਰਨ ਬਣਾਓ, ਇਸ ਤੋਂ ਮੱਧਿਕਾ ਵੀ ਪਤਾ ਕਰੋ, ਯਾਨੀ ਕਿ ਡਰਾ ਮੋਰ ਦੈਨ ਐਂਡ ਲੈਸ ਦੈਨ ਉਜਾਈਵ, ਆਲਸੋ ਫਾਈਂਡ ਮੀਡੀਅਨ। ਅਸੀਂ ਇਹਦੇ 'ਚ ਮੀਡੀਅਨ ਵੀ ਫਾਈਂਡ ਕਰਨਾ ਵਾ। ਇਹ ਸਾਨੂੰ ਵਰਗ ਅੰਤਰਾਲ ਦਿੱਤੇ ਹੋਏ ਨੇ ਔਰ ਇਹ ਸਾਨੂੰ ਬਾਰੰਬਾਰਤਾ ਯਾਨੀ ਫਰੀਕੁਐਂਸੀ ਦਿੱਤੀ ਆ। ਦੇਖੋ ਦੋਨੋਂ ਪ੍ਰਕਾਰ ਦਾ ਤੋਰਨ ਅਸੀਂ ਬਣਾਉਣਾ, ਅਤੇ ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਜਿਹੜਾ ਤੋਂ ਘੱਟ ਪ੍ਰਕਾਰ ਦਾ, ਯਾਨੀ ਕਿ ਉਹਦੇ 'ਚ ਕੀ ਕਰਨਾ ਵਾ। ਆ ਦੇਖੋ ਮੈਂ ਤੁਹਾਨੂੰ ਸਿਰਫ ਇੱਥੇ ਦੱਸਣ ਲੱਗਾ, ਸੋਲੂਸ਼ਨ ਤੁਹਾਨੂੰ ਮੈਂ ਦੱਸਾਂਗਾ ਉਹਦਾ ਕਾਪੀ ਦੇ ਉੱਪਰ। ਇਹ ਸਾਡੇ ਕੋਲ ਵਰਗ ਅੰਤਰਾਲ ਆ। ਜਦੋਂ ਅਸੀਂ ਘੱਟ ਪ੍ਰਕਾਰ ਦਾ ਤੋਰਨ ਬਣਾਉਣਾ ਵਾ ਅਤੇ ਅਸੀਂ ਇੱਧਰ ਵਾਲੀਆਂ ਵੈਲਿਊ ਲੈਣੀਆਂ ਨੇ, ਇਹ ਵਾਲੀਆਂ ਸਾਰੀਆਂ, ਅਤੇ ਕੀ ਲਿਖਾਂਗੇ। ਜਿਸ ਤਰ੍ਹਾਂ ਸਭ ਤੋਂ ਪਹਿਲਾਂ ਕੀ ਹੈ 40, ਅਸੀਂ ਲਿਖਾਂਗੇ 40 ਤੋਂ ਘੱਟ। ਉਸ ਤੋਂ ਬਾਅਦ ਇਹ ਵਾਲੀ 50 ਤੋਂ ਘੱਟ, ਫਿਰ 60 ਤੋਂ ਘੱਟ, ਉਸ ਤੋਂ ਬਾਅਦ 70 ਤੋਂ ਘੱਟ। ਇਹ ਸਾਰੀਆਂ ਅਸੀਂ ਇਸੇ ਤਰ੍ਹਾਂ ਲਿਖ ਲੈਣਾ, ਅਤੇ ਲਾਸਟ ਵਾਲਾ ਕੀ ਆਏਗਾ 100 ਤੋਂ ਘੱਟ। ਇਹ ਹੋ ਗਿਆ ਤੋਂ ਘੱਟ ਪ੍ਰਕਾਰ ਦਾ। ਜਦੋਂ ਅਸੀਂ ਤੋਂ ਵੱਧ ਪ੍ਰਕਾਰ ਦਾ ਤੋਰਨ ਖਿੱਚਣਾ, ਅਤੇ ਉਦੋਂ ਅਸੀਂ ਇੱਧਰ ਵਾਲੇ ਸਾਰੇ ਜਿਹੜੇ ਨੇ ਅੰਤਰਾਲ ਜਿਹੜੇ ਨੇ ਉਹ ਲਵਾਂਗੇ। ਉਹਦੇ 'ਚ ਕੀ ਦਿੱਤਾ ਹੋਇਆ ਵਾ 30 ਤੋਂ ਸ਼ੁਰੂ ਕੀਤਾ ਆ, ਅਤੇ ਅਸੀਂ ਇੱਥੇ ਕੀ ਲਿਖਾਂਗੇ 30 ਤੋਂ ਵੱਧ। ਇਹ ਤੁਹਾਨੂੰ ਮੈਂ ਦੱਸਦਾ ਪਿਆ ਵਾ, ਜਦੋਂ ਕਾਪੀ 'ਤੇ ਮੈਂ ਕਰਾਂਗਾ ਫਿਰ ਮੈਂ ਤੁਹਾਨੂੰ ਉੱਥੇ ਲਿਖ ਦਾਂਗਾ ਆਹ ਵਾਲੇ ਸਾਰੇ। ਉਸ ਤੋਂ ਬਾਅਦ ਦੂਸਰੇ ਨੰਬਰ 'ਤੇ 40 ਤੋਂ ਵੱਧ, ਅਤੇ ਜਿਹੜਾ ਇਹਦੇ 'ਚ ਲਾਸਟ ਵਾਲਾ ਆਏਗਾ ਉਹ ਕਿਹਦੇ ਤੋਂ ਵੱਧ ਆਏਗਾ 90 ਤੋਂ ਵੱਧ, 90 ਤੋਂ ਵੱਧ। ਬਾਕੀ ਇਹਦਾ ਜਿਹੜਾ ਟੇਬਲ ਉਹ ਕਿਸ ਤਰ੍ਹਾਂ ਬਣਨਾ ਵਾ, ਚਲੋ ਦੇਖਦੇ ਹਾਂ ਉਹਦਾ ਸੋਲੂਸ਼ਨ। ਆਹ ਦੇਖੋ ਬੱਚਿਓ, ਸਭ ਤੋਂ ਪਹਿਲਾਂ ਹੁਣ ਮੈਂ ਇੱਥੋਂ ਸ਼ੁਰੂ ਕਰਨ ਲੱਗਾ ਸਵਾਲ। ਪਹਿਲਾ ਜਿਹੜਾ ਵਾ ਤੋਂ ਘੱਟ ਪ੍ਰਕਾਰ ਦਾ ਤੋਰਨ ਬਣਾਉਣਾ ਵਾ, ਅਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਉੱਪਰਲੀ ਜਿਹੜੀ ਅੰਤਰਾਲ ਦੀ ਹੱਦ ਹੁੰਦੀ ਆ, ਉੱਪਰਲੀ ਸੀਮਾ ਜਿਹੜੀ ਆ ਅਸੀਂ ਉਹ ਲੈਣੀ ਆ। ਜਿਸ ਤਰ੍ਹਾਂ 40 ਤੋਂ ਘੱਟ
ਇੱਥੇ ਅਸੀਂ 40 ਤੋਂ ਘੱਟ ਲਿਖਿਆ, ਫਿਰ 50 ਤੋਂ ਘੱਟ, ਫਿਰ 60 ਤੋਂ ਘੱਟ ਇੱਧਰ ਵਾਲੇ ਲੈਣੇ ਆ, ਅਤੇ ਵੱਧ ਪ੍ਰਕਾਰ 'ਚ ਜਿਹੜੀਆਂ ਹੇਠਲੀਆਂ ਸੀਮਾਵਾਂ ਨੇ ਉਹ ਲਿਖਣੀਆਂ ਅਸੀਂ। ਹੁਣ ਸਭ ਤੋਂ ਪਹਿਲਾਂ ਤੋਂ ਘੱਟ ਪ੍ਰਕਾਰ ਦਾ ਤੋਰਨ ਬਣਾਉਂਦੇ ਆ, ਅਤੇ ਆਹ ਦੇਖੋ 40 ਤੋਂ ਘੱਟ। ਹੁਣ ਇੱਥੋਂ ਇਹਨੂੰ ਕਾਪੀ 'ਤੇ ਲਿਖ ਲੈਂਦੇ ਇਸ ਤਰ੍ਹਾਂ ਹੀ। ਆਹ ਦੇਖੋ ਸਭ ਤੋਂ ਪਹਿਲੇ ਨੰਬਰ 'ਤੇ ਕੀ ਆਏਗਾ, 40 ਤੋਂ ਘੱਟ। ਉਸ ਤੋਂ ਬਾਅਦ 50 ਤੋਂ ਘੱਟ, 60 ਤੋਂ ਘੱਟ, 70 ਤੋਂ ਘੱਟ। ਇਹ ਸਾਰੇ ਤੁਸੀਂ ਇਸੇ ਤਰ੍ਹਾਂ ਲਿਖ ਲੈਣੇ ਆ। ਜੇ ਤੁਸੀਂ ਵੀ ਨਾਲ ਕਾਪੀ ਪੈਨ ਰੱਖਿਆ ਫਿਰ ਤਾਂ ਬਹੁਤ ਵਧੀਆ, ਨਾਲ ਨਾਲ ਤੁਸੀਂ ਵੀ ਸੋਲਵ ਕਰੋਗੇ ਤਾਂ ਤੁਹਾਨੂੰ ਜ਼ਿਆਦਾ ਈਜ਼ੀ ਲੱਗੇਗਾ ਔਰ ਸਮਝ ਵੀ ਜਲਦੀ ਆਏਗੀ। ਇੱਥੇ ਲਾਸਟ ਵਾਲਾ ਆ ਗਿਆ 100 ਤੋਂ ਘੱਟ। ਇਹ ਸਾਡੇ ਕੋਲ ਬਣ ਗਿਆ ਤੋਂ ਘੱਟ ਪ੍ਰਕਾਰ ਦੇ ਤੋਰਨ ਵਾਸਤੇ ਵਰਗ ਅੰਤਰਾਲ ਵਾਲਾ ਪਾਸਾ। ਫਿਰ ਅਸੀਂ ਫ੍ਰੀਕੁਐਂਸੀ ਜਿਹੜੀ ਦਿੱਤੀ ਹੋਈ ਆ ਅਸੀਂ ਉਹਨੂੰ ਉਸੇ ਤਰ੍ਹਾਂ ਲਿਖ ਲੈਣਾ। ਉਹ ਦੇਖਦੇ ਹਾਂ ਸ਼ੀਟ ਦੇ ਉੱਪਰ ਕਿਹੜੀ ਆ। ਸਭ ਤੋਂ ਪਹਿਲਾਂ ਦਿੱਤੀ ਹੋਈ ਜੇ ਇੱਥੇ ਫ੍ਰੀਕੁਐਂਸੀ 14, 6, 10, 20, 30, 8 ਅਤੇ ਲਾਸਟ ਵਾਲੀ 12। ਹੁਣ ਬੱਚੋ ਇਹ ਬਿਲਕੁਲ ਜਿਸ ਤਰ੍ਹਾਂ ਅਸੀਂ ਮੀਡੀਅਨ ਵਾਲਾ ਸਵਾਲ ਕੀਤਾ ਸੀ ਯਾਨੀ ਮੱਧਿਕਾ, ਇਸ ਸਵਾਲ 'ਚ ਉਹਨਾਂ ਨੇ ਕਿਹਾ ਵਾ ਮੱਧਿਕਾ ਵੀ ਪਤਾ ਕਰਨੀ ਆ। ਅਸੀਂ ਅਗਲਾ ਖਾਨਾ ਉਸੇ ਤਰ੍ਹਾਂ ਹੀ ਸੰਚਵੀਂ ਬਾਰੰਬਾਰਤਾ ਦਾ ਬਣਾਵਾਂਗੇ। ਯਾਨੀ ਕਿ ਜਿਹੜਾ ਸਾਡਾ ਖਾਨਾ ਬਣੇਗਾ ਉਹ ਬਣੇਗਾ ਕਮਿਊਲੇਟਿਵ ਫ੍ਰੀਕੁਐਂਸੀ ਦਾ CF ਵਾਲਾ। ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਪਿੱਛੇ ਤੁਹਾਨੂੰ ਦੱਸਿਆ ਸੀਗਾ, ਪਹਿਲਾਂ 14 ਜੋ ਪਹਿਲੀ ਫ੍ਰੀਕੁਐਂਸੀ ਉਹ ਲਿਖ ਲੈਣੀ ਆ, ਫਿਰ ਉਹਦੇ 'ਚ ਅਗਲੀ ਫ੍ਰੀਕੁਐਂਸੀ ਪਲੱਸ ਕਰਨੀ ਆ। ਹੁਣ ਉਹ ਸਵਾਲ ਤੁਸੀਂ ਕੀਤਾ ਹੀ ਆ। ਇੱਥੇ ਮੈਂ ਤੁਹਾਨੂੰ ਉਤਰਾ ਦੱਸਣਾ 14 ਜਮ੍ਹਾਂ 6 ਕਿੰਨਾ ਆ ਗਿਆ 20, ਅਤੇ 20 ਅਤੇ 10 30, ਅਤੇ 30 ਅਤੇ 20 50, ਅਤੇ 50 ਅਤੇ 30 80, 80 ਅਤੇ 8 88, ਅਤੇ 88 ਅਤੇ 12 ਕਿੰਨਾ ਆ ਗਿਆ 100। ਇਹ ਸਾਡੇ ਕੋਲ ਸੰਚਵੀਂ ਬਾਰੰਬਾਰਤਾ ਦਾ ਖਾਨਾ ਬਣ ਗਿਆ। ਹੁਣ ਇਹ ਸਾਡੇ ਕੋਲ ਟੇਬਲ ਬਿਲਕੁਲ ਤਿਆਰ ਆ, ਅਤੇ ਅੱਗੇ ਦੇਖਦੇ ਹਾਂ ਅਸੀਂ ਕਿ ਇਹਦਾ ਤੋਰਨ ਜਿਹੜਾ ਵਾ ਉਹ ਕਿਸ ਤਰ੍ਹਾਂ ਬਣੇਗਾ। ਆਹ ਦੇਖੋ ਬੱਚਿਓ, ਜਦੋਂ ਹੁਣ ਤੋਂ ਘੱਟ ਪ੍ਰਕਾਰ ਦਾ ਤੋਰਨ ਜਦੋਂ ਖਿੱਚਣਾ ਵਾ ਇਸ ਤਰ੍ਹਾਂ ਗਰਾਫ ਦੇ ਉੱਪਰ ਲਾਈਨਾਂ ਲਗਾ ਲੈਣੀਆਂ ਨੇ। ਹੁਣ ਜਿਹੜਾ ਸਾਡੇ ਕੋਲ ਆਹ ਵਾਲਾ ਵਾ ਇਹ ਹੈਗਾ ਸਾਡੇ ਕੋਲ X ਧੁਰਾ, ਅਤੇ ਜਿਹੜਾ ਉੱਪਰ ਵਾਲਾ ਵਾ ਇਹਨੂੰ ਅਸੀਂ ਕੀ ਬੋਲਦੇ ਹਾਂ Y ਧੁਰਾ। ਇਹ ਤੁਸੀਂ ਦੇਖ ਲਓ। ਅਤੇ ਉਸ ਤੋਂ ਬਾਅਦ ਜਦੋਂ ਅਸੀਂ ਇਹਦਾ ਗਰਾਫ ਬਣਾਉਣਾ ਵਾ ਅਤੇ ਅਸੀਂ Y ਧੁਰੇ ਵਾਲੇ ਪਾਸੇ ਅਸੀਂ ਕੀ ਲੈਣਾ ਹੈ, Y ਧੁਰੇ ਦੇ ਉੱਪਰ ਅਸੀਂ ਕੀ ਲੈਣਾ, ਸੰਚਵੀਂ ਜਿਹੜੀ ਬਾਰੰਬਾਰਤਾ ਸਾਡੀ CF ਸੀਗਾ ਅਸੀਂ ਇਸ ਪਾਸੇ ਇਹਨੂੰ ਲਿਖਣਾ ਵਾ ਸੰਚਵੀਂ ਬਾਰੰਬਾਰਤਾ ਯਾਨੀ ਕਿ CF। ਇਹ ਸਾਡਾ ਆਏਗਾ ਇਸ ਧੁਰੇ 'ਤੇ। ਇੱਧਰਲੇ ਪਾਸੇ ਜਿਹੜੀਆਂ ਸਾਡੀਆਂ ਉੱਪਰਲੀਆਂ ਸੀਮਾਵਾਂ ਸੀਗੀਆਂ ਅਸੀਂ ਉਹ ਲਿਖਣੀਆਂ ਨੇ ਉੱਪਰਲੀਆਂ ਸੀਮਾਵਾਂ ਇੰਗਲਿਸ਼ ਦੇ ਵਿੱਚ ਕੀ ਲਿਖਾਂਗੇ, ਅੱਪਰ ਲਿਮਿਟਸ। ਹੁਣ ਆਹ ਸਾਨੂੰ ਪਤਾ ਇੱਥੇ ਅਸੀਂ 0 ਲੈਂਦੇ ਹਾਂ। ਜਿਹੜਾ ਸਾਡਾ ਸੰਚਵੀਂ ਬਾਰੰਬਾਰਤਾ ਦਾ ਜਿਹੜਾ ਬਣਿਆ ਸੀਗਾ ਕਾਲਮ ਮੈਂ ਤੁਹਾਨੂੰ ਦਿਖਾਉਣਾ ਵਾ। ਆਹ ਦੇਖੋ ਇਹਦੇ ਵਿੱਚ ਸਾਡੇ ਕੋਲ ਸਭ ਤੋਂ ਵੱਡਾ ਕੀ ਆ ਰਿਹਾ 100। ਜਦੋਂ ਅਸੀਂ ਇੱਥੇ CF ਯਾਨੀ ਕਿ ਸੰਚਵੀਂ ਬਾਰੰਬਾਰਤਾ ਬਣਾਈ ਸੀ 14 ਤੋਂ ਸ਼ੁਰੂ ਹੋ ਕੇ, ਤਾਂ ਸਾਡੇ ਕੋਲ ਸਭ ਤੋਂ ਵੱਡਾ ਨੰਬਰ ਕੀ ਆ ਰਿਹਾ 100। ਹੁਣ ਅਸੀਂ ਇਹਦੀ ਵੰਡ ਕਰ ਲਾਂਗੇ ਗਰਾਫ ਦੀ, ਅਤੇ ਜਿਹੜੀ ਇੱਧਰ ਸਾਡੇ ਕੋਲ ਕਲਾਸ ਲਿਮਿਟਸ ਜਿਹੜੀਆਂ ਸੀਗੀਆਂ, ਕਲਾਸ ਇੰਟਰਵਲ ਸੀਗੇ, ਉਹਦੇ 'ਚ ਉੱਪਰਲੀ ਹੱਦ 40 ਤੋਂ ਲੈ ਕੇ ਅਤੇ 100 ਤੱਕ ਆ। ਅਤੇ ਚਲੋ ਦੇਖਦੇ ਹਾਂ ਗਰਾਫ ਦੇ ਉੱਪਰ ਇਹਨੂੰ। ਆਹ ਦੇਖੋ ਸੰਚਵੀਂ ਬਾਰੰਬਾਰਤਾ ਸਾਡੀ ਸਭ ਤੋਂ ਵੱਡੀ 100 ਸੀਗੀ। ਅਸੀਂ ਆਹ ਜਿਹੜੇ ਖਾਨੇ ਨੇ ਇਹਨਾਂ ਨੂੰ ਅਸੀਂ 10-10 ਲੈ ਕੇ ਚੱਲਦੇ ਹਾਂ ਅਤੇ ਦੇਖਦੇ ਹਾਂ ਸਾਡੇ ਕੋਲ 100 ਕਿੱਥੋਂ ਤੱਕ ਆ ਜਾਂਦਾ। ਦੇਖੋ 0, ਉਸ ਤੋਂ ਬਾਅਦ 10, 20, 30, ਉਸ ਤੋਂ ਬਾਅਦ 40, 50, 60, 70, 80, 90 ਅਤੇ ਲਾਸਟ ਆ ਗਿਆ 100। ਇਹ ਸਾਡੇ ਕੋਲ ਸੰਚਵੀਂ ਬਾਰੰਬਾਰਤਾ ਵਾਲਾ ਪਾਸਾ ਬਣ ਗਿਆ। ਉਸ ਤੋਂ ਬਾਅਦ ਉੱਪਰਲੀਆਂ ਸੀਮਾਵਾਂ ਅੱਪਰ ਲਿਮਿਟ ਜਿਹੜੀਆਂ ਉੱਪਰਲੀਆਂ ਸੀਮਾਵਾਂ ਸੀ ਉਹ ਅਸੀਂ ਦੇਖ ਲੈਂਦੇ ਹਾਂ ਕਿੱਥੋਂ ਸ਼ੁਰੂ ਹੁੰਦੀਆਂ ਸੀ ਸਾਡੇ ਕੋਲ 40 ਤੋਂ,
तो असी इत्थों शुरू कर लाँगे 40 तो लैके 100 तक जाना। 40 50 60 70 80 90 ਤੇ 100, क्योंकि भी उपरली जी लास्ट सी 100 तक सी। ये साढ़े कोल बन गया। हुण असी इहदियां जिहड़ियां वैल्यूज़ ने वो लगा के उसे जिहड़ी असी साढ़े कोल बारंबारता दित्ती सीगी, मैं वो टेबल तुहानूं नाल नाल दिखाई जावांगा। तो उहदे ते असी आ देखो बच्चों, सब तो पहला 40 तो घट वाले की जिहड़ी वैल्यू आ वो किन्नी आ 14, यानी फ्रिक्वेंसी किन्नी आ 14। आ देखो इत्थे हुण इधर असी कम्यूलेटिव फ्रिक्वेंसी लई आ, असी ऐस खाने के लास्ट वाले ते जाना वा, जिहड़ा साडे कोल ए वाला लास्ट कॉलम आ। सब तो पहला वैल्यू किन्नी आ 14। असी ये वाली जिहड़ी कम्यूलेटिव फ्रिक्वेंसी आ संचवी बारंबारता उहनूं इत्थे लावांगे। आ देखो इत्थे किन्ना वा 10। ये तो अगे असी 4 बॉक्स ले लांगे, 1 2 3 ते 4। इत्थे आ जाएगी 40 तो सामने वाले च इस जगह ते ये बिंदु इत्थे आ गया। ये पहला पॉइंट लग गया। 50 तो घट च किन्नी आ 20। हुण असी चलांगे 50 तो लैके ते 20 तक, इत्थे आ गया। इस तरह 60 वाले खाने च 30, वो साडे कोल इत्थे आ गया। 30 तो बाद 50 70 वाले पासे 50, 40 ते यह आ गया 50। नैक्सट जिहड़ा 80 वाला खाना उहदे च किन्ना 80। 80 वाले खाने च असी इत्थे जावांगे ते 80 इत्थे आ रहा आ वाला। इस तरह असी अगलियां वैल्यू देख लेंगे। 90 वाली 88 आ ते 100 तो घट वाले च 100 आ, यानी कि 90 वाले की वैल्यू 88 आ। असी वो देखांगे कित्थे आएगी। आ देखो आ 90 वाला खाना वा ते 90 तो इत्थे 2 घट बॉक्स जिहड़े वो ले लैने आ। इत्थे आ गया 88। कि तुहानूं पता ही है बच्चों, ग्राफ दे विच एक जिहड़ा बॉक्स पूरा हुंदा वा, इहदे च 10 खाने इधर नूं ते 10 इधर नूं, ते असीं उहदे हिसाब नाल इन्हां दी वंड कर लैंदे आ। जिस तरह 80 तो बाद 10 खाने देखिए तो 8 खाने लवांगे तो 88 आ जाएगा। असीं उहदी निशानी लगा ली। और जिहड़ा लास्ट सीगी उहदी संचवी बारंबारता जिहड़ी बारंबारता 100 सीगी वो असीं इत्थे लगा ली। ये साडे कोल बन गया तो घट प्रकार का तोरण। इनू असीं की करना, फ्री हैंड जोड़ देना। इस तरह इनू स्केल ये यूज़ नहीं करना, इनू फ्री हैंड ही जोड़ना। जिस तरह इत्थे आ गया, इत्थों लास्ट इत्थे। बस आ तुहाडे पॉइंट्स जिहड़े तुहानूं पता होने चाहिए भी कित्थे कित्थे आ रहे आ। ये साडे कोल बन गया तो घट प्रकार का तोरण। तो इत्थे असीं लिख सकते हैं लैस दैन टाइप जां तो घट प्रकार का तोरण। ये असीं इत्थे लिख लिया। तो इंग्लिश विच लैस दैन ओजाइव, हुण अगे असीं देखते हैं फिर टेबल जिहड़ा वा वो जिहड़ा मोर दैन ओजाइव बनाउणा वा वो किस तरह करांगे। चलो देखते हैं। आ देखो बच्चों, मैं इत्थे तुहानूं पहलां दस्सिया सीगा कि जदों तो घट प्रकार का लैना तो उदों जिहड़ी उपरली अपर लिमिट आ उहदे तो घट लिखनी आ। जदों तो वध प्रकार का बनाउणा तो लोअर लिमिट तो वध लिखना, यानी कि इहदे च की आएगा 30 तो वध, फिर 40 तो वध। आ देखो मैं अगे लिखिया होया। इस तरह 50 तो वध, 60 तो, 70 तो, 80 तो, ते लास्ट वाला 90 तो वध। चलो इनू पहलां लिखते हैं, टेबल देखते हैं इहदा। आ देखो बच्चों, पहलां किन्ना आ गया 30 तो वध, उस तो बाद 40 तो वध, फिर 50 तो वध, उस तो बाद 60 तो वध, फिर आ जाएगा 70 तो वध, 90 तक लिखना असी। 80 तो वध ते लास्ट वाला आ गया साडे कोल 90 तो वध। हुण जिहड़ा इहदी जिहड़ी बारंबारता वा उहनूं असीं किस तरह लिखना वा। जिस तरह बारंबारता दित्ती आ उस तरह लिख लांगे इहनूं पहलां असीं, फिर उहदा जोड़ करना। आ देखो इहदी बारंबारता किन्नी है, सब तो पहलां किन्नी दित्ती होई 14। असीं इत्थे लिखांगे यह साडी फ्रिक्वेंसी आ जाएगी 14। दूसरे नंबर ते किन्नी आ 6, उस तो बाद 10, फिर 20, उस तो बाद 30, फिर 8
ਤੇ ਲਾਸਟ ਵਿੱਚ ਕਿੰਨੀ ਆ 12। ਇਹ ਅਸੀਂ ਲਿਖ ਲਈ। ਹੁਣ ਅਸੀਂ ਕੀ ਕਰਨਾ, ਅੱਗੇ ਇਹਦਾ ਜੋੜ ਕਰਾਂਗੇ। ਜਿਹੜੀ ਆ ਸਾਡੇ ਕੋਲ ਫ੍ਰੀਕੁਐਂਸੀ ਵਾਲਾ ਖਾਨਾ ਵਾ, ਇਹਦਾ ਅਸੀਂ ਜੋੜ ਕਰ ਲੈਣਾ। 4 ਤੇ 6 10, 10 ਤੇ 8 18, 18 ਤੇ 2 ਕਿੰਨਾ ਆ ਗਿਆ 20। 2 ਅਸਲ 2 ਤੇ 1 3, 4 2 6, 3 9 ਤੇ 1 10। ਇਹ ਸਾਡੇ ਕੋਲ ਕਿੰਨਾ ਆ ਗਿਆ 100। ਹੁਣੇ ਅਸੀਂ ਉੱਪਰ ਕੁਐਸਚਨ ਕੀਤਾ ਸੀ, ਆ ਦੇਖੋ ਜਦੋਂ ਅਸੀਂ ਕਮਿਊਲੇਟਿਵ ਫ੍ਰੀਕੁਐਂਸੀ ਬਣਾਈ ਸੀ ਉਹਦੇ ਵਿੱਚ ਵੀ 100 ਆਇਆ ਸੀਗਾ, ਯਾਨੀ ਕਿ ਸਾਡਾ ਇਹ ਜੋੜ ਬਿਲਕੁਲ ਸਹੀ ਆ। ਇਹ ਅਸੀਂ ਫ੍ਰੀਕੁਐਂਸੀ ਕੱਢ ਲਈ। ਹੁਣ ਜਿਹੜਾ ਅਗਲਾ ਕਾਲਮ ਜਿਹੜਾ ਬਣਨਾ ਵਾ, ਜਿਹੜੀ ਸਾਡੀ ਕਮਿਊਲੇਟਿਵ ਫ੍ਰੀਕੁਐਂਸੀ ਜਿਹੜੀ ਬਣਨੀ ਆ, ਉਹ ਕਿਸ ਤਰ੍ਹਾਂ ਬਣੇਗੀ, 100 ਦੇ ਵਿੱਚੋਂ ਅਸੀਂ ਇਹਨਾਂ ਨੂੰ ਘਟਾਉਣਾ। ਹੁਣ ਅਸੀਂ ਇਹ ਕਿਉਂਕਿ ਤੋਂ ਵੱਧ ਪ੍ਰਕਾਰ ਦਾ ਬਣਨਾ ਵਾ, ਅਤੇ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਮਾਈਨਸ ਕਰਾਂਗੇ। ਇੱਥੇ ਅਸੀਂ ਲਿਖ ਲਾਂਗੇ ਪਹਿਲਾਂ ਜਿਹੜਾ ਸਾਡਾ ਅਗਲਾ ਖਾਨਾ ਵਾ ਉਹ ਹੈਗਾ ਸੰਚਵੀਂ ਬਾਰੰਬਾਰਤਾ ਦਾ, ਯਾਨੀ ਕਿ ਕਮਿਊਲੇਟਿਵ ਫ੍ਰੀਕੁਐਂਸੀ। ਹੁਣ ਦੇਖੋ ਸਭ ਤੋਂ ਪਹਿਲਾਂ ਕਿੰਨਾ ਦਿੱਤਾ ਆ 100, ਸਭ ਤੋਂ ਉੱਪਰ ਇਹਨੂੰ ਲਿਖਾਂਗੇ ਅਸੀਂ। ਹੁਣ ਇਹਦੇ 'ਚੋਂ ਇੱਕ ਇੱਕ ਕਰਕੇ ਮਾਈਨਸ ਕਰੀ ਜਾਣਾ। ਹੁਣ 100 ਵਿੱਚੋਂ ਪਹਿਲਾਂ ਕਿਹਨੂੰ ਘਟਾਉਣਾ, 14 ਨੂੰ। ਇੱਥੇ ਮੈਂ ਲਿਖ ਦੇਣਾ ਤੁਹਾਨੂੰ ਇਹਦੇ ਨਾਲ ਹੀ, 100 ਵਿੱਚੋਂ ਪਹਿਲਾਂ 14 ਮਾਈਨਸ ਕਰਨੇ ਆ। ਆ ਦੇਖੋ, ਅਤੇ ਸਾਡੇ ਕੋਲ ਅਗਲੀ ਵੈਲਿਊ ਆ ਜਾਏਗੀ 100 ਮਾਈਨਸ 14। ਮੈਂ ਲਿਖ ਕੇ ਦੱਸ ਦਿੰਦਾ ਤੁਹਾਨੂੰ ਸਾਡੇ ਕੋਲ ਕਿੰਨੇ ਆ ਜਾਏਗਾ। ਇਹਦੇ ਵਿੱਚੋਂ ਮਾਈਨਸ ਕੀਤਾ, 10 ਚੋਂ 4 ਗਏ 6, ਅਤੇ 9 ਚੋਂ 1 ਗਿਆ ਅਤੇ 8, 86। ਹੁਣ 86 ਵਿੱਚੋਂ ਇਸੇ ਖਾਨੇ ਵਾਲਾ ਹੀ 6 ਮਾਈਨਸ ਕਰਨਾ। ਕਿੰਨਾ ਆ ਗਿਆ 86 ਮਾਈਨਸ 6 80। 80 ਵਿੱਚੋਂ ਫਿਰ ਇਹਦੇ 'ਚੋਂ 10 ਮਾਈਨਸ ਕੀਤੇ, 80 ਮਾਈਨਸ 10। ਆ ਦੇਖੋ ਇਹ ਇਸ ਤਰ੍ਹਾਂ ਚੱਲਣਾ ਉੱਪਰ ਨੂੰ, ਜਾਂ ਤਾਂ ਉਹਦੇ ਸਾਹਮਣੇ ਦੇਖ ਲਓ ਅਤੇ ਜਾਂ ਕਰਕੇ ਇਸ ਤਰ੍ਹਾਂ ਕਰਕੇ ਦੇਖ ਲਓ। 80 ਮਾਈਨਸ 10 70। ਹੁਣ ਇੱਧਰ ਕਿੰਨਾ ਆ ਗਿਆ 70, ਅਤੇ 70 ਮਾਈਨਸ ਉੱਪਰਲਾ 20, ਇਹ ਕਿੰਨਾ ਆ ਗਿਆ 50। ਹੁਣ ਇੱਥੇ ਆ ਜਾਣਗੇ 50, 50 ਚੋਂ ਕਿੰਨੇ ਮਾਈਨਸ ਕਰਨੇ 30। 50 ਮਾਈਨਸ 30 ਕਿੰਨਾ ਆ ਗਿਆ ਸਾਡੇ ਕੋਲ 20। ਉਸ ਤੋਂ ਬਾਅਦ ਇੱਥੇ ਆ ਜਾਏਗਾ 20, ਅਤੇ 20 ਚੋਂ ਕਿੰਨੇ ਮਾਈਨਸ ਕਰਨੇ ਆ 8। 20 ਮਾਈਨਸ 8 12। ਇਹ 'ਚ ਦੇਖੋ ਇਹਦੀ ਵੈਲਿਊ ਲਾਸਟ ਵਾਲੀ ਅਤੇ ਇਹਦੀ ਲਾਸਟ ਵਾਲੀ ਵੈਲਿਊ ਸਾਡੇ ਕੋਲ ਬਿਲਕੁਲ ਬਰਾਬਰ ਆ ਗਈ ਆ। ਇਹਦਾ ਮਤਲਬ ਸਾਡੀ ਆ ਜਿਹੜੀ ਮਾਈਨਸ ਅਸੀਂ ਕੀਤੀ ਬਿਲਕੁਲ ਸਹੀ ਆ ਗਈ। ਹੁਣ ਜਿਹੜਾ ਸਾਡੇ ਕੋਲ ਸੰਚਵੀਂ ਬਾਰੰਬਾਰਤਾ ਦਾ ਕਾਲਮ ਜਿਹੜਾ ਵਾ, ਸਭ ਤੋਂ ਵੱਧ ਵੈਲਿਊ 100 ਅਤੇ ਸਭ ਤੋਂ ਘੱਟ ਜਿਹੜੀ ਆ ਉਹ 12 ਵਾ। ਇਹਦੇ 'ਚ ਵੀ 10-10 ਦਾ ਫਰਕ ਲੈ ਕੇ ਉਸੇ ਤਰ੍ਹਾਂ ਟੇਬਲ ਬਣਾਵਾਂਗੇ, ਅਤੇ ਇੱਧਰ ਸਾਡੇ ਕੋਲ 30 ਤੋਂ ਵੱਧ ਅਤੇ 90 ਤੱਕ ਆ। ਚਲੋ ਦੇਖਦੇ ਹਾਂ ਇਹਦਾ ਗ੍ਰਾਫ। ਆਹ ਦੇਖੋ ਬੱਚਿਓ, ਜਿਹੜਾ ਹੁਣ ਅਸੀਂ ਬਣਾਉਣਾ ਵਾ ਤੋਰਨ ਅਗਲਾ, ਉਹਦੇ 'ਚ ਤੋਂ ਵੱਧ ਪ੍ਰਕਾਰ ਦਾ ਜਿਹੜੀ ਸਭ ਤੋਂ ਵੱਧ ਵੈਲਿਊ ਸਾਡੇ ਕੋਲ ਪਹਿਲੇ ਨੰਬਰ 'ਤੇ ਕਿੰਨੀ ਆ, ਦੇਖੋ ਇਹਦੇ 'ਚ ਕਾਪੀ ਦੇ ਉੱਪਰ ਪਹਿਲੇ ਨੰਬਰ 'ਤੇ ਕਿੰਨੀ ਆ 100, ਫਿਰ 86, ਫਿਰ 80। 30 ਤੋਂ ਵੱਧ ਕਿੰਨਾ ਵਾ 100। ਹੁਣ ਆਹ ਸਾਡੇ ਕੋਲ 30 ਤੋਂ ਵੱਧ ਕਿੰਨਾ ਆ ਗਿਆ ਇੱਥੇ 100। ਇਹ ਸਾਡੇ ਕੋਲ ਪਹਿਲੀ ਨਿਸ਼ਾਨੀ ਲੱਗ ਗਈ 100 ਦੀ। ਉਸ ਤੋਂ ਬਾਅਦ ਜਿਹੜੀ ਅਗਲੀ ਵੈਲਿਊ ਆ ਉਹ ਤੁਸੀਂ ਦੇਖੋ, ਜਿਹੜੀ 40 ਤੋਂ ਵੱਧ ਵਾ ਉਹ ਮੈਂ ਤੁਹਾਨੂੰ ਦਿਖਾਉਂਦਾ ਇੱਥੇ ਕਿੰਨੀ ਆ। ਆਹ ਦੇਖੋ 40 ਤੋਂ ਵੱਧ ਕਿੰਨੀ ਆ 86। ਅਸੀਂ ਹੁਣ 86 'ਤੇ ਨਿਸ਼ਾਨੀ ਲਾਵਾਂਗੇ। ਉਸ ਤੋਂ ਬਾਅਦ 50 ਤੋਂ ਵੱਧ ਕਿੰਨੀ 80। ਮੈਂ ਨਾਲ ਨਾਲ ਲਗਾਈ ਜਾਂਦਾ ਇੱਥੇ। ਆਹ ਦੇਖੋ 40 ਤੋਂ ਵੱਧ ਜਿਹੜੀ ਆ ਉਹ ਹੈਗੀ ਜੇ 86। ਆਹ ਦੇਖੋ ਆਹ ਵਾਲੇ ਆ ਗਿਆ 40 ਵਾਲਾ, ਇਹਦੇ ਉੱਪਰ ਜਾਵਾਂਗੇ ਅਤੇ 80 5 85 ਅਤੇ ਇੱਕ ਖਾਨਾ ਉੱਪਰ ਇੱਥੋਂ ਜਾਏਗਾ ਬਾਕਸ ਇਹਦਾ, ਉਹ ਬਣ ਜਾਏਗਾ 86। ਉਸ ਤੋਂ ਬਾਅਦ ਦੇਖੋ 50 ਤੋਂ ਵੱਧ ਹੈਗਾ ਜੇ 80। 50 ਵਾਲੀ ਲਾਈਨ 'ਤੇ ਆ ਕੇ 80 ਦੇ ਸਾਹਮਣੇ ਅਸੀਂ ਇੱਥੇ ਨਿਸ਼ਾਨ ਲਗਾ ਦਾਂਗੇ। 60 ਤੋਂ ਵੱਧ ਹੈਗਾ ਜੇ 70, ਉਹ ਇੱਥੇ ਆ ਜਾਏਗਾ। ਉਸ ਤੋਂ ਬਾਅਦ 70 ਤੋਂ ਵੱਧ ਹੈਗਾ ਜੇ 50। 70 ਵਾਲੇ ਖਾਨੇ ਦੇ ਵਿੱਚ ਆ ਕੇ 50 ਦੋਨੋਂ ਇੱਥੇ ਮਿਲ ਗਏ, 50 'ਤੇ ਆ ਗਿਆ ਇਹ ਵਾਲਾ। 80 ਤੋਂ ਵੱਧ ਹੈਗਾ ਜੇ 20, ਅਤੇ 80 ਤੋਂ ਵੱਧ 20, ਇਹ ਆ ਗਿਆ 20 ਇੱਥੇ ਇਹਦੇ ਸਾਹਮਣੇ ਬਿਲਕੁਲ। ਉਸ ਤੋਂ ਬਾਅਦ 90 ਤੋਂ ਵੱਧ ਹੈਗਾ ਜੇ 12, ਯਾਨੀ ਕਿ 10 ਅਤੇ 2 ਬਾਕਸ ਇਹਦੇ ਉੱਪਰ ਆ ਵਾਲੇ ਇੱਥੇ ਆ ਜਾਏਗਾ। ਹੁਣ ਅਸੀਂ ਇਹਨੂੰ ਫਰੀ ਹੈਂਡ ਮਿਲਾ ਦਾਂਗੇ ਆਪਸ ਦੇ ਵਿੱਚ। ਆਹ ਦੇਖੋ ਇੱਥੋਂ ਆ ਗਏ ਇੱਥੇ,
ਇਹਨੂੰ ਇਹਦੇ ਨਾਲ ਮਿਲਾਇਆ, ਫਿਰ ਅੱਗੇ ਇੱਧਰ, ਇਸ ਤੋਂ ਬਾਅਦ ਸਿੱਧਾ ਇੱਥੇ ਆ ਗਏ। ਇਸ ਤੋਂ ਬਾਅਦ ਆ ਲਾਸਟ ਇਹਦੇ 'ਚ, ਅਤੇ ਇਹਦੇ ਤੋਂ ਇਹਨੂੰ ਮਿਲਾਤਾ। ਇਹ ਸਾਡੇ ਕੋਲ ਦੋਨੋਂ ਤਰ੍ਹਾਂ ਦੇ ਤੋਰਨ ਬਣ ਗਏ। ਹੁਣ ਆਹ ਜਿਹੜਾ ਤੋਰਨ ਉੱਪਰੋਂ ਸ਼ੁਰੂ ਹੋਇਆ ਵਾ, ਇਹਨੂੰ ਅਸੀਂ ਬੋਲਦੇ ਹਾਂ ਤੋਂ ਵੱਧ ਪ੍ਰਕਾਰ ਦਾ ਤੋਰਨ, ਯਾਨੀ ਕਿ ਇਹਨੂੰ ਕਹਿੰਦੇ ਆ ਗ੍ਰੇਟਰ ਦੈਨ, ਓਜਾਈਵ ਜਾਂ ਮੋਰ ਦੈਨ। ਇਹ ਸਾਡੇ ਕੋਲ ਦੋਨੋਂ ਤਰ੍ਹਾਂ ਦੇ ਤੋਰਨ ਤਿਆਰ ਹੋ ਗਏ। ਕਾਲਮ ਤੁਹਾਨੂੰ ਜਿਹੜੇ ਦੇ ਬਣੇ ਸੀਗੇ ਉਹ ਟੇਬਲ ਮੈਂ ਤੁਹਾਨੂੰ ਪਹਿਲਾਂ ਦਿਖਾ ਦਿੱਤਾ। ਤੁਸੀਂ ਆਪਣੀ ਕਾਪੀ ਦੇ ਉੱਪਰ ਦੋਨੋਂ ਇਕੱਠੇ ਬਣਾ ਲਿਓ, ਇਸੇ ਤਰੀਕੇ ਨਾਲ ਸੋਲਵ ਕਰ ਲਿਓ। ਉਸ ਤੋਂ ਬਾਅਦ ਗ੍ਰਾਫ ਪੇਪਰ ਲੈ ਕੇ ਉਹਦੇ ਉੱਪਰ ਇਹਦੀ ਪ੍ਰੈਕਟਿਸ ਜ਼ਰੂਰ ਕਰ ਲਿਓ। ਹੁਣ ਅੱਗੇ ਸਾਨੂੰ ਇਸੇ ਕੁਐਸਚਨ 'ਚ ਮੈਂ ਤੁਹਾਨੂੰ ਸ਼ੀਟ ਦਿਖਾਉਂਦਾ ਵਾ, ਉਹਨਾਂ ਨੇ ਲਾਸਟ ਵਿੱਚ ਸਾਨੂੰ ਕੀ ਕਿਹਾ ਸੀਗਾ। ਆਹ ਦੇਖੋ, ਇਹਦੇ ਵਿੱਚ ਉਹਨਾਂ ਸਾਨੂੰ ਕੀ ਕਿਹਾ ਸੀਗਾ ਕਿ ਜਿਹੜੇ ਡਰਾ ਕਰਨੇ ਆ ਮੋਰ ਦੈਨ ਅਤੇ ਲੈਸ ਦੈਨ ਓਜਾਈਵ, ਆਲਸੋ ਫਾਈਂਡ ਮੀਡੀਅਨ, ਯਾਨੀ ਕਿ ਮੱਧਿਕਾ ਵੀ ਪਤਾ ਕਰੋ। ਹੁਣ ਇਹਦੀ ਮੱਧਿਕਾ ਪਤਾ ਕਰਨ ਦਾ ਕੀ ਤਰੀਕਾ ਵਾ, ਆ ਦੇਖੋ, ਜਿੱਥੇ ਦੋਨੋਂ ਜਿਹੜੇ ਓਜਾਈਵ ਨੇ, ਜਿਹੜੇ ਤੋਰਨ ਨੇ, ਜਿੱਥੇ ਕੱਟਦੇ ਨੇ, ਉੱਥੋਂ ਅਸੀਂ ਸਿੱਧਾ ਪਰਪੈਂਡੀਕੂਲਰ ਸਿੱਧੀ ਲਾਈਨ ਸਾਡੇ ਗ੍ਰਾਫ 'ਚ ਬਣੀ ਹੁੰਦੀ ਆ, ਉਹ ਅਸੀਂ ਲੈ ਕੇ ਆਵਾਂਗੇ ਐਕਸ ਐਕਸਿਸ ਦੇ ਉੱਪਰ। ਕਿੱਥੇ ਲੈ ਕੇ ਆਵਾਂਗੇ? ਜਿੱਥੇ ਦੋਨੋਂ ਕੱਟਦੇ ਆ ਉਹ ਐਕਸ ਐਕਸਿਸ ਉੱਪਰ, ਬਿਲਕੁਲ ਸਿੱਧੀ ਲਾਈਨ ਗ੍ਰਾਫ ਦੇ ਹਿਸਾਬ ਨਾਲ ਜਿਸ ਤਰ੍ਹਾਂ ਲਾਈਨ ਬਣੀ ਹੋਈ ਆ। ਆਹ ਦੇਖੋ, ਆਹ ਸਾਡੇ ਕੋਲ ਪਰਪੈਂਡੀਕੂਲਰ ਆ ਗਿਆ, ਯਾਨੀ ਕਿ ਲੰਬ ਖਿੱਚ ਲਿਆ ਅਸੀਂ। ਕਿਹਦੇ ਉੱਪਰ ਖਿੱਚਿਆ? ਐਕਸ ਐਕਸਿਸ ਦੇ ਉੱਪਰ। ਹੁਣ ਇਹ ਦੇਖੋ, ਇਹ ਸਿੱਧੀ ਲਾਈਨ ਬਿਲਕੁਲ ਆਈ ਅਤੇ ਕਿਹਦੇ ਉੱਪਰ ਆ ਕੇ ਰੁਕੀ ਆ? ਇਹ 70 ਦੇ ਉੱਪਰ। ਯਾਨੀ ਕਿ ਜਿਹੜਾ ਸਵਾਲ ਆ, ਇਹਦਾ ਜਿਹੜਾ ਮੀਡੀਅਨ ਆ, ਇਸ ਸਵਾਲ ਦਾ ਮੀਡੀਅਨ, ਜਾਂ ਇਹਨੂੰ ਅਸੀਂ ਮੱਧਿਕਾ ਕਹਿ ਦਾਂਗੇ, ਅਤੇ ਜਾਂ ਇਹਨੂੰ ਅਸੀਂ ਕੀ ਲਿਖ ਦਾਂਗੇ? ਮੀਡੀਅਨ। ਐਮ ਨਾਲ ਵੀ ਲਿਖ ਦਿੰਦੇ ਆ, ਅਤੇ ਉਹ ਕਿੰਨਾ ਆ ਗਿਆ? 70। ਆਹ ਤੁਹਾਡੇ ਸਾਹਮਣੇ ਬਿਲਕੁਲ ਇਹਦਾ ਆਨਸਰ ਆਇਆ। ਜੇ ਇਹ ਕੋਈ ਲਾਈਨ ਥੋੜ੍ਹੀ ਬਹੁਤੀ ਪਿੱਛੇ ਹੁੰਦੀ ਅਤੇ ਅਸੀਂ ਉਹਦੇ ਜਿਹੜੇ ਬਾਕਸ ਸੀਗੇ ਉਹ ਗਿਣ ਲੈਣੇ ਸੀ। ਜਿੱਦਾਂ 60 ਤੋਂ ਬਾਅਦ 10 ਖਾਨੇ ਨੇ, 60 ਅਤੇ 10 70। ਅਤੇ ਜੇ ਮੰਨ ਲਓ ਇਹ ਤੋਂ ਥੋੜ੍ਹਾ ਪਿੱਛੇ ਹੁੰਦਾ ਤਾਂ ਅਸੀਂ ਦੇਖਣੇ ਸੀ ਕਿੰਨੇ ਬਾਕਸ ਸੀਗੇ, ਫਿਰ ਅਸੀਂ ਗਿਣਤੀ ਕਰ ਲੈਣੀ ਸੀ 61 62 63 64 65 66 67 68। ਜੇ 68 'ਤੇ ਹੁੰਦਾ ਤਾਂ 68, ਜੇ 68 ਅਤੇ 69 ਦੇ ਵਿਚਕਾਰ ਆਉਂਦਾ ਕੋਈ ਪੁਆਇੰਟ, ਤਾਂ ਉੱਥੇ ਪੁਆਇੰਟ ਵਾਲੀ ਵੈਲਿਊ ਬਣ ਜਾਣੀ ਸੀ। ਲੇਕਿਨ ਇਹ ਪੂਰਾ ਲਾਈਨ ਦੇ ਉੱਪਰ ਬਿਲਕੁਲ ਸਿੱਧਾ ਸਿੱਧਾ ਆਇਆ। ਇਹਦਾ ਜਿਹੜਾ ਵਾ ਮੀਡੀਅਨ ਉਹ 70 ਆਇਆ। ਤੁਸੀਂ ਇਸੇ ਕੁਐਸਚਨ ਨੂੰ ਅਗਰ ਮੀਡੀਅਨ ਦਾ ਫਾਰਮੂਲਾ ਲਾ ਕੇ ਵੀ ਸੋਲਵ ਕਰੋਗੇ, ਤੁਹਾਡੇ ਕੋਲ ਆਨਸਰ ਤਾਂ ਵੀ 70 ਆਏਗਾ। ਇਹ ਸੀਗਾ ਸਾਡਾ ਕੁਐਸਚਨ ਨੰਬਰ ਜਿਹੜਾ 12। ਉਸ ਤੋਂ ਬਾਅਦ ਦੇਖਦੇ ਹਾਂ ਨੈਕਸਟ ਕੁਐਸਚਨ। ਆਹ ਦੇਖੋ ਬੱਚਿਓ, ਜਿਹੜਾ 13ਵਾਂ ਕੁਐਸਚਨ ਵਾ ਉਹਦੇ 'ਚ ਕੀ ਕਹਿੰਦੇ? ਹੇਠ ਦਿੱਤੇ ਅੰਕੜਿਆਂ ਦਾ ਮੱਧ ਮਾਨ ਅਤੇ ਮੱਧਿਕਾ ਪਤਾ ਕਰੋ। ਫਾਈਂਡ ਦਾ ਮੀਨ ਐਂਡ ਮੀਡੀਅਨ ਆਫ ਦਾ ਗਿਵਨ ਡਾਟਾ। ਹੁਣ ਸਾਡੇ ਕੋਲ ਇਹ ਡਾਟਾ ਦਿੱਤਾ ਹੋਇਆ ਸਾਨੂੰ, ਇਹ ਟੇਬਲ ਬਣਿਆ ਉਹਦਾ। ਅਸੀਂ ਇਹਦੇ ਤੋਂ ਦੋ ਚੀਜ਼ਾਂ ਪਤਾ ਕਰਨੀਆਂ, ਇੱਕ ਮੀਨ ਅਤੇ ਇੱਕ ਮੀਡੀਅਨ, ਯਾਨੀ ਕਿ ਮੱਧ ਮਾਨ ਅਤੇ ਮੱਧਿਕਾ। ਅਤੇ ਅਸੀਂ ਜਿਹੜਾ ਵਾ ਸਵਾਲ ਪਹਿਲਾਂ ਕਰ ਚੁੱਕੇ ਹਾਂ, ਮੱਧ ਮਾਨ ਦਾ ਫਾਰਮੂਲਾ ਵੀ ਕੀਤਾ ਹੋਇਆ ਅਤੇ ਮੱਧਿਕਾ ਦਾ ਵੀ ਕੀਤਾ ਵਾ। ਅਸੀਂ ਉਸੇ ਤਰ੍ਹਾਂ ਹੀ ਇਹਨਾਂ ਨੂੰ ਸੋਲਵ ਕਰਾਂਗੇ। ਚਲੋ ਦੇਖਦੇ ਹਾਂ ਸੋਲੂਸ਼ਨ ਇਹਦਾ। ਆਹ ਦੇਖੋ ਬੱਚਿਓ, 13ਵੇਂ ਕੁਐਸਚਨ ਦਾ ਟੇਬਲ ਮੈਂ ਇੱਥੇ ਕਾਪੀ 'ਤੇ ਬਣਾ ਲਿਆ। ਤੁਸੀਂ ਵੀ ਇਸੇ ਤਰ੍ਹਾਂ ਕਾਪੀ 'ਤੇ ਟੇਬਲ ਬਣਾ ਕੇ, ਉਸ ਤੋਂ ਬਾਅਦ ਇਹਦੇ 'ਚ ਸਾਨੂੰ ਦੋ ਚੀਜ਼ਾਂ ਕਹੀਆਂ ਨੇ। ਸਭ ਤੋਂ ਪਹਿਲਾਂ ਤਾਂ ਕਿਹਾ ਕਿ ਇੱਕ ਮੱਧਮਾਨ ਅਤੇ ਇੱਕ ਮੱਧਿਕਾ। ਅਸੀਂ ਮੱਧਮਾਨ ਪਤਾ ਕਰਨ ਵਾਸਤੇ ਉਹਦਾ ਫਾਰਮੂਲਾ ਲਿਖ ਲਾਂਗੇ ਇੱਥੇ। ਆਹ ਦੇਖੋ, ਮੈਂ ਤੁਹਾਨੂੰ ਇੱਥੇ ਫਾਰਮੂਲਾ ਲਿਖ ਕੇ ਦੱਸ ਦਿੰਦਾ ਕਿ ਮੱਧਮਾਨ ਯਾਨੀ ਕਿ ਮੀਨ ਦਾ ਫਾਰਮੂਲਾ ਜਿਹੜਾ ਵਾ ਉਹ ਕੀ ਫਾਰਮੂਲਾ ਸਾਡੇ ਕੋਲ? ਸਮੇਸ਼ਨ FI XI ਓਵਰ ਜਿਹੜਾ ਸਮੇਸ਼ਨ ਵਾ ਉਹ FI, ਯਾਨੀ ਕਿ ਆਹ ਜਿਹੜੀ ਫਰੀਕੁਐਂਸੀ ਵਾਲਾ ਟੇਬਲ ਜਿਹੜਾ ਵਾ ਇਹਦਾ ਜੋੜ। ਅਤੇ ਉਸੇ ਤਰ੍ਹਾਂ ਹੀ ਪਹਿਲਾਂ ਅਸੀਂ ਇਹਦਾ ਜੋੜ ਕਰ ਲੈਂਦੇ ਹਾਂ। ਆਹ ਵਾਲੇ ਟੇਬਲ ਦਾ ਸਮੇਸ਼ਨ FI ਕੱਢ ਲੈਂਦੇ ਹਾਂ ਅਸੀਂ। ਇਹਨਾਂ ਨੂੰ ਜੋੜ ਕੇ 2 4 6 8 6 14, 14 ਅਤੇ 6 20, 2 3 4 ਅਤੇ 5। ਇਹ ਕਿੰਨਾ ਆ ਗਿਆ? 50। ਹੁਣ ਅਸੀਂ ਅਗਲੇ ਕਾਲਮ 'ਚ ਕੀ ਕਰਨਾ? XI ਚਾਹੀਦਾ ਵਾ, ਅਤੇ ਫਿਰ ਅਸੀਂ FI ਅਤੇ XI ਦੀ ਗੁਣਾ ਕਰਾਂਗੇ। ਹੁਣ ਅਗਲਾ ਕਾਲਮ ਇੱਥੇ ਬਣਾਉਂਦੇ ਅਸੀਂ XI ਦਾ, ਯਾਨੀ ਕਿ ਵਰਗ ਚਿੰਨ੍ਹ ਵਾਲਾ ਖਾਨਾ। ਜਿਹੜਾ ਅਸੀਂ ਪਿੱਛੇ ਸਵਾਲ ਕੀਤਾ ਸੀ ਉਹਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀਗਾ। ਇੱਥੇ ਅਸੀਂ ਸਭ ਤੋਂ ਪਹਿਲਾਂ ਉੱਪਰ ਲਿਖ ਲੈਂਦੇ ਹਾਂ ਵਰਗ ਚਿੰਨ੍ਹ, ਕਲਾਸ ਮਾਰਕਸ, ਇੰਗਲਿਸ਼ ਮੀਡੀਅਮ ਵਾਲੇ ਬੱਚੇ,
ਕਲਾਸ ਮਾਰਕਸ ਲਿਖ ਕੇ ਅਤੇ ਨਾਲ ਉਹਨੂੰ XI ਲੈ ਲਓ, ਜਾਂ ਤੁਸੀਂ ਇਕੱਲਾ XI ਵੀ ਲਿਖੋਗੇ ਤਾਂ ਵੀ ਠੀਕ ਆ, ਸਵਾਲ ਗਲਤ ਨਹੀਂ ਹੋਏਗਾ। ਹੁਣ ਅਸੀਂ ਇਹਦੇ 'ਚ ਕਲਾਸ ਮਾਰਕਸ ਕੱਢਾਂਗੇ ਇਹਨਾਂ ਦੇ, ਜਿਹੜੇ ਨੇ 120 + 100 ਦੋਨਾਂ ਦਾ ਜੋੜ ਕੀਤਾ ਅਤੇ ਕਿੰਨਾ ਆ ਗਿਆ 220। 220 ਦਾ ਹਾਫ ਕਿੰਨਾ ਹੁੰਦਾ ਜੇ, 220 ਨੂੰ 2 ਨਾਲ ਭਾਗ ਕੀਤੀ ਅਤੇ 110। ਹੁਣ ਇੱਥੇ 140 ਜਮ੍ਹਾਂ 120 260 ਅਤੇ 260 ਦਾ ਅੱਧ 130, ਯਾਨੀ ਕਿ ਜਿਸ ਤਰ੍ਹਾਂ ਇਹਨਾਂ 'ਚ 20 ਦਾ ਫਰਕ ਹੈ, ਇੱਧਰ ਵੀ 20 ਦਾ ਫਰਕ ਆਏਗਾ। ਜਿਸ ਤਰ੍ਹਾਂ 110 ਅਤੇ 20 130, ਅਤੇ ਉਹਦੇ 'ਚ 20 ਜੋੜੇ ਅਤੇ 150 170 ਅਤੇ 20 190, ਯਾਨੀ ਕਿ ਆਹ ਸਾਡੇ ਕੋਲ ਜਿਹੜਾ ਵਰਗ ਚਿੰਨ੍ਹ ਆ ਗਿਆ। ਹੁਣ ਜਿਹੜਾ ਅਗਲਾ ਕਾਲਮ ਬਣਨਾ ਸੀਗਾ ਉਹ ਸਾਡੇ ਕੋਲ ਆਉਣਾ ਸੀਗਾ FI ਅਤੇ XI, ਜਿਹੜਾ ਫਾਰਮੂਲੇ 'ਚ ਸਾਨੂੰ ਚਾਹੀਦਾ। ਇਹਨਾਂ ਨੂੰ ਮਲਟੀਪਲਾਈ ਕਰਕੇ ਇਹਦਾ ਜੋੜ ਕਰਾਂਗੇ, ਸਾਡੇ ਕੋਲ ਵਾਲਾ ਕਾਲਮ ਆ ਜਾਏਗਾ। ਚਲੋ ਦੇਖੋ ਇਹਨਾਂ ਦੀ ਗੁਣਾ ਦੋਨਾਂ ਦੀ। ਹੁਣ 110 ਨੂੰ 12 ਨਾਲ ਗੁਣਾ ਕਰਨਾ, ਪਹਿਲਾਂ ਪਿੱਛੇ 0 ਲਗਾ ਲਓ। 12 ਏਕਮ 12, 1 ਹਾਸਲ, 12 ਏਕਮ 12 ਅਤੇ 1 13, 1320। ਹੁਣ ਇਹਦੇ ਵਿੱਚ ਵੀ 0 ਲਗਾ ਲਓ ਪਿੱਛੇ, 14 ਤੀਏ 42, ਅਤੇ 14 ਏਕਮ 14 ਅਤੇ 4 18। ਇਹਦੇ 'ਚ ਪਿੱਛੇ 0 ਲਗਾ ਲਓ ਪਹਿਲਾਂ, ਜਿਹੜੀ ਪਿੱਛੇ ਆ 15 8 ਕਿੰਨੇ ਹੁੰਦੇ ਆ 120। ਉਸ ਤੋਂ ਬਾਅਦ ਇਹਦੇ ਵਿੱਚ ਵੀ ਪਿੱਛੇ 0 ਲਗਾ ਲਓ, 7 ਛੀਕੇ 42, 6 ਏਕਮ 6 ਅਤੇ 4 10, ਯਾਨੀ 17 ਛੀਕੇ 102। ਹੁਣ ਇਹਦੇ ਪਿੱਛੇ ਵੀ ਇਸੇ ਤਰ੍ਹਾਂ ਹੀ 0 19 ਦਾ ਆ 190। ਇਹ ਸਾਡੇ ਕੋਲ FI ਅਤੇ XI ਆ ਗਿਆ। ਇਹਦਾ ਅਸੀਂ ਜੋੜ ਕਰ ਲਾਂਗੇ। ਇਹ ਸਾਡੇ ਕੋਲ ਕਾਲਮ ਕੀ ਬਣ ਜਾਏਗਾ, ਸਮੇਸ਼ਨ FI XI ਬਰਾਬਰ, ਇਹਦਾ ਜੋੜ ਕਰਕੇ ਬੇਸ਼ੱਕ ਇੱਥੇ ਥੱਲੇ ਲਿਖ ਲੈਂਦੇ ਅਸੀਂ। ਆਹ ਦੇਖੋ ਪਹਿਲਾਂ ਸਾਰੇ ਪਾਸੇ 0 0 ਆ ਗਿਆ। ਉਸ ਤੋਂ ਬਾਅਦ 2 2 4 ਅਤੇ 2 6, 3 ਅਤੇ 8 11, 12 13, 13 ਅਤੇ 9 22, 2 ਹਾਸਲ, 2 ਅਤੇ 1 3 4 5 6 7। ਇਹ ਸਾਡੇ ਕੋਲ ਆ ਗਿਆ 7260। ਇਹ ਸਾਡੇ ਕੋਲ ਆ ਗਈ ਵੈਲਿਊ ਸਮੇਸ਼ਨ FI XI ਦੀ। ਚਲੋ ਇਹਨੂੰ ਸੋਲਵ ਕਰਕੇ ਦੇਖਦੇ ਹਾਂ ਥੱਲੇ ਲਿਖ ਕੇ। ਇੱਥੇ ਲਿਖ ਲਿਆ ਅਸੀਂ ਸਮੇਸ਼ਨ FI XI ਦੀ ਵੈਲਿਊ ਕਿੰਨੀ ਆ 7260। ਉਸ ਤੋਂ ਬਾਅਦ ਇੱਧਰ ਕਿੰਨੀ ਆ 50 ਸਮੇਸ਼ਨ FI ਦੀ। 0 ਨਾਲ 0 ਕੱਟ ਹੋ ਗਿਆ। ਹੁਣ 726 ਨੂੰ 5 ਦੇ ਪਹਾੜੇ ਨਾਲ ਤਕਸੀਮ ਕਰਕੇ ਦੇਖਦੇ ਹਾਂ ਕਿੰਨਾ ਆਉਂਦਾ ਵਾ। 726 ਅਤੇ ਇਹਨੂੰ 5 ਦੇ ਪਹਾੜੇ ਨਾਲ ਤਕਸੀਮ ਕੀਤੀ। 5 ਏਕਮ 5, 22, 5 ਚੌਕੇ 20, 2 ਬਚਿਆ, ਉੱਪਰੋਂ ਕਿੰਨਾ ਤਾਰਿਆ 6, ਕਿੰਨਾ ਆ 5 5 25, ਕਿੰਨਾ ਬਚਿਆ ਇੱਧਰ 1। ਹੁਣ ਦਸ਼ਮਲਵ ਲੱਗ ਗਈ, 0 ਤਾਰਿਆ 10 ਬਣਿਆ ਅਤੇ 5 ਦੂਣੀ 10। ਸਾਡੇ ਕੋਲ ਇਹਨੂੰ ਭਾਗ ਕਰਕੇ ਕਿੰਨਾ ਆ ਗਿਆ 145.2, 145.2, ਯਾਨੀ ਕਿ ਸਾਡੇ ਕੋਲ ਜਿਹੜਾ ਮੱਧਮਾਨ ਵਾ ਉਹ ਕਿੰਨਾ ਆ ਗਿਆ, ਮੱਧਮਾਨ ਬਰਾਬਰ 145.2 ਆਨਸਰ। ਇਹ ਸਾਡੇ ਕੋਲ ਆ ਗਿਆ ਮੱਧਮਾਨ। ਹੁਣ ਬੱਚਿਓ ਅਸੀਂ ਇਸੇ ਸਵਾਲ ਦੇ ਵਿੱਚ ਉਹਨਾਂ ਨੇ ਸਾਨੂੰ ਆਹ ਦੇਖੋ, ਤੁਹਾਨੂੰ ਮੈਂ ਸ਼ੀਟ ਦਿਖਾਉਣਾ ਫਿਰ ਦੁਬਾਰਾ। ਆਹ ਦੇਖੋ ਸਾਨੂੰ ਦੋ ਚੀਜ਼ਾਂ ਗਈਆਂ ਸੀ, ਮੱਧਮਾਨ ਅਤੇ ਇੱਕ ਕੀ ਗਈ ਸੀ ਮੱਧਿਕਾ, ਯਾਨੀ ਕਿ ਮੀਨ ਅਤੇ ਮੀਡੀਅਨ। ਮੀਨ ਅਸੀਂ ਫਾਈਂਡ ਕਰ ਲਿਆ, ਹੁਣ ਅਸੀਂ ਮੀਡੀਅਨ ਕੱਢਣਾ ਵਾ। ਮੀਡੀਅਨ ਫਾਈਂਡ ਕਰਨ ਵਾਸਤੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਫਾਰਮੂਲਾ ਲਿਖਾਂਗੇ ਉਹਦਾ, ਵੀ ਮੀਡੀਅਨ ਦਾ ਫਾਰਮੂਲਾ ਕੀ ਆ। ਫਿਰ ਅਸੀਂ ਦੇਖਾਂਗੇ ਵੀ ਉਹਦੀ ਵੈਲਿਊ ਜਿਹੜੀ ਆ ਉਹ ਕਿਸ ਤਰ੍ਹਾਂ ਲੈਣੀ ਆ। ਚਲੋ ਮੀਡੀਅਨ ਦਾ ਫਾਰਮੂਲਾ ਲਿਖਦੇ ਹਾਂ। ਮੀਡੀਅਨ ਯਾਨੀ ਕਿ ਮੱਧਿਕਾ, ਇੱਥੇ ਭਾਵੇਂ ਨਾਲ ਮੀਡੀਅਨ ਇੰਗਲਿਸ਼ ਮੀਡੀਅਮ ਵਾਲੇ ਬੱਚੇ ਲਿਖ ਲਿਓ, L + N/2 - CF/F। ਇਹ ਸਾਰਾ ਕੁਛ ਬਰੈਕਟ ਦੇ ਵਿੱਚ, ਅਤੇ ਗੁਣਾ ਕਿੰਨਾ ਹੁੰਦਾ ਸੀ ਨਾਲ H, ਇਹ ਮਲਟੀਪਲਾਈ ਹੋ ਜਾਂਦਾ ਸੀ ਹਾਈਟ ਦੇ ਨਾਲ। ਹੁਣ ਆਹ ਦੇਖੋ ਜਿਹੜਾ ਸਾਡੇ ਕੋਲ ਆ ਟੇਬਲ ਬਣਿਆ ਹੋਇਆ ਵਾ,
ਜਾਂ ਤਾਂ ਤੁਸੀਂ ਟੇਬਲ ਸਾਰਾ ਦੁਬਾਰਾ ਬਣਾ ਲਓ, ਅਤੇ ਜੇ ਨਹੀਂ ਤੁਸੀਂ ਦੁਬਾਰਾ ਕਰਨਾ, ਕਿਉਂਕਿ ਜੇ ਪੇਪਰ 'ਚ ਦੋ ਚੀਜ਼ਾਂ ਪੁੱਛ ਲੈਣ ਤਾਂ ਫਿਰ ਟੇਬਲ ਦੂਸਰੀ ਵਾਰੀ ਬਣਾਓਗੇ ਤਾਂ ਟਾਈਮ ਵੀ ਲੱਗਣਾ ਵਾ। ਇਹਦੇ ਵਿੱਚ ਮੈਂ ਇਸੇ ਕਰਕੇ ਇੱਥੇ ਜਗ੍ਹਾ ਬਚਾਈ ਆ, ਦੇਖੋ ਸਾਈਡ 'ਤੇ ਸਾਨੂੰ ਆ ਦੇਖੋ ਇੱਕ ਚਾਹੀਦਾ n/2। n ਸਾਡੇ ਕੋਲ ਆਹ ਵਾਲਾ ਵਾ, ਜਿਹਨੂੰ ਅਸੀਂ ਸਿਗਮਾ ਜਾਂ ਸਮੇਸ਼ਨ FI ਲਿਖਿਆ ਵਾ, ਇਹ ਸਾਡੇ ਕੋਲ n ਵਾ। ਲੋਅਰ ਲਿਮਿਟ ਅਸੀਂ ਦੇਖ ਲਾਂਗੇ ਜਿਸ ਤਰ੍ਹਾਂ ਦੇਖਦੇ ਹਾਂ, ਅਤੇ ਕਮੂਲੇਟਿਵ ਫਰੀਕੁਐਂਸੀ ਦਾ ਸਾਨੂੰ ਜਿਹੜਾ ਚਾਹੀਦਾ ਖਾਨਾ ਉਹ ਅਸੀਂ ਬਣਾ ਲੈਂਦੇ ਹਾਂ ਸਾਈਡ ਦੇ ਉੱਤੇ। ਫਰੀਕੁਐਂਸੀ ਵੀ ਦੇਖ ਲਾਂਗੇ ਅਤੇ ਹਾਈਟ ਵੀ ਦੇਖ ਲਾਂਗੇ। ਮੈਂ ਤੁਹਾਨੂੰ ਇਸੇ ਟੇਬਲ ਦੇ ਵਿੱਚ ਹੀ ਕਰਨਾ ਦੱਸ ਦਿੰਦਾ ਵਾਂ। ਆ ਦੇਖੋ ਸਾਨੂੰ ਸਿਰਫ ਇਹਦੇ 'ਚ ਕੀ ਚਾਹੀਦੀ ਹੈ, ਇੱਕ ਚੀਜ਼ ਕਮੂਲੇਟਿਵ ਫਰੀਕੁਐਂਸੀ, ਉਹ ਅਸੀਂ ਇੱਥੇ ਬਣਾ ਲੈਂਦੇ ਹਾਂ ਸਾਈਡ 'ਤੇ। ਆ ਦੇਖੋ ਮੈਂ ਇੱਥੇ ਨਵਾਂ ਖਾਨਾ ਬਣਾ ਲਿਆ ਕਮੂਲੇਟਿਵ ਫਰੀਕੁਐਂਸੀ ਦਾ। ਹੁਣ ਉਹਦੇ 'ਚ ਕੀ ਹੁੰਦਾ ਸੀ, ਪਹਿਲੀ ਫਰੀਕੁਐਂਸੀ ਉਸੇ ਤਰ੍ਹਾਂ ਹੀ। ਹੁਣ ਅਸੀਂ ਆਹ ਦੋ ਖਾਨੇ ਨਹੀਂ ਦੇਖਣੇ, ਅਸੀਂ ਇੱਥੋਂ ਚੱਲਣਾ ਫਰੀਕੁਐਂਸੀ ਤੋਂ 12 12 ਜਮਾ 14 26 26 ਜਮਾ 8 34 34 ਜਮਾ 6 40 ਅਤੇ 40 ਜਮਾ 10 50। ਆ ਦੇਖੋ ਮੈਂ ਤੁਹਾਨੂੰ ਦੱਸਿਆ ਸੀ ਜਿਹੜਾ ਸਾਡਾ ਜੋੜ ਹੋਏਗਾ ਅਤੇ ਜਿਹੜੀ ਇਹ ਕਮਿਊਲੇਟਿਵ ਫਰੀਕੁਐਂਸੀ ਦੇ ਲਾਸਟ ਵੈਲਿਊ ਦੋਨੋਂ ਬਰਾਬਰ ਹੁੰਦੇ ਆ। ਆ ਦੇਖੋ ਇਹ ਵੀ 50 ਵਾ ਅਤੇ ਇਹ ਵੀ 50 ਆ ਗਏ, ਇਹ ਦੋਨੋਂ ਬਰਾਬਰ ਆ ਗਏ। ਹੁਣ ਜਿਸ ਤਰ੍ਹਾਂ ਮੈਂ ਤੁਹਾਨੂੰ ਪਿਛਲੇ ਕੁਐਸਚਨ 'ਚ ਦੱਸਿਆ ਸੀਗਾ ਕਿ ਸਾਨੂੰ ਜਿਹੜੀ ਜਿਹੜੀ ਚੀਜ਼ ਚਾਹੀਦੀ ਆ ਅਸੀਂ ਉਹ ਵੈਲਿਊ ਕੱਢਾਂਗੇ। ਇਹਦੇ 'ਚ ਸਾਨੂੰ ਫਾਰਮੂਲੇ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਹੋਰ ਕੀ ਆ ਸਾਡੇ ਕੋਲ L, ਅਤੇ L ਅਸੀਂ ਕਿਸ ਤਰ੍ਹਾਂ ਦੇਖਦੇ ਹਾਂ, CF ਕਿਸ ਤਰ੍ਹਾਂ ਦੇਖਦੇ ਹਾਂ, F ਕਿਸ ਤਰ੍ਹਾਂ ਦੇਖਦੇ ਹਾਂ। ਚਲੋ ਦੇਖਦੇ ਹਾਂ ਟੇਬਲ ਦੇ ਵਿੱਚ। ਅਸੀਂ ਸਭ ਤੋਂ ਪਹਿਲਾਂ ਅਸੀਂ ਕੀ ਕੱਢਣਾ, n/2 n/2 n ਸਾਡੇ ਕੋਲ ਕਿੰਨਾ ਆਇਆ ਸੀ, ਜੋੜ 50। ਆ ਦੇਖੋ ਇੱਥੇ ਮੈਂ ਲਿਖਾਂਗਾ 50/2 ਅਤੇ 25 ਦੇ ਟੇਬਲ 'ਚ ਆਉਂਦਾ 25 ਦੂਣ 50, ਇਹਦਾ ਕਿੰਨਾ ਆ ਗਿਆ 25। ਇਹ ਸਾਡੇ ਕੋਲ n/2 ਦੀ ਵੈਲਿਊ ਆ ਗਈ। ਹੁਣ ਜਿਹੜਾ 25 ਆ ਅਸੀਂ ਉਹ ਦੇਖਣਾ ਵੀ ਇਹ ਕਿੱਥੇ ਲਾਈ ਕਰਦਾ ਵਾ, ਇਹ ਵਾਲੇ ਕਾਲਮ 'ਚ ਕਮਿਊਲੇਟਿਵ ਫਰੀਕੁਐਂਸੀ ਵਾਲੇ 'ਚ ਇਹਦੇ 'ਚ ਆਏਗਾ, ਕਿਉਂਕਿ 12 ਤੋਂ ਬਾਅਦ ਜਿੰਨੀਆਂ ਸੰਖਿਆਵਾਂ 26 ਤੱਕ ਨੇ ਇਹਦੇ 'ਚ ਆਉਣਗੀਆਂ, ਅਤੇ ਯਾਨੀ ਕਿ 25 ਵੀ ਇਹਦੇ ਵਿੱਚ ਆਏਗਾ। ਇਹ ਵਾਲੇ ਖਾਨੇ ਦੇ ਵਿੱਚ ਅਸੀਂ ਸਾਹਮਣੇ ਚੱਲਣਾ ਵਾ ਫਰੀਕੁਐਂਸੀ, ਇਹ ਸਾਡਾ F ਆ ਗਿਆ 14, ਅਤੇ ਇਸੇ ਖਾਨੇ ਦੇ ਵਿੱਚ ਹੀ ਜਿਹੜੀ ਵਰਗ ਅੰਤਰਾਲ ਵਿੱਚ ਜਿਹੜੀ ਲੋਅਰ ਲਿਮਿਟ ਵਾ ਉਹ ਕਿੰਨੀ ਆ ਗਈ 120। ਇਹ ਸਾਡੇ ਕੋਲ ਕੀ ਆ ਗਿਆ L, ਆ F ਆ ਗਿਆ, ਅਤੇ F ਅਤੇ ਇਸ ਤੋਂ ਉੱਪਰ ਵਾਲੀ ਜਿਹੜੀ ਉਹ ਸਾਡੇ ਕੋਲ ਹੁੰਦੀ ਜੇ CF, ਯਾਨੀ ਕਿ ਕਮਿਊਲੇਟਿਵ ਫਰੀਕੁਐਂਸੀ ਸਾਡੇ ਕੋਲ ਕਿੰਨੀ ਆ ਗਈ 12। ਹੁਣ ਅਸੀਂ ਸਾਰੀਆਂ ਵੈਲਿਊਜ਼ ਇੱਥੇ ਲਿਖ ਲੈਂਦੇ ਹਾਂ। L ਕਿੰਨਾ ਵਾ 120, ਅਸੀਂ ਇੱਥੇ ਨਾਲ ਨਾਲ ਲਿਖੀ ਜਾਂਦੇ ਹਾਂ L ਬਰਾਬਰ 120। ਉਸ ਤੋਂ ਬਾਅਦ ਫਿਰ ਅਸੀਂ ਲਿਖਣੀ ਆ ਫਰੀਕੁਐਂਸੀ F। ਆ ਦੇਖੋ F ਦੀ ਵੈਲਿਊ ਕਿੰਨੀ ਆਈ ਸੀ ਇਹਦੇ ਵਿੱਚ ਸਾਹਮਣੇ 14, ਅਸੀਂ ਇੱਥੇ ਲਿਖਾਂਗੇ F ਬਰਾਬਰ 14। ਉਸ ਤੋਂ ਬਾਅਦ ਕਮਿਊਲੇਟਿਵ ਫਰੀਕੁਐਂਸੀ ਉਹ ਦੇਖੋ ਕਿੰਨੀ ਆਈ ਸੀ, ਜਿੱਥੇ ਵੈਲਿਊ ਆਈ ਆ ਉਹਦੇ ਤੋਂ ਪਿਛਲੀ ਉਹ ਕਿੰਨੀ ਆ 12, ਅਸੀਂ ਉਹ ਵੀ ਲਿਖ ਲੈਂਦੇ ਹਾਂ ਇੱਥੇ CF ਬਰਾਬਰ 12। ਹੁਣ ਸਾਡੇ ਕੋਲ ਸਾਰੀਆਂ ਵੈਲਿਊਜ਼ ਹੋ ਗਈਆਂ, ਇੱਕ ਰਹਿ ਗਿਆ H ਤੁਹਾਨੂੰ ਦੱਸਿਆ ਸੀਗਾ ਵੀ ਜਿਹੜੀਆਂ ਲੋਅਰ ਲਿਮਿਟ ਅਤੇ ਅਪਰ ਲਿਮਿਟ ਮਾਈਨਸ ਕਰ ਦੇਣੀ ਆ, 120 ਮਾਈਨਸ 100 ਕਿੰਨਾ ਆ ਗਿਆ 20। ਇਹ ਸਾਡੇ ਕੋਲ ਸਾਰੀਆਂ ਵੈਲਿਊਜ਼ ਆ ਗਈਆਂ ਨੇ, ਅਤੇ ਚਲੋ ਇਹਨੂੰ ਜਿਹੜਾ ਫਾਰਮੂਲਾ ਲਿਖਿਆ ਇਹਦੇ 'ਚ ਵੈਲਿਊਜ਼ ਪੁੱਟ ਕਰਦੇ ਹਾਂ। ਆ ਦੇਖੋ ਸਭ ਤੋਂ ਪਹਿਲਾਂ ਤਾਂ ਮੱਧਿਕਾ ਵਾਲੀ ਸਾਈਡ 'ਤੇ ਅਸੀਂ L ਦੀ ਵੈਲਿਊ 120 ਲੋਅਰ ਲਿਮਿਟ ਜਿਹੜੀ ਆਈ ਸੀ, ਪਲੱਸ n/2 ਉਹ ਕਿੰਨਾ ਆਇਆ ਸਾਡੇ ਕੋਲ 25, ਮਾਈਨਸ ਕਮਿਊਲੇਟਿਵ ਫਰੀਕੁਐਂਸੀ ਸਾਡੇ ਕੋਲ ਕਿੰਨੀ ਆਈ ਸੀ 12 ਬਟਾ F ਸਾਡੇ ਕੋਲ ਕਿੰਨਾ ਸੀਗਾ 14, ਅਤੇ ਇਹਦੇ ਨਾਲ ਜਿਹੜੀ ਹਾਈਟ ਸੀਗੀ ਉਹ ਕਿੰਨੀ ਆ 20। ਇਹ ਲਿਖ ਲਿਆ, ਇਹਨੂੰ ਅਸੀਂ ਸੋਲਵ ਕਰਦੇ ਹਾਂ। ਸਾਡੇ ਕੋਲ ਮੱਧਿਕਾ ਆ ਜਾਏਗੀ 120 ਜਮਾ 25 ਮਾਈਨਸ 12 ਕਿੰਨੇ ਬਣ ਗਏ 13, 13/14 ਗੁਣਾ 20। ਹੁਣ ਆਹ ਦੋ ਦੇ ਪਹਾੜੇ 'ਚ ਕੱਟੇ ਜਾਂਦੇ ਆ, ਜਿੰਨਾ ਕੱਟ ਸਕਦੇ ਹੋ ਜਿੰਨਾ ਸ਼ਾਰਟ ਕਰ ਸਕਦੇ ਹੋ ਕਰ ਲਓ। ਇਹ ਸਾਡੇ ਕੋਲ ਕਿੰਨਾ ਆ ਗਿਆ 2 7 14 ਅਤੇ 2 ਦਾਏ 20, ਯਾਨੀ ਕਿ 2 10 20 2 7 14
करके अगे आ गया 120 प्लस 13 ਨੂੰ 10 ਨਾਲ ਮਲਟੀਪਲਾਈ ਕੀਤਾ ਤੇ ਕਿੰਨਾ ਆ ਗਿਆ 130 ਓਵਰ 7। ਹੁਣ ਅਸੀਂ ਕੀ ਕਰਨਾ 130 ਨੂੰ 7 ਨਾਲ ਡਿਵਾਈਡ ਕਰਾਂਗੇ, ਦੇਖਦੇ ਹਾਂ ਕਿੰਨਾ ਹੁੰਦਾ। 7 1 7, 13 ਚੋਂ 7 ਗਏ 6, 60 ਆ ਗਿਆ। ਹੁਣ 8 ਨਾਲ 7 8 56 40। ਹੁਣ ਆ ਦੇਖੋ ਇੱਥੇ ਮੈਂ 0 4 ਆਇਆ ਸੀਗਾ, ਇੱਥੇ ਡੈਸੀਮਲ ਲੱਗ ਜਾਣਾ। ਹੁਣ 0 ਮੈਂ ਲਿਖ ਲਿਆ ਵਾ। 7 5 35 ਤੇ 7 7 49। ਬਾਕੀ 1 ਆ ਗਿਆ ਸਾਡੇ ਕੋਲ ਕਿੰਨਾ ਆ ਗਿਆ 18.57। ਇਹਨੂੰ ਚਾਹੇ 5 7 ਲਿਖ ਲਓ ਜਾਂ 18.6 ਲਿਖ ਲਓ। ਇਹ ਕਿੰਨਾ ਬਣਿਆ 120 ਜਮਾ 18.6। ਇਹਨਾਂ ਦੋਵਾਂ ਨੂੰ ਜੋੜ ਦਿਓ। ਆ ਦੇਖੋ 120 ਦੇ ਵਿੱਚ 18.6 ਜੋੜਨੇ ਆ। ਆਪਣੇ ਕੋਲੋਂ ਦਸ਼ਮਲਵ ਪਾ ਕੇ ਅੱਗੇ ਸੰਖਿਆ ਲਿਖੀ ਦੀ ਆ। ਦਸ਼ਮਲਵ ਭਾਗ ਬਣਾਉਣ ਵਾਸਤੇ 138.6 ਸਾਡੇ ਕੋਲ ਕੀ ਆ ਜਾਏਗਾ ਮੱਧਿਕਾ, ਜਾਂ ਇਹਨੂੰ ਅਸੀਂ ਕੀ ਲਿਖ ਲਾਂਗੇ ਮੀਡੀਅਨ। ਇਹ ਸਾਡਾ ਸੀਗਾ ਕੁਐਸਚਨ ਨੰਬਰ 13। ਆਹ ਸਾਡਾ ਆਨਸਰ ਆ ਗਿਆ ਮੀਡੀਅਨ ਦਾ। ਇਹ ਬੱਚਿਓ ਬਿਲਕੁਲ ਈਜ਼ੀ ਫਾਰਮੂਲਾ ਉਹੀ ਸੇਮ ਉਸੇ ਤਰੀਕੇ ਨਾਲ। ਮੈਂ ਸਿਰਫ ਇੱਕ ਟੇਬਲ ਨਹੀਂ ਵੱਖਰਾ ਬਣਾਇਆ, ਕਿਉਂਕਿ ਇਹ 'ਚ ਟੇਬਲ ਸਾਡੇ ਕੋਲ ਆ ਦੇਖੋ ਬਣਿਆ ਹੋਇਆ ਸੀਗਾ। 2 ਕਾਲਮ ਤਾਂ ਆਹੀ ਚਾਹੀਦੇ ਆ, ਅਤੇ ਤੀਸਰਾ ਸਿਰਫ ਇੱਕ ਕਮਿਊਲੇਟਿਵ ਫ੍ਰੀਕੁਐਂਸੀ ਦਾ, ਉਹ ਮੈਂ ਇੱਥੇ ਬਣਾ ਲਿਆ। ਤੁਹਾਨੂੰ ਮੈਂ ਦੱਸ ਦਿੱਤਾ ਸੀ ਬਾਕੀ ਸਾਰਾ ਉਸੇ ਤਰ੍ਹਾਂ ਹੀ। ਅਤੇ ਇਹ ਫਾਰਮੂਲੇ ਦੇ ਵਿੱਚ ਅਸੀਂ ਵੈਲਿਊਜ਼ ਪੁੱਟ ਕੀਤੀਆਂ ਦੇਖੋ, ਅਤੇ ਉਹ ਸਾਡਾ ਆਨਸਰ ਆ ਗਿਆ। ਇੱਥੇ ਮੀਡੀਅਨ ਜਿਹੜਾ ਸੀਗਾ ਉਹ 138.6। ਇਹ ਸੀਗਾ ਸਵਾਲ ਨੰਬਰ 13। ਅੱਗੇ ਅਸੀਂ ਦੇਖਦੇ ਹਾਂ ਲਾਸਟ ਕੁਐਸਚਨ ਇਹਦਾ, ਕੁਐਸਚਨ ਨੰਬਰ 14। ਆ ਦੇਖੋ ਬੱਚਿਓ ਜਿਹੜਾ 14ਵਾਂ ਕੁਐਸਚਨ ਆ ਉਹਦੇ 'ਚ ਕੀ ਦਿੱਤਾ ਆ ਵੀ ਦਿੱਤੀ ਸਾਰਨੀ ਵਿੱਚ ਜੇਕਰ ਮੱਧ ਮਾਨ 57.6 ਯਾਨੀ ਕਿ 57.6 ਹੋਵੇ ਤਾਂ F1 F2 ਦਾ ਮੁੱਲ ਪਤਾ ਕਰੋ। ਫਾਈਂਡ F1 ਐਂਡ F2 ਇਫ ਮੀਨ ਇਜ਼ 57.6। ਆਹ ਬੱਚੇ ਉਹਦਾ ਟੇਬਲ ਦਿੱਤਾ ਆ ਸਾਨੂੰ। ਆਹ ਜਿਹੜੀਆਂ 2 ਫ੍ਰੀਕੁਐਂਸੀਆਂ ਜਿਹੜੀਆਂ ਨਹੀਂ ਹੈਗੀਆਂ F1 ਅਤੇ F2 ਜਿਹੜਾ ਵਾ ਇਹਦਾ ਅਸੀਂ ਮੁੱਲ ਪਤਾ ਕਰਨਾ ਵਾ। ਫਾਰਮੂਲਾ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ ਮੀਨ ਦਾ, ਜਿਹੜਾ ਐਕਸ ਬਾਰ ਦਾ ਫਾਰਮੂਲਾ ਸੀਗਾ ਸਮੇਸ਼ਨ FI/XI ਬਟਾ ਸਮੇਸ਼ਨ FI। ਉਸੇ ਫਾਰਮੂਲੇ ਦੇ ਨਾਲ ਹੀ ਅਸੀਂ ਆਹ ਵਾਲਾ ਸਵਾਲ ਹੱਲ ਕਰਾਂਗੇ। ਚਲੋ ਦੇਖਦੇ ਹਾਂ ਇਹਦਾ ਸੋਲੂਸ਼ਨ। ਆਹ ਦੇਖੋ ਬੱਚੇ ਉਹ ਜਿਹੜਾ ਕੁਐਸਚਨ ਨੰਬਰ 14 ਆ ਮੈਂ ਉਹਦਾ ਟੇਬਲ ਬਣਾ ਲਿਆ। ਇਸ ਤਰ੍ਹਾਂ ਤੁਹਾਡੀ ਵਰਕਸ਼ੀਟ ਦੇ ਉੱਪਰ ਦਿੱਤਾ ਆ, ਤੁਸੀਂ ਦੇਖ ਸਕਦੇ ਹੋ ਆਪਣੀ ਕਾਪੀ ਦੇ ਉੱਪਰ ਇਸੇ ਤਰ੍ਹਾਂ ਟੇਬਲ ਬਣਾ ਲਿਓ। ਇਹ ਸਾਡੇ ਕੋਲ ਫ੍ਰੀਕੁਐਂਸੀ ਵਾਲਾ ਖਾਨਾ ਵਾ। ਇਹਦੇ 'ਚ ਆਹ ਦੇਖੋ F1 ਅਤੇ F2 ਆਹ 2 ਫ੍ਰੀਕੁਐਂਸੀਆਂ ਜਿਹੜੀਆਂ ਉਹ ਨਹੀਂ ਹੈਗੀਆਂ। ਅਸੀਂ ਇਹ ਵਾਲੀ ਬਾਰੰਬਾਰਤਾ ਅਸੀਂ ਦੇਖਾਂਗੇ ਕਿੰਨੀ ਆਏਗੀ। ਟੋਟਲ ਸਾਨੂੰ ਇਹਦਾ 50 ਦਿੱਤਾ ਹੋਇਆ ਵਾ। ਜਿਹੜਾ ਨੈਕਸਟ ਕਾਲਮ ਆਉਣਾ ਤੁਹਾਨੂੰ ਪਤਾ ਉਹ ਆਉਂਦਾ ਵਾ ਕਲਾਸ ਮਾਰਕ ਦਾ, ਯਾਨੀ ਕਿ XI ਦਾ। ਅਸੀਂ ਉਹ ਕਾਲਮ ਬਣਾ ਲਾਂਗੇ ਪਹਿਲਾਂ ਅੱਗੇ। ਆ ਦੇਖੋ ਅਸੀਂ ਇਹਦੇ 'ਚ ਲਿਖਾਂਗੇ ਵਰਗ ਚਿੰਨ੍ਹ। ਇੰਗਲਿਸ਼ ਮੀਡੀਅਮ ਵਾਲੇ ਬੱਚੇ ਇਹਦੇ ਵਿੱਚ ਲਿਖ ਲਿਓ ਕਲਾਸ ਮਾਰਕ XI। ਹੁਣ ਇਹਨਾਂ ਦੋਵਾਂ ਦਾ ਜੋੜ ਬਟਾ 2, ਯਾਨੀ ਕਿ 20 ਜਮਾ 0 20 ਬਟਾ 2 10। ਉਸ ਤੋਂ ਬਾਅਦ 40 ਜਮਾ 20 60, 60 ਦਾ ਅੱਧ 30, ਯਾਨੀ ਕਿ 20 20 ਦਾ ਫਰਕ ਆਏਗਾ ਇਹਦੇ 'ਚ। 30 ਤੋਂ ਬਾਅਦ ਅੱਗੇ 20 ਦਾ ਫਰਕ ਨਾਲ ਇੱਥੇ ਕਿੰਨਾ ਆ ਜਾਏਗਾ 50, 50 ਅਤੇ 20 70, 70 ਅਤੇ 20 90, 90 ਅਤੇ 20 110। ਆ ਦੇਖੋ 120 ਜਮਾ 100 220, 220 ਨੂੰ 2 ਨਾਲ ਭਾਗ ਕੀਤੀ ਅਤੇ 110। ਇਹ ਬਣ ਗਿਆ ਸਾਡੇ ਕੋਲ ਵਰਗ ਚਿੰਨ੍ਹ। ਹੁਣ ਅਗਲਾ ਜਿਹੜਾ ਕਾਲਮ ਸਾਡੇ ਕੋਲ ਬਣਨਾ ਵਾ ਉਹ ਹੈਗਾ ਜੇ FI ਅਤੇ XI, ਯਾਨੀ ਕਿ ਇਹਨਾਂ ਦੋਨਾਂ ਦੀ ਮਲਟੀਪਲਾਈ। ਇਹਨਾਂ ਦੋਵਾਂ ਨੂੰ ਗੁਣਾ ਕਰਾਂਗੇ 7 10 70। ਹੁਣ ਆਹ ਦੇਖੋ ਇੱਥੇ F1 ਦੇ ਨਾਲ 30 ਆ, ਅਸੀਂ ਇਸੇ ਤਰ੍ਹਾਂ ਹੀ ਨਾਲ F1 ਪਾ ਲੈਣਾ ਇੱਧਰ। 12 ਨੂੰ 50 ਨਾਲ ਗੁਣਾ ਕੀਤੀ ਅਤੇ 12 5 60 600। ਇੱਥੇ ਕਿੰਨਾ ਆਏਗਾ 600। ਉਸ ਤੋਂ ਬਾਅਦ 70 ਅਤੇ F2 ਇਹ ਇਸੇ ਤਰ੍ਹਾਂ ਹੀ ਲਿਖ ਲਾਂਗੇ 70 ਨਾਲ F2। ਉਸ ਤੋਂ ਬਾਅਦ 90 ਨੂੰ 8 ਨਾਲ ਕੀਤੀ ਅਤੇ 9 8 72
700 ਤੇ 20, 0 ਉਸੇ ਤਰ੍ਹਾਂ ਹੀ 11 5 55। ਇਹ ਸਾਡੇ ਕੋਲ ਇਹਨਾਂ ਦੀ ਮਲਟੀਪਲਾਈ ਆ ਗਈ। ਹੁਣ ਇਹ ਵਾਲੇ ਖਾਨੇ ਦੇ ਵੀ ਅਸੀਂ ਜੋੜ ਕਰ ਲਾਂਗੇ। ਸਮੇਸ਼ਨ FI ਤੇ XI, ਇਹਦਾ ਜੋੜ ਦੇਖਾਂਗੇ ਕਿੰਨਾ ਆਉਂਦਾ, ਅਤੇ ਇੱਧਰ ਸਮੇਸ਼ਨ FI ਦਾ। ਸਾਨੂੰ ਵੈਸੇ ਇਹਦਾ ਜੋੜ 50 ਦਿੱਤਾ, ਲੇਕਿਨ ਫਿਰ ਵੀ ਅਸੀਂ ਇਹਨੂੰ ਜੋੜ ਕੇ ਲਿਖਾਂਗੇ ਕਿੰਨਾ ਆਉਂਦਾ ਵਾ। ਦੇਖੋ ਪਲੱਸ ਕਿਹੜੇ ਕਿਹੜੇ ਕਰਨੇ ਆ, ਜਿਹੜੇ ਨੰਬਰ ਦਿੱਤੇ ਨੇ 12 ਤੇ 7 19, 19 ਤੇ 1 20, 7 27 ਤੇ 5 32। ਇਹ ਸਾਡੇ ਕੋਲ ਕੀ ਆ ਗਿਆ, ਇੱਥੇ ਲਿਖ ਲੈਂਦੇ ਹਾਂ 32 ਪਲੱਸ F1, ਇਹ ਨਾਲ ਉਸੇ ਤਰ੍ਹਾਂ ਆ ਜਾਣੇ ਆ F1 ਪਲੱਸ F2। ਇਹ ਸਾਡੇ ਕੋਲ ਆ ਗਿਆ ਸਮੇਸ਼ਨ FI ਦਾ ਜੋੜ। ਹੁਣ ਸਮੇਸ਼ਨ FI XI ਇਹ ਕਰਾਂਗੇ। ਆ ਦੇਖੋ ਇਹਦੇ 'ਚ ਆ ਨਹੀਂ ਜੋੜਨੇ, ਹੁਣ ਇਹ ਵੱਖਰੇ ਲਿਖਾਂਗੇ, ਬਾਕੀ ਆ ਜੋੜ ਲੈਣੇ ਆ 70 ਤੇ 600, 720 ਤੇ 550। ਇਹਨਾਂ ਦਾ ਜੋੜ ਦੇਖੋ 0, ਉਸ ਤੋਂ ਬਾਅਦ 7 ਤੇ 2 9 ਤੇ 5 14, 1 ਹਾਸਲ, 6 ਤੇ 1 7 7 14, 14 ਤੇ 5 19, 1940 ਪਲੱਸ 30 F1 ਪਲੱਸ 70 F2। ਆਹ ਸਾਡੇ ਕੋਲ ਆ ਗਿਆ ਸਭ ਕੁਝ। ਹੁਣ ਫਾਰਮੂਲਾ ਤੁਹਾਨੂੰ ਪਤਾ ਹੀ ਆ, ਮੈਂ ਤੁਹਾਨੂੰ ਪਹਿਲਾਂ ਹੀ ਬੋਲ ਕੇ ਦੱਸ ਦਿੱਤਾ ਸੀਗਾ, ਲਿਖਿਆ ਨਹੀਂ ਸੀ ਪਹਿਲਾਂ। ਹੁਣ ਆਹ ਫਾਰਮੂਲਾ ਲਿਖ ਲੈਂਦੇ ਹਾਂ ਅਸੀਂ, ਸਮੇਸ਼ਨ FI XI ਬਟਾ ਸਮੇਸ਼ਨ FI। ਹੁਣ ਇਹਦੇ 'ਚ ਦੇਖੋ ਸਾਨੂੰ ਸਮੇਸ਼ਨ FI ਦੀ ਵੈਲਿਊ 50 ਦਿੱਤੀ ਹੋਈ ਆ, ਪਰ ਇੱਕ ਆਹ ਵੀ ਵੈਲਿਊ ਦਿੱਤੀ ਆ। ਅਸੀਂ ਆਹ ਵਾਲੀ ਵੈਲਿਊ ਵਰਤ ਕੇ ਅਤੇ ਅਸੀਂ ਇਹਦੇ ਇਕੁਏਸ਼ਨ ਦੇ ਵਿੱਚੋਂ F1 F2 ਦਾ ਦੇਖਦੇ ਹਾਂ ਕੀ ਵੈਲਿਊ ਆਉਂਦੀ ਆ। ਆਹ ਦੇਖੋ ਸਮੇਸ਼ਨ FI, ਮੈਂ ਇੱਥੇ ਲਿਖ ਦਿੰਦਾ ਸਾਰਾ ਹੀ, ਸਮੇਸ਼ਨ FI ਇਜ਼ ਇਕੁਅਲ ਟੂ 32 ਪਲੱਸ F1 ਪਲੱਸ F2। ਹੁਣ ਇਹਦੀ ਵੈਲਿਊ ਕਿੰਨੀ ਦਿੱਤੀ ਸਾਨੂੰ, 50, 32 ਜਮਾ F1 ਜਮਾ F2। ਹੁਣ ਇੱਧਰੋਂ 32 ਇੱਧਰ ਆ ਜਾਏਗਾ, 50 ਮਾਈਨਸ 32 ਪਲੱਸ ਦਾ ਇੱਧਰ ਆ ਕੇ ਮਾਈਨਸ ਹੋ ਗਿਆ, ਅਤੇ ਕੀ ਬਚਿਆ F1 ਜਮਾ F2। ਮਾਈਨਸ ਕੀਤੇ ਤੇ ਕਿੰਨੇ ਆ ਗਏ 18, F1 ਜਮਾ F2। ਇਹਨੂੰ ਅਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, F1 ਜਮਾ F2 ਬਰਾਬਰ 18। ਆਹ ਸਾਡੇ ਕੋਲ ਇੱਕ ਇਕੁਏਸ਼ਨ ਬਣ ਗਈ। ਹੁਣ ਅਸੀਂ ਕੀ ਕਰਨਾ, ਸਾਰੇ ਮੁੱਲ ਜਿਹੜੇ ਆ ਉਹ ਇਸ ਫਾਰਮੂਲੇ ਵਿੱਚ ਲਿਖਾਂਗੇ। ਸਾਨੂੰ X ਬਾਰ ਦੀ ਵੈਲਿਊ ਜਿਹੜੀ ਉਹ ਪਹਿਲਾਂ ਦਿੱਤੀ ਹੋਈ ਆ, ਦੇਖੋ ਮੈਂ ਸਭ ਤੋਂ ਉੱਪਰ ਲਿਖੀ, ਤੁਸੀਂ ਆਪਣੀ ਸ਼ੀਟ 'ਚ ਵੀ ਦੇਖ ਲਿਓ, 57.6 ਯਾਨੀ ਕਿ 57.6 ਵੈਲਿਊ ਦਿੱਤੀ ਹੋਈ ਆ। ਅਸੀਂ ਇਹਦੇ 'ਚ ਵੈਲਿਊ ਪੁੱਟ ਕਰਦੇ ਹਾਂ, X ਬਾਰ ਦੀ ਜਗ੍ਹਾ 'ਤੇ ਕੀ ਲਿਖਾਂਗੇ, 57.6 ਇਜ਼ ਇਕੁਅਲ ਟੂ, ਹੁਣ ਸਮੇਸ਼ਨ FI XI ਦੀ ਆਹ ਵੈਲਿਊ ਸਾਰੀ ਕਿੰਨੀ ਆ, 1940 ਜਮਾ 30 F1 ਜਮਾ 70 F2 ਬਟਾ ਸਮੇਸ਼ਨ FI ਕਿੰਨਾ ਦਿੱਤਾ ਹੈ ਸਾਨੂੰ, 50। ਇਹਦੇ ਥੱਲੇ ਕੀ ਲਿਖਾਂਗੇ ਅਸੀਂ, 50। ਹੁਣ ਇਹਨੂੰ ਸੋਲਵ ਕਰਦੇ ਹਾਂ। ਆ ਦੇਖੋ ਆਹ ਜਿਹੜੀ ਇਕੁਏਸ਼ਨ ਬਣਾਈ ਆ, ਇਹ ਵੀ ਮੈਂ ਤੁਹਾਨੂੰ ਦੱਸਾਂਗਾ ਅਸੀਂ ਕਿੱਥੇ ਯੂਜ਼ ਕਰਨਾ ਇਹਨੂੰ ਬਾਅਦ ਵਿੱਚ। ਹੁਣ ਇਹਦੀ ਡੈਸੀਮਲ ਹਟਾ ਲਈਏ ਪਹਿਲਾਂ, ਇਹ ਕਿੰਨਾ ਆ ਜਾਏਗਾ, 576 ਬਟਾ 10 ਬਰਾਬਰ, ਸਾਰੀ ਉਹੀ ਟਰਮ ਉਸੇ ਤਰ੍ਹਾਂ ਹੀ ਲਿਖ ਲੈਣੀ ਆ, 70 F2 ਆ ਗਿਆ ਇੱਥੇ ਬਟਾ 50। ਹੁਣ ਇਹਨਾਂ ਦੀ ਕ੍ਰੋਸ ਮਲਟੀਪਲਾਈ ਹੋ ਜਾਏਗੀ, ਇਹਨਾਂ ਦੀ ਤਿਰਛੀ ਗੁਣਾ ਕਰ ਦੇਣੀ ਆ ਅਸੀਂ। ਹੁਣ 576 ਨੂੰ 50 ਨਾਲ ਗੁਣਾ ਕਰਨੀ ਆ, ਉਹ ਦੇਖਦੇ ਹਾਂ। 576 ਨੂੰ 50 ਨਾਲ 0 ਤੇ ਆਉਣਾ ਹੀ ਆਉਣਾ ਇਹਦਾ ਪਹਿਲਾਂ, 5 6 30, 5 7 35 ਤੇ 3 38, 3 ਹਾਸਲ, 5 5 25 ਤੇ 3 28, 28 800 ਬਰਾਬਰ। ਹੁਣ ਇਹਨਾਂ ਸਾਰਿਆਂ ਨੂੰ 10 ਨਾਲ ਗੁਣਾ ਕਰ ਦੇਣੀ, ਸਾਰਿਆਂ ਨੂੰ। ਇਹਨੂੰ ਕੀਤੀ 1940 ਸੀ, ਤੇ ਵਿੱਚ 0 ਵੱਧ ਗਈ 10 ਦੀ, ਇਹ ਬਣ ਗਿਆ 19400। 30 ਦਾ ਆ 300, 300 ਤੇ ਨਾਲ F1 ਤੇ 70 ਦਾ ਆ 700। ਮੈਂ ਇੱਕ ਸਟੈਪ ਸ਼ਾਰਟ ਕੀਤਾ, ਵੈਸੇ ਪਹਿਲਾਂ ਮੈਂ ਕ੍ਰੋਸ ਮਲਟੀਪਲਾਈ 'ਚ 10 ਬਰੈਕਟ ਪਾ ਕੇ ਬਾਹਰ ਲਿਖਦਾ, ਫਿਰ ਸੋਲਵ ਕਰਦਾ। ਹੁਣ ਇੰਨੀ ਕੁ ਕੈਲਕੂਲੇਸ਼ਨ ਤਾਂ ਤੁਹਾਨੂੰ ਆਉਂਦੀ ਆ, ਤੁਸੀਂ ਆਰਾਮ ਨਾਲ ਕਰ ਸਕਦੇ ਹੋ। ਹੁਣ ਅੱਗੇ ਆ ਦੇਖੋ,
19,400 इधर आ जाएगा तो ये घटा देंगे 28,800 माइनस 19,400 इधर आ गया। इधर की बचा 300 F1 जमा 700 F2। हुण आ देखो इनू मैं माइनस कर दिना ये ये कितना आउंदा ये 0 0 8 चों 4 गए 4 तो इधरों हासिल लिया 18 चों 9 गए तो 9 1 चों 1 गए 0 9400 आ गया। 9400 बराबर आ देखो 300 F1 जमा 700। हुण मैं की करना वा आ जिहड़ी इक्वेशन उपर असी लई सी ना F1 जमा F2 मैं इत्थों F2 की वैल्यू कढ लेना वा। मैं इत्थे कढ देना देखो F2 बराबर 18 आ F1 इधर जाके माइनस का हो जाना माइनस F1। ये हुण जिहड़ी F2 की वैल्यू मैं कड्ढी आ 18 माइनस F1 मैं इहदी जगह ते लिखांगा इत्थे इत्थे की लिख देना मैं 18 माइनस F1। हुण आ देखो 9400 बराबर 300 F1 जमा हुण इनू गुणा कर लीए 18 7 126 होंदे आ ते नाल 2 जीरो आ गई तो ये नाल की आ जाएगा माइनस अगे साइन जिहड़ा आ प्लस वा ते माइनस माइनस रहा 700 नू F नाल गुणा की तो कितना आ गया 700 F1। हुण आ देखो आ टर्म इधर आ जाएगी F वालियां इधर ही रहणगियां। ये कितना आ गया हुण साडे को 9400 माइनस 12600 इधर की बचा 300 F1 माइनस 700 F1। हुण इन्हां दी माइनस की वड्डी रकम का निशान आना वा तुहानूं पता ही है इत्थे क्योंकि आ वड्डी रकम माइनस की आ माइनस तो आना ही आना वा। इन्हां दी घटाओ की तो 0 0 6 चों 4 गए तो 2 12 चों 9 गए तो 3 3200। हुण इधर घटाओ की इस भी वड्डी रकम का निशान घटाओ का 700 चों 300 गए तो 400 नाल की आ गया F1। हुण आ देखो इधर भाग कर देगा ये इनू माइनस 3200 बटा माइनस 400। हुण आ जीरो ना जीरो कट तो 4 8 32 तो माइनस नाल माइनस भी कट्टिया जाएगा। इधरले पासे कल्ला F1 बचिया। हुण साडे कोल F1 की वैल्यू कितनी आ गई इत्थे आ देखो 8 बराबर F1 तो जां असीं इनू की लिख सकते हैं F1 बराबर 8। ये साडे कोल F1 की वैल्यू आ गई। हुण मैं F1 की वैल्यू आ जिथे मैं उपर F2 की वैल्यू कड्ढी सी ना जिहड़ी तुसीं इनू बेशक इक्वेशन नंबर 1 भी पा सकते हो जां 2 भी जिस तरह भी क्योंकि जे तुसीं इनू 1 लोगे तो फिर इनू 2 कर सकते हो। मैं इनू इक्वेशन नंबर 1 लै लिया। ये मैं हुण F2 की वैल्यू कड्ढनी है F1 की वैल्यू जिन्नी 8 आई है इत्थे लिख देनी है। मैं आ देखो ये वैल्यू इत्थे लिखनी है। मैं इत्थे लिख ला सब तो पहला F2 बराबर 18 माइनस F1 F2 बराबर 18 माइनस 8 तो F2 कितना आ गया 18 माइनस 8 10 यानी कि आ साडा आंसर आ गया जे F1 की वैल्यू 8 आ गई तो F2 की वैल्यू 10 आ गई। ये साडा इहदा आंसर आ गया। ये सीगा साडा लास्ट क्वेश्चन नंबर 14। ये सीगा वर्कशीट नंबर 14 का सलूशन। जे बच्चों ये वीडियो पसंद आए लाइक जरूर करियो अपने दोस्तों मित्रों के नाल शेयर जरूर करियो। चैनल बिल्कुल फ्री जे सबसक्राइब जरूर कर लियो ताकि मेरी आने वाली वीडियो का नोटिफिकेशन तुहानूं सब तो पहला मिल सके। धन्यवाद।